KRPA 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 11:11 ਹੋਏ ਨੇ। ਸ਼ੁੱਕਰਵਾਰ ਦਾ ਦਿਨ ਹੈ ਤੇ 28 ਅਗਸਤ ਹੈ, ਵਰ੍ਹਾ 2020 ਦਾ। 13 ਭਾਦੋਂ ਨਾਨਕਸ਼ੇ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੀ ਲੋਕ ਸੱਥ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਗ ਦੇ ਮਸਲਿਆਂ ਤੇ ਗੱਲਬਾਤ ਹੋ ਗਈ। ਖਬਰਾਂ ਦੇ ਨਾਲ ਕੱਲ ਵਾਲੀ ਗੱਲ ਰਹਿ ਗਈ ਕਿ ਕਰੋਨਾ ਦੇ ਕਰਕੇ ਜਿਹੜੇ ਸਾਡੇ ਪਰਿਵਾਰਕ ਇਕੱਠ ਨੇ, ਵਿਆਹਾਂ ਸ਼ਾਦੀਆਂ ਦੇ ਜਾਂ ਹੋਰ ਦੁੱਖ ਸੁੱਖ ਦੇ, ਉਹ ਕਿਹੋ ਜਿਹੇ ਹੋ ਰਹੇ ਨੇ। ਤੁਹਾਡਾ ਤਜਰਬਾ ਉਹਦਾ ਸਾਂਝਾ ਕਰਾਉਣਾ ਚਾਹੁੰਦਾ ਮੈਂ, ਜਿਨ੍ਹਾਂ ਨੇ ਕੀਤੇ ਆ ਜਾਂ ਜਿਹੜੇ ਅਟੈਂਡ ਕੀਤੇ ਨੇ, ਜਿਹਨਾਂ ਨੇ ਅਟੈਂਡ ਕੀਤੇ ਨੇ, ਉਹ ਦੱਸਣ ਕਿ ਕਿਹੋ ਜਿਹਾ ਫਰਕ ਸੀ ਘੱਟ ਇਕੱਠ ਦਾ ਤੇ ਵੱਧ ਇਕੱਠ ਦਾ। ਵੱਧ ਇਕੱਠ ਵਾਲਾ ਕੁਛ ਮੂਮੈਂਟ ਜਿਹੜਾ ਉਹ ਦੇਖਿਆ ਬਈ ਯਾਰ ਵਾਲਾ ਘੱਟ ਇਕੱਠ ਦੇ ਵਿੱਚ ਫਾਇਦਾ ਕੋਈ, ਵੱਧ ਇਕੱਠ ਚਾਹੀਦਾ। ਜਾਂ ਫਿਰ ਇਉਂ ਲੱਗਿਆ ਆਮ ਬਈ ਨਾ ਇਹ ਤਾਂ ਬਹੁਤ ਆਰਾਮ ਸੀ, ਗੱਲ ਗੁੱਲੀ ਦਣ ਪੈ ਗਈ। 144 247 1550 ਆਖਰੀ ਘੰਟੇ 'ਚ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਪਿੰਡਾਂ ਦੀ ਆਊਟਿੰਗ ਕਿੰਨੀ ਕੁ ਹੁੰਦੀ? ਮਸਾਂ 5-4 ਮਹੀਨੇ ਬਾਅਦ ਕਿਤੇ ਗੇੜਾ ਲੱਗਦਾ। ਕੀ ਹੁੰਦਾ? ਜਾਂ ਤਾਂ ਕੋਈ ਮਕਾਨ ਹੁੰਦੀ, ਭੋਗ ਹੁੰਦਾ, ਕੋਈ ਵਿਆਹ ਤਾਂ ਇੰਨਾ ਛੇਤੀ ਨਹੀਂ ਸੀ ਹੁੰਦੇ। ਵਿਆਹ ਤਾਂ 2-2 ਸਾਲ ਹੀ ਮਸਾਂ ਹੁੰਦੇ ਰਿਸ਼ਤੇਦਾਰੀ 'ਚ, ਦੂਜੇ ਦੇ ਜਾਂਦਾ ਨਾ। ਤੇ ਫਿਰ ਇੱਕ ਗੱਲ ਬਹੁਤ ਵਧੀਆ ਰਹਿੰਦਾ, ਉਹ ਇਹ ਹੁੰਦੀ ਕਿ ਕੋਈ ਢਿੱਲਾ ਮੱਸਾ ਜੇ ਹੋ ਗਿਆ, ਤੇਈਆ ਚੜ ਗਿਆ, ਕਿਸੇ ਨੂੰ ਡੇਂਗੂ ਤਾਂ ਜਦ ਹੁੰਦਾ ਨਹੀਂ ਸੀ, ਪੀਲੀਆ ਹੋ ਗਿਆ ਤੇ ਕਿਸੇ ਦੇ ਰੌਣੀ ਰਾਣੀ ਕਰਦੇ ਤੇ ਸੱਪ ਸੁੱਪ ਲੜ ਗਿਆ, ਤਾਂ ਉਹਦੀ ਖਬਰ ਨੂੰ ਜ਼ਰੂਰ ਜਾਂਦਾ। ਤੇ ਉਹ ਖਬਰ ਵਾਲਾ ਵੀ ਇੱਕ ਬਹੁਤ ਵਧੀਆ ਕੰਮ ਹੁੰਦਾ। ਸਾਰਾ ਜਿਹੜਾ ਮਤਲਬ ਦਿਹਾੜੀ ਫਿਰ ਉਹ ਲੱਗਦੀ ਪੂਰੀ। ਸਵੇਰਾ ਸਾਜਰੇ ਕੱਪੜੇ ਧੋ ਧਾ ਕੇ ਪਵਾ ਕੇ ਕਿੱਥੇ ਨੂੰ ਜਾਣਾ, ਖਬਰ ਲੈਣ ਜਾਣਾ, ਫਲਾਣਾ ਬੰਦਾ ਢਿੱਲਾ ਅੱਜ, ਇਉਂ ਕਰੋ ਫਿਰ ਦੁੱਧ ਦੀ ਬੋਤਲ ਲੈ ਜਾਓ, ਲਿਆਓ, ਫਿਰ ਫੜਾਓ ਦੁੱਧ ਦੀ ਬੋਤਲ। ਖਾਲੀ ਬੋਤਲ ਜਾਂ ਠੇਕਿਓਂ ਲਿਆਉਂਦੇ ਡੱਬ 'ਚ ਲਿਆਂਦੇ, ਜਾਂ ਦੁੱਧ ਵੀ ਲਿਜਾਂਦੇ ਝੋਲੇ 'ਚ ਲਿਜਾਂਦੇ ਸੀ। ਫਰਕ ਬਹੁਤ ਹੈ ਫਿਰ, ਜਿਹੜੀ ਦੁੱਧ ਤੇ ਸ਼ਰਾਬ ਦਾ ਫਰਕ ਬਹੁਤ। ਕਹਿੰਦਾ ਵੀ ਜੇ ਠੇਕਿਓਂ ਬੋਤਲ ਲੈ ਕੇ ਡੱਬ 'ਚ ਆਉਂਦਾ ਅੜੰਗੀ, ਉਹਦਾ ਫਾਇਦਾ ਕੋਈ ਨਹੀਂ। ਡੱਬ ਦੇ ਵਿੱਚ ਅੜੰਗਣ, ਕਈ ਪਿੱਛੇ ਟੰਗਦੇ, ਕਈ ਅੱਗੇ ਟੰਗਦੇ। ਪਿੰਡ ਦੇ ਬੈਲੀ ਜਿਹੜੇ ਪ੍ਰਾਹੁਣੇ ਆਉਂਦੇ, ਉਹ ਬਾਹਰ ਪਿੰਡ ਦੇ ਠੇਕਾ ਹੁੰਦਾ, ਉੱਥੋਂ ਪੀ ਕੇ ਪੌਣਾ ਜਿਹੜੀ ਬੋਤਲ ਹੁੰਦੀ ਉਹ ਡੱਬ 'ਚ ਟੁੰਗ ਕੇ ਚਾਦਰਾ ਲੈ ਹੁੰਦਾ। ਚਾਦਰਾ ਫਿਰ ਥੋੜਾ ਜਿਹਾ ਢਿੱਲਾ ਹੋ ਜਾਂਦਾ ਤੇ ਚਾਦਰਾ ਮਿੱਟੀ ਵੀ ਧੂੰਦਾ। ਜਾ ਕੇ ਫਿਰ ਘਰੇ ਉਹ ਕਹਿੰਦਾ ਚਾਹ ਤਰੋ ਪ੍ਰਾਹੁਣਾ ਹੈਗਾ, ਚਾਹ ਚੋਂ ਨਹੀਂ ਪੀਂਦਾ। ਚਾਹ ਦਾ ਕੀ ਪੀਣਾ, ਪਾਣੀ ਲਿਆਓ, ਨਾਲੇ ਚਾਰ ਲਿਆਓ, ਚੱਚੇ ਨਾਲ ਕੰਨਾ ਰਾਧਾ ਕਹਿੰਦੇ। ਤੇ ਉਹ ਫਿਰ ਬੋਤਲ ਖਾਲੀ ਹੋਈ ਜਦ ਦੁੱਧ ਦੀ ਲਿਜਾਂਦੇ ਖਬਰ ਲੈਣ, ਫਿਰ ਉਹ ਝੋਲੇ 'ਚ ਹੁੰਦੀ। ਅੱਜ ਉਹ ਰੰਗ ਬੰਨਣਾ ਪੁਰਾਣੀ। ਇੱਕ ਮੇਰੇ ਅੱਜ ਕਈ ਗੱਲਾਂ ਯਾਦ ਆ ਗਈਆਂ। ਸਵੇਰੇ ਸੁਰਿੰਦਰ ਨਾਲ ਵੀ ਗੱਲ ਕਰਦਾ ਸੀ, ਦਾਊ ਮਾਜਰਾ। ਮੈਂ ਕਿਹਾ ਯਾਰ ਪੈਲੀਏ ਦੇ ਆਪਣੇ ਜਾਂਦੇ ਹੁੰਦੇ। ਕਹਿੰਦਾ ਬਾਈ ਮੈਂ ਦੱਸਦਾ ਤੈਨੂੰ 5-7 ਤਾਂ ਮੇਰੇ ਯਾਦ ਆ ਗਏ, ਮੇਰੇ ਵੀ ਯਾਦ ਨੇ ਕਈ। 144 247 1550 ਅੱਜ ਖਬਰ ਲੈਣ ਚੱਲਾਂਗੇ ਪਿਛਲੇ ਘੰਟੇ। KRPA.com ਤੇ ਸਿੱਧਾ ਪ੍ਰਸਾਰਨ ਚੱਲਦਾ। ਜਿੱਥੇ ਵੀ ਬੈਠੇ ਪ੍ਰੋਗਰਾਮ ਰਹਿ ਜੇ ਤਾਂ YouTube ਤੇ ਪਾਇਆ ਹੁੰਦਾ ਲੋਕ ਸੱਥ ਦੇ ਥੱਲੇ LOKSATTH। ਤੇ ਦਫ਼ਤਰ ਦਾ ਨੰਬਰ 604 440 6462 ਨਿੰਮੀ ਡੌਲਾ ਜੀ ਦਾ ਨੰਬਰ ਹੈ। ਤੇ 604 729 1224 604 729 1224 ਜਿਹੜਾ ਉਹ ਆਪਣਾ ਨੰਬਰ ਹੈ WhatsApp ਤੇ ਟੈਕਸਟ ਦਾ। ਕਈ ਵਾਰ ਨਾ ਪਿੰਡ ਦੀ ਗੱਲ ਯਾਦ ਆ ਜਾਂਦੀ। ਬਾਈ ਗੁਰਜੀਤ ਝਾਜੋ ਨਾ ਆਪਣੇ ਘਰ ਦੇ ਨੇੜੇ ਸ਼ਹਿਰ ਦਾ ਸਿਟੀ ਸ਼ਹਿਰ ਦੇ ਵਿੱਚ ਜਿੱਥੇ ਘੋੜੇ ਫਿਰਦੇ ਨੇ ਨਾ, ਉਹਦਾ ਰਿਓ ਕੱਢਣ ਲੱਗਿਆ। ਮੈਨੂੰ ਬਾਈ ਮਿਲ ਗਿਆ। ਮੈਂ ਕਿਹਾ ਯਾਰ ਇੱਕ ਰਿਓ ਦਾ ਟਰੱਕ ਕੇ ਛੱਡਦੇ ਘਰੇ, ਫਾਇਦਾ ਹੋ ਜੂ। ਰਿਓ ਕੱਢ ਰਹੇ ਸੀ। ਰਿਓ ਦੇਖਿਆ ਤਾਂ ਥੱਲੇ ਭਾਫ ਨਿਕਲੇ। ਉੱਥੇ ਜਾਣੀ ਤੰਗਲੀਆਂ ਨਾਲ ਆਪਾਂ ਕੱਢਦੇ, ਸਾਰੀ ਆਪਣੇ ਕਈਆਂ ਦੇ ਨਾਲ ਤੇ ਸੂਰਿਆਂ ਦੇ ਨਾਲ। ਇੱਥੇ ਐਕਸਕੇਵੇਟਰ ਲੱਗੀ ਹੋਈ। ਰਿਓ ਵੀ ਕਾਹਦਾ ਸੀ, ਬਹਿ ਜਾ ਹੋਈ ਪਈ। ਪਿੰਡ ਨੂੰ ਤੁਸੀਂ ਮਹਿਸੂਸ ਇਹ ਕਰ ਸਕਦੇ ਹੋ ਤੁਰੇ ਫਿਰਦੇ। ਹੁਣ ਤਾਂ ਉਹਦੇ ਕਹਿਣ ਨੂੰ ਗੱਲਾਂ ਹੀ ਰਹਿ ਗਈਆਂ। ਇੱਥੇ ਹੀ ਪਿੰਡ ਬਣਾ ਕੇ ਪਿੰਡ ਨੂੰ ਮਹਿਸੂਸ ਕਰੋ। ਪਰ ਧਰਤ ਆਪਣੀ ਉਹ ਹੈ। 5 ਸਦੀਆਂ ਦੇ ਯਹੂਦੀ ਲੋਕ ਜਿਹੜੇ ਨੇ ਉਹ ਬਾਹਰਲੇ ਹੋਰ ਦੇਸ਼ਾਂ 'ਚ ਰਹਿੰਦੇ, ਇਜ਼ਰਾਈਲ ਤੋਂ ਬਾਹਰਲੇ ਬੰਦੇ। ਉਹ ਆਏ ਨਹੀਂ ਮੁੜ ਕੇ। ਇਟਲੀ 'ਚ ਰਹਿੰਦੇ ਯਹੂਦੀ ਕਦੇ ਨਹੀਂ ਆਏ। 5 ਪੀੜ੍ਹੀਆਂ, 5 ਸਦੀਆਂ
ਹੁਣ ਉਹਨਾਂ ਨੂੰ ਕਹਿੰਦੇ ਵੀ ਇਹ 500 ਸਾਲਾਂ 'ਚ ਸਾਂਭਿਆ ਕਿਵੇਂ ਦੇਸ਼ ਆਪਣਾ? ਫਿਰ ਉਹ ਕਹਿੰਦੇ ਇੱਕ ਧਾਰਮਿਕ ਗ੍ਰੰਥ ਨਹੀਂ ਛੱਡਿਆ ਆਪਣਾ, ਇੱਕ ਹਿਬਰੂ ਨਹੀਂ ਛੱਡੀ। ਬਸ ਰਹੀ ਗਰੀਬੀ, ਰਹੀ ਰੇਹੜੀਆਂ ਲਾਉਂਦੇ ਰਹੇ, ਡਾਂਗਾ ਖਾਂਦੇ ਤੇ ਰਹੇ ਇਟਾਲੀਅਨ ਬੰਦਿਆਂ ਤੋਂ ਸਿਰਾਂ ਤੇ, ਪਰ ਹਿਬਰੂ ਨਹੀਂ ਛੱਡੀ। ਘਰੇ ਹਿਬਰੂ ਬੋਲਦੇ ਰਹੇ ਤੇ ਆਪਣਾ ਧਾਰਮਿਕ ਗ੍ਰੰਥ ਨਹੀਂ ਛੱਡਿਆ। ਇਹੀ ਕੰਮ ਤੁਸੀਂ ਕਰਿਓ, ਹੋਰ ਤਾਂ ਸਾਤੋਂ ਕੱਖ ਨਹੀਂ ਦੇ ਹੋਣਾ। ਜਵਾਕਾਂ ਨੂੰ ਇੱਕ ਤਾਂ ਭਾਸ਼ਾ ਦੇ ਜਿਓ, ਅੱਗੇ ਪੰਜਾਬੀ ਬੋਲਦੇ ਰਹਿਣ। ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਸਾਡੇ ਗੁਰੂ ਨੇ, ਉਹਨਾਂ ਨੂੰ ਅੱਗੇ ਜਿਹੜਾ ਉਹ ਪੀੜ੍ਹੀ ਨੂੰ ਦੱਸ ਦਿਓ, ਪਰ ਉਹ ਦੇ ਜਿਓ ਉਸ ਤਰ੍ਹਾਂ ਹੀ ਜਿਵੇਂ ਸਾਨੂੰ ਪੁਰਾਤਨ ਮਿਲਿਆ। ਇੱਕ ਤਾਂ ਸੰਸਕਾਰ ਕਰਨੇ ਛੱਡ ਦਿਓ, ਬੰਦ ਕਰ ਦਿਓ। ਪੁਰਾਣੇ ਜਿਹੜੇ ਗੁਟਕੇ ਨੇ, ਪੁਰਾਣੇ ਜਿਹੜੀਆਂ ਕੋਈ ਵੀ ਕਿਤਾਬ ਹੈ ਪੁਰਾਣੀ, ਉਹਨੂੰ ਪਲੀਜ਼ ਗੁਰਦੁਆਰੇ ਨਾਲ ਸਿੱਟ ਕੇ ਆਇਆ ਕਰੋ, ਉਹਨੂੰ ਸਾਂਭ ਲਓ ਕਰੇ। ਉਹ ਵੱਧ ਤੋਂ ਵੱਧ 5 ਹੋਣਗੇ, 10 ਹੋਣਗੇ, ਕਿਸੇ ਇੱਕ ਅਲਮਾਰੀ ਦੇ ਵਿੱਚ ਆਪ ਸਾਂਭ ਲਓ। ਕੋਈ ਸੰਸਕਾਰ ਵਾਲੀ ਕਹਾਣੀ ਨਹੀਂ ਹੈ। ਇਹ ਜਿਹੜੇ ਤੁਹਾਨੂੰ ਝਰਨੇ ਲਾਤੇ ਨਾ, ਤੁਹਾਡੀ ਪੱਟੀ ਮੇਸ ਕਰਨ ਦਾ ਬੰਨ ਨੂੰ 5 ਸਾਲ ਪਹਿਲਾਂ ਬੰਨਤਾ। ਤੁਸੀਂ ਆਪ ਆਪਣੇ ਗੁਰੂ ਗ੍ਰੰਥ ਸਾਹਿਬ ਬਿਰਧ ਪੁਰਾਣੀਆਂ ਬੀੜਾਂ ਲਿਜਾ ਕੇ ਟਰੱਕਾਂ ਦੇ ਵਿੱਚ ਮਿਸ਼ਨ ਦੇ ਵਿੱਚ ਸੰਸਕਾਰ ਕਰਦੇ ਹੋ। ਤੁਹਾਡਾ ਬਰਬਾਦੀ ਦਾ ਕਾਰਨ ਉਦੋਂ ਲੱਭਿਆ। ਤੇ ਹੁਣ ਜਿਹੜੀਆਂ ਤੁਹਾਨੂੰ ਦੇਣਗੇ ਉਹ 25-30 ਸਾਲਾਂ ਦੇ ਆਉਣ ਵਾਲੀ ਪੀੜ੍ਹੀ ਉਹ ਲਗਾ ਮਾਤਰਾ ਜਿਹੋ ਜਿਹੀਆਂ ਹੋਣਗੀਆਂ ਉਹ ਪੜ੍ਹ ਕੇ ਕਹਿਣ ਲੱਗ ਜੂ ਇਹ ਗੱਲ ਠੀਕ ਹੈ। ਸੰਭੋ ਥੋੜਾ ਜਿਹਾ ਆਪਣੇ ਆਪ ਨੂੰ ਸੰਭਲੋ, ਇੱਕ ਭਾਸ਼ਾ ਦੇ ਜਿਓ। ਇੱਕ ਜਿਵੇਂ ਪੀੜ੍ਹੀਆਂ 18ਵੀਂ ਸਦੀ ਦੇ ਵਿੱਚ ਕਿਹੜੇ ਹਾਲ ਨਹੀਂ ਰਹਿੰਦੇ ਸੀ, ਕਿਸ ਤਰ੍ਹਾਂ ਰਹਿੰਦੇ ਸੀ, ਉਹ ਸਿਰਾਂ ਦੇ ਮੁੱਲ ਪਏ ਨੇ, ਘਰਾਂ 'ਚ ਰਹਿ ਨਹੀਂ ਦਿੰਦੇ, ਝੱਲਾਂ ਬੇਲਿਆਂ 'ਚ ਰਹਿੰਦੇ ਨੇ, ਟੱਬਰਾਂ ਮਿਲਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਕਿਤੇ ਨਾ ਕਿਤੇ ਸਰੂਪ ਸੀ। ਕਿਵੇਂ ਸਾਂਭ ਕੇ ਰੱਖੇ ਉਹਨਾਂ ਕਦੇ ਵੇਖੋ। ਅੱਜ ਤੁਹਾਡੇ ਕੋਲ ਚੜ੍ਹਨ ਨੂੰ ਟਰੱਕ, ਉਹਦੇ ਬਾਅਦ ਜਹਾਜ਼, ਮਹਿਲਾਂ ਵਰਗੇ ਘਰ, ਤੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਜਾਂ ਉਹਨਾਂ ਦੇ ਪੋਥੀਆਂ ਜਾਂ ਉਹਨਾਂ ਦੀ ਬਾਣੀ, ਉਹਨੂੰ ਅਸੀਂ ਚੱਕ ਕੇ ਗੱਡੀ 'ਚ ਲਿਜਾ ਕੇ ਕਹਿੰਦੇ ਆ ਮਿਸ਼ਨ ਜਾ ਕੇ ਕਰਦੇ ਸੰਸਕਾਰ। ਥੋੜਾ ਬਹੁਤਾ ਆਪਣੇ ਵੱਲ ਵੇਖਿਆ ਕਰੋ, ਅਸੀਂ ਕਰਦੇ ਕੀ ਆ। ਹੁਣ ਤਾਂ ਮੈਨੂੰ ਇਉਂ ਲੱਗਦਾ ਵੀ ਪੰਜਾਬ ਦੇ ਲੋਕਾਂ ਲਈ ਇੱਕ ਗੱਲ ਨਹੀਂ ਤੁਹਾਡੇ ਤੋਂ ਮੈਂ ਕਹਿਣ ਦੇਣੀ ਵੀ ਤੁਸੀਂ ਅਗਰ ਉਹਨਾਂ ਨੂੰ ਅਕਲ ਨਹੀਂ ਹੈ। ਹੁਣ ਇਹ ਸੋਚੋ ਵੀ ਅਕਲ ਕਿਹਨੂੰ ਨਹੀਂ ਹੈ। krpradio.com ਸਿੱਧਾ ਪ੍ਰਸਾਰਣ 604-729-1224 6047291224 WhatsApp ਤੇ ਟੈਕਸਟ ਲਈ ਨੰਬਰ ਹੈ। ਦਾਦੇ ਨਾਨਕੇ ਪਤੀਸ ਪਤਿਓਰੇ ਦੱਸਿਓ, ਕੁੜਮ ਸ਼ਰੀਕੇ ਸਹੁਰੇ ਦੱਸਿਓ, ਦੰਦਾਸਾ ਨੱਥ ਸੁਰਮਾ ਤੇ ਮੱਥੇ ਲੱਟ ਦੱਸਿਓ, ਗੋਤਰੇ ਮਰਾਸੀ ਜਾਤ ਨੱਠ ਦੱਸਿਓ, ਛੰਬ ਟੋਭਾ ਖੂਹ ਤੇ ਸਾਂਭ ਕੇ ਤਲਾਬ ਰੱਖਿਓ, ਉਹਦੀ ਪੀੜ੍ਹੀ ਜੋਗਾ ਸਾਂਭ ਕੇ ਪੰਜਾਬ ਰੱਖਿਓ। ਪੀਲੂ ਵਾਰਸ ਹਾਸ਼ਮ ਤੇ ਕਾਦਰ ਯਾਰ ਦੱਸਿਓ, ਲਾਲ ਤੇਜੇ ਗੰਗੂ ਕਿਰਪਾਲ ਜੇ ਗਦਾਰ ਦੱਸਿਓ, ਪਟਨਾ ਚਮਕੌਰ ਸਰਹੰਦ ਮਾਚੀਵਾੜਾ ਦੱਸਿਓ, ਕੁਸ਼ਤੀ ਬਾਜੀ ਤੇ ਅਖਾੜਾ ਦੱਸਿਓ, ਸਭਰਾਓ ਬੁੱਧ ਕੀ ਚੇਤੇ ਖਜ਼ਰਾਣਾ ਢਾਹ, ਆਉਂਦੀ ਪੀੜ੍ਹੀ ਜੋਗਾ ਸਾਂਭ ਕੇ ਪੰਜਾਬ ਰੱਖਿਓ। ਹਸਾਉਣੀ ਕਹਾਣੀ ਸਾਖੀ ਜਾਂ ਬਾਤ ਦੱਸਿਓ, ਤਰਕਾਲਾਂ ਲੌਡਾ ਮੂੰਹ ਹਨੇਰਾ ਪ੍ਰਭਾਤ ਦੱਸਿਓ, ਕਹੀ ਰੰਬੀ ਤੰਗਲੀ ਜਿੰਦਰਾ ਸਲੰਗ ਦੱਸਿਓ, ਪੀੜੀ ਮੰਜਾ ਮੂੜਾ ਤੇ ਪਲੰਗ ਦੱਸਿਓ, ਸਾਂਭ ਚੂਰੀ ਤੀਰ ਘੜਾ ਪੱਟ ਦਾ ਕਬਾਬ ਰੱਖਿਓ, ਆਉਂਦੀ ਪੀੜ੍ਹੀ ਜੋਗਾ ਸਾਂਭ ਕੇ ਪੰਜਾਬ ਰੱਖਿਓ। ਠੱਕਾ ਪੱਛੋਂ ਤੇ ਪੁਰੇ ਦੀ ਪੌਣ ਦੱਸਿਓ, ਜੱਗਾ ਜਿਉਣਾ ਸਨ ਕੌਣ ਦੱਸਿਓ, ਗਲੋਟਾ ਛਿੱਕੂ ਪੂਣੀ ਖੱਡੀ ਤਾਣੀ ਦੱਸਿਓ, ਜਪ ਰਹਿਰਾਸ ਸੋਹਲਾ ਆਨੰਦ ਬਾਣੀ ਦੱਸਿਓ, ਲੇਹਾ ਪਖੜਾ ਸੂਲਾ ਸਾਂਭ ਕੇ ਗੁਲਾਬ ਰੱਖਿਓ, ਆਉਂਦੀ ਪੀੜ੍ਹੀ ਜੋਗਾ ਸਾਂਭ ਕੇ ਪੰਜਾਬ ਰੱਖਿਓ। ਰੁੱਗ ਅੱਬੀ ਸੱਥਰੀ ਤੇ ਪੰਡ ਦੱਸਿਓ, ਨਖੱਤਾ ਛੜਾ ਦਹਾਜੂ ਨਾਲੇ ਰੰਡ ਦੱਸਿਓ, ਟੱਪੇ ਸਿੱਠਣੀ ਘੋੜੀਆਂ ਸੁਹਾਗ ਦੱਸਿਓ, ਦੁਪੱਟਾ ਚੁੰਨੀ ਫਲਕਾਰੀਆਂ ਤੇ ਬਾਗ ਦੱਸਿਓ, ਢੱਡ ਇੱਕ ਤਾਰਾ ਤੇ ਸਾਂਭ ਕੇ ਰਵਾਬ ਰੱਖਿਓ, ਆਉਂਦੀ ਪੀੜ੍ਹੀ ਜੋਗਾ ਸਾਂਭ ਕੇ ਪੰਜਾਬ ਰੱਖੋ। ਪੀਚੋ ਪਿੱਲ ਚੋਟ ਸ਼ੱਕਰ ਭੁੱਜੀ ਖੇਡ ਦੱਸਿਓ, ਧੌਲ ਜੱਫਾ ਕੈਂਚੀ ਪੈਂਦੀ ਰੇੜ ਦੱਸਿਓ, ਗੱਫਾ ਬੁੱਕ ਮੁੱਠ ਨਾਲੇ ਓਕ ਦੱਸਿਓ, ਪੱਠ ਲੇਲਾ ਬਲੂੰਗੜਾ ਤੇ ਬੋਕ ਦੱਸਿਓ, ਕਿੱਲੇ ਦਾ ਹਿਸਾਬ ਰੱਖਿਓ, ਆਉਂਦੀ ਪੀੜ੍ਹੀ ਜੋਗਾ ਸਾਂਭ ਕੇ ਪੰਜਾਬ ਰੱਖੋ। ਹਾਰ ਤੇ ਬੜਕ ਦੱਸਿਓ, ਚੋਜ ਅਣਖ ਨਖਰਾ ਮੜਕ ਦੱਸਿਓ, ਤੂਤੀਆਂ ਨਮੋਲੀਆਂ ਵੇੜ ਸ਼ੇਰੀ ਅੱਧ ਪਾਈਆ ਨਾਲੇ ਸ਼ੇਰ ਦੱਸਿਓ, ਲਗਾਮ ਕਾਠੀ ਪੈਰਾਂ 'ਚ ਰਕਾਬ ਰੱਖਿਓ, ਆਉਂਦੀ ਪੀੜ੍ਹੀ ਜੋਗਾ ਸਾਂਭ ਕੇ ਪੰਜਾਬ। ਲੱਠਾ 26 ਖੱਦਰ ਤੇ ਮੱਲ ਦੱਸਿਓ, ਪਰ ਪਰਸੋਂ ਭਲਕ ਤੇ ਕੱਲ ਦੱਸਿਓ, ਪੰਜਾ ਕਾਣਾ ਨੀਲਾ ਤਾਰਾ ਦੱਸਿਓ, ਤਵੀ ਚਰਖੜੀ ਦੇਗ ਦਾ ਨਜ਼ਾਰਾ ਦੱਸਿਓ, ਲਲੂਆ ਕਪੂਰਾ ਨਵਾ ਕਪੂਰ ਨਵਾਬ ਰੱਖਿਓ, ਆਉਂਦੀ ਪੀੜ੍ਹੀ ਜੋਗਾ ਸਾਂਭ ਕੇ
ਜੰਡ ਵਣ ਸ਼੍ਰੀ ਤੇ ਸਾਗਵਾਨ ਦੱਸਿਓ, ਮਵਰੇ ਅਖੌਥਾ ਅਖਾਣ ਦੱਸਿਓ, ਸਾਲ ਗੁਣੀਆਂ ਰੰਦਾ ਕਰੰਡੀ ਤੇਸੀ ਦੱਸਿਓ, ਭੂਰਾ ਕੰਬਲ ਲੋਈ ਨਾਲੇ ਖੇਸੀ ਦੱਸਿਓ, ਮਿੱਠੇ ਬੋਲ ਵੀਰ ਭਾਜੀ ਤੇ ਜਨਾਬ ਰੱਖਿਓ, ਆਉਂਦੀ ਪੀੜ੍ਹੀ ਜੋਗਾ ਸਾਂਭ ਕੇ ਪੰਜਾਬ ਰੱਖਿਓ, ਪੂਰਨ ਘਈਆ ਜੈਤਾ ਬੁੱਧੂ ਸ਼ਾਹ ਦੱਸਿਓ, ਬੀਹੀ ਗਲੀ ਡੰਡੀ ਕੱਚਾ ਰਾਹ ਦੱਸਿਓ, ਉੱਠੋ ਹਾਰ ਮਾਝਾ ਮਾਲਵਾ ਦੁਆਬਾ ਦੱਸਿਓ, ਸੁਨਾਮ ਖੜਕੜ ਕਲਾਂ ਤੇ ਸਰਾਭਾ ਦੱਸਿਓ, ਉਦੇ ਡੇਰੇ ਸਭ ਇਨਕਾਬ ਰੱਖਿਓ, ਨਾਲੇ ਵਪਾਰੀ ਵੀ ਪੀੜ੍ਹੀ ਜੋਗਾ ਸਾਂਭ ਕੇ ਪੰਜਾਬ ਰੱਖਿਓ, ਪੀੜ੍ਹੀ ਜੋਗਾ ਸਾਂਭ ਕੇ ਪੰਜਾਬ ਰੱਖਿਓ। ਸਿੰਘ ਲਿਖਦਾ ਹੈ ਕਹਿੰਦਾ ਪਿੰਡਾਂ ਵਾਲੇ ਸਾਡੇ ਕਈ ਵਾਰ ਚਾਣ ਚੱਕ ਗੱਲ ਇਹੋ ਜਿਹੀ ਕਰਦੇ ਨੇ, ਧਰਨੇ ਪਾ ਦਿੰਦੇ ਆ। ਕਹਿੰਦਾ ਇੱਕ ਦਿਨ ਦਰਵਾਜ਼ੇ ਬੈਠੇ ਕੋਈ ਬੰਦਾ ਸਕੂਟਰ ਤੇ ਲੰਘਿਆ, ਕਹਿੰਦਾ ਦੇਖ ਲਾ ਵੀ ਕਿੰਨਾ ਬੰਦਾ ਸਾਦਾ, 50 ਖੇਤ ਨੇ ਇਹਦੇ ਕੋਲ, 50 ਕਿੱਲੇ ਨੇ, ਪੈਸੇ ਅੱਗ ਲਾਇਆ ਨਹੀਂ ਲੱਗਦੀ ਹੈ। ਚਾਚਾ ਸਾਡਾ ਕੋਲ ਬੈਠਾ ਜਿਹੜਾ 3 ਵਜੇ ਟੈਟ ਹੁੰਦਾ ਸੀ, ਪਰਨ ਦਾ ਲੜ ਲਾ ਕੇ ਬੰਨ ਕੇ, ਕਹਿੰਦਾ ਮੇਰਾ ਫੇਰ ਤਾਂ 4 ਵਜੇ ਤੋਂ ਪੀਣ ਲੱਗ ਜਾਂਦਾ ਹੋਊ, ਇਹਦੇ ਕੋਲ ਇੰਨੇ ਪੈਸੇ ਨੇ। ਗਾਹਾਂ ਤੁਰੇ ਆਈਏ, ਬੇਬੇ ਬੈਠੀਆਂ, ਬੇਬੇ ਹੋਣੀਆਂ ਵੋਟਾਂ ਦੀਆਂ ਗੱਲਾਂ ਕਰਦੀਆਂ, ਬੇਬਿਆਂ 'ਚ ਬੈਠੀ ਇੱਕ ਬੇਬੇ ਕਹਿੰਦੀ ਦੱਸ, ਕਹਿੰਦੇ ਬਾਦਲ ਹਲੇ ਵੀ ਪਿੰਡ ਪਿੰਡ ਫਿਰਦਾ ਵੋਟਾਂ ਮੰਗਦਾ, ਕਿਹੜਿਆਂ ਵੇਲਿਆਂ ਦਾ ਹੈ? ਜਦ ਮੈਂ ਜਵਾਕੜੀ ਜੀ ਸੀ, ਜਦ ਆਪਣੇ ਦੇ ਵਿੱਚ ਲਸ਼ਕਰ ਕਰਕੇ ਗਿਆ ਸੀ। ਦੂਜੀ ਕਹਿੰਦੀ ਉਹ ਮੇਰੇ ਖਿਆਲ ਤਾਂ 80-90 ਦਾ ਮੇਰੇ ਬਾਪੂ ਜੀ ਦੇ ਹਾਣ ਦਾ ਹੈ, ਦੇਖ ਲਾ ਬਾਪੂ ਜੀ ਪੂਰੇ ਹੋਏ ਨੂੰ ਵੀ 5 ਸਾਲ ਹੋ ਗਏ। ਬੇਬੇ ਕਹਿੰਦੀ ਦੱਸ ਹੁਣ ਤਾਂ ਭਾਈ ਮੁੰਡੇ ਨੂੰ ਚਾਹੀਦਾ ਬਿਠਾ ਦੇਵੇ, ਆਹ ਉਮਰ ਕਿਤੇ ਤੁਰਦਾ ਫਿਰਦਾ ਸੌਖਾ। ਇੱਕ ਪਿੱਛੇ ਨੇ ਬੈਠੀ ਨੇ ਸਿਰੇ ਨੂੰ ਲਾਤੀ, ਮੂਹਰੇ ਨੂੰ ਹੋ ਕੇ ਉਹ ਕਿਹੜਾ, ਕਹਿੰਦੀ ਉਹਦਾ ਕਿਹੜਾ ਜੀ ਕਰਦਾ ਹੈ, ਵਿਚਾਰਾ ਢਿੱਡ ਦਾ ਮਾਰਿਆ ਤੁਰਿਆ ਫਿਰਦਾ ਹੈ। ਕਹਿੰਦਾ ਆਥਣੇ ਕਹਿੰਦਾ ਯੂਨੀਅਨ ਤੋਂ ਤੁਰੇ ਤੇ ਕਾਇਮ ਹੋ ਗਏ। ਦਰਾਹੇ ਵਾਲਾ ਪੁਲ ਨਵੇਂ ਬਣਿਆ ਸੀ, ਛਿੱਟ ਲੱਗੀ ਹੋਈ, ਘੁਮਾਉਂਦੇ ਨਾਲ ਸੱਜੇ ਬੰਨੇ ਇੱਕ ਰਿਕਸ਼ੇ ਵਾਲਾ ਤੇ ਰਿਕਸ਼ੇ ਵਾਲੇ 'ਚ ਟਰੱਕ ਲੱਗਦਾ ਨਿਕਲਿਆ ਤੇ ਮੁੜ ਕੇ ਟਰੱਕ DT ਰੋਡ ਪਾਤਾ। ਕਹਿੰਦਾ ਸਾਲ ਆ ਜਿਹੜੇ ਰਿਸ਼ਕੇ ਵਾਲੇ ਦੇ ਨੇੜੇ ਆਪਣਾ ਟਰੱਕ ਲੱਗਿਆ ਸੀ, ਉਹ ਬਰਾਬਰੇ ਚਾੜੀ ਆਉਂਦਾ, ਯਾਰ ਸਾਡੀ ਤਾਂ ਰਹੀ ਉਹ ਕੱਖ ਹੱਥ ਜਾਂਦਾ, ਨਾਲੇ ਕਹਿੰਦਾ ਹੱਥ ਕਾਹਦੇ ਖੜਾ ਕਰਦਾ, ਕਹਿੰਦਾ ਹੱਥ ਖੜਾ ਕਰਕੇ ਦੱਸਦਾ ਵੀ ਮੈਂ ਤੁਹਾਡੇ ਬਰਾਬਰ ਤੁਰਿਆ ਆਉਂਦਾ। ਉਹਨੇ ਹੋਰ ਨੱਪਤਾ, ਕਹਿੰਦਾ ਹੱਥ ਹਲੇ ਵੀ ਖੜਾ ਕਰੀ ਜਾਂਦਾ ਬਰਾਬਰ। ਕਹਿੰਦਾ ਦੇਖ ਤਾਂ ਉੱਤਰ ਕੇ ਕੋਈ ਗੱਲ ਨਾ ਹੋਵੇ। ਟਰੱਕ ਲੋ ਕੇ ਜਾ ਕੇ ਦੇਖਿਆ, ਉਹ ਕਹਿੰਦਾ ਤੂੰ ਹੱਥ ਖੜਾ ਕਰਦਾ ਓਏ? ਉਹ ਕਹਿੰਦਾ ਉਸਤਾਦ ਜੀ ਮੈਂ ਤਾਂ ਹੱਥ ਤਾਂ ਖੜਾ ਕਰਦਾ, ਤੁਹਾਡੇ ਟਰੱਕ ਦਾ ਜਿਹੜਾ ਕੁੰਡਾ ਮੇਰੇ ਹੈਂਡਲ 'ਚ ਫਸ ਗਿਆ, ਮੈਂ ਹੱਥ ਖੜਾ ਕਰਦਾ, ਰੋਕ ਲਓ ਮੇਰਾ ਟਰੱਕ ਦਾ ਆਪਣਾ ਯਾਰ ਕੁੰਡਾ ਕੱਢ ਦਿਓ, ਤੁਸੀਂ ਧੂਰੀ ਜਾਂਦੇ ਹੋ 10 ਮੀਲ ਆ ਗਏ। ਇਹੋ ਜਿਹੇ ਨੈਵੀਗੇਟਰ ਹੁੰਦੇ ਨੇ ਪਿੰਡਾਂ ਦੇ। ਧੰਨਵਾਦ ਜੀ ਸਾਰਿਆਂ ਦਾ ਜਿੱਥੇ ਵੀ ਬੈਠੇ ਹੋ। ਤੇ ਪਰਮਿੰਦਰ ਸਿੰਘ ਥਿੰਦ ਮੇਰੇ ਨਾਲ ਨੇ। ਬਾਈ ਜੀ ਸਵਾਗਤ, ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਗਿੱਲ ਸਾਹਿਬ, ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ ਜੀ। ਕੁਝ ਮੈਨੂੰ ਲੱਗਦਾ ਨੁਸ਼ਕ ਪੈ ਗਿਆ ਸੀ, ਮੈਂ ਇੱਕ ਬੰਨਿਓ ਹਾਕਾਂ ਮਾਰੀਆਂ, ਇੱਧਰ ਆਉਂਦੀ ਨਹੀਂ ਸੀ। ਅੱਛਾ, ਸਭ ਤੋਂ ਪਹਿਲਾਂ ਦੱਸਿਓ ਬਈ ਆਨਲਾਈਨ ਜਿਹੜੀ ਆ ਆਪਾਂ ਸਰਵਿਸਿਜ਼ ਦੇਣ ਲੱਗੇ ਆ, ਉਹਦੇ ਨਾਲ ਤਜਰਬਾ ਕੀ ਹੈ? ਜਿਹੜੀ ਆਨਲਾਈਨ ਕੋਟੇਸ਼ਨ ਹੈ ਉਹਦਾ ਕਿੰਨਾ ਕੁ ਫਾਇਦਾ ਹੋਇਆ ਜਿਹੜਾ ਪਹਿਲਾਂ ਤੁਸੀਂ ਬੈਠ ਕੇ ਸਮਝਾਉਂਦੇ ਸੀ? ਹਾਂਜੀ, ਸਾਰਿਆਂ ਨੂੰ ਪਹਿਲਾਂ ਤਾਂ ਜੀ ਆਪਾਂ ਹਰੇਕ ਕਿਸੇ ਕੋਲੇ ਵੀ ਟਾਈਮ ਨਹੀਂ ਹੈਗਾ ਜੀ। ਸਾਰਿਆਂ ਦੀ ਜਿਹੜੀ ਦੌੜ ਆ ਕੰਮ ਕਾਜ ਦੀ, ਜਿਹੜਾ ਟਾਈਮ ਬਹੁਤ ਘੱਟ ਹੈ ਜੀ ਸਾਰਿਆਂ ਕੋਲੇ। ਉਹਦੇ ਨਾਲ ਹੁਣ ਆਨਲਾਈਨ ਨਾਲ ਇਹ ਹੋ ਗਿਆ ਵੀ ਹੁਣ ਹਰੇਕ ਦੇ ਕੋਲੇ ਸਮਾਰਟਫੋਨ ਹੈਗਾ ਜੀ। ਹੁਣ ਆ ਵੀ ਜਿਹੜਾ ਫੋਨ ਹੈ, ਜਦੇ ਬੰਦਾ ਆਪਦੀ ਵੈਬਸਾਈਟ ਆਪਣੀ ਥਿੰਕ ਇੰਸ਼ੋਰੈਂਸ ਤੇ ਜਾ ਕੇ ਜਦੇ ਆਪਦੀ ਇਨਫੋਰਮੇਸ਼ਨ ਪਾ ਕੇ, ਇੱਕ ਤਾਂ ਪਹਿਲਾਂ ਇਹ ਰਹਿੰਦਾ ਹੈ ਪਤਾ ਨਹੀਂ ਕਿੰਨੀ ਕੁ ਪ੍ਰਾਈਸ ਹੋਣੀ ਹੈ, ਕੀ ਹੋਊਗਾ, ਪਰ ਹੁਣ ਇੱਕ ਚੀਜ਼ ਹੈ ਵੀ ਪਹਿਲਾਂ ਇਨਫੋਰਮੇਸ਼ਨ ਆਪਾਂ ਸਰਚ ਕਰੀ ਜਾਂਦੇ, ਜੇ ਘਰ ਵੀ ਲੈਣਾ ਪਹਿਲਾਂ ਆਪਾਂ ਸਰਚ ਕਰੀ ਜਾਂਦੇ ਕਿ ਸਸਤਾ ਮਿਲ ਜਾਵੇ, ਜਾਂ ਫੋਨ ਪਲਾਨ ਵੀ ਲੈਣਾ ਕਿਤੇ ਹੋਰ ਸਸਤਾ ਮਿਲ ਜਾਵੇ। ਪਰ ਆਹ ਹੈ ਵੀ ਜਿਹੜੀ ਹੁਣ ਲਾਈਫ ਇੰਸ਼ੋਰੈਂਸ ਵਾਲੀ ਆਨਲਾਈਨ ਕਰਕੇ ਆਪਾਂ ਨੂੰ ਸਾਰਿਆਂ ਨੂੰ 100% ਇੱਕ ਗਰੰਟੀ ਹੋਊਗੀ, ਜਿਹੜੀ ਕੈਨੇਡਾ ਦੀਆਂ ਸਾਰੀਆਂ ਨਾਮੀ ਕੰਪਨੀਆਂ ਨੇ ਉੱਥੇ ਹੈਗੀਆਂ ਆਪਣੇ ਥਿੰਕ ਇੰਸ਼ੋਰੈਂਸ ਦੀ ਵੈਬਸਾਈਟ ਤੇ। ਜਦੇ ਆਪਦੀ ਏਜ ਪਾਉਂਦੇ ਨੇ, ਆਪਦਾ ਨਾਂ ਪਾਉਂਦੇ ਨੇ, ਜਦੇ ਇਨਫੋਰਮੇਸ਼ਨ ਇੰਸਟੈਂਟ ਆ ਜਾਂਦੀ ਹੈ। ਹੁਣ ਇਹ ਨਹੀਂ ਵੀ ਕੋਈ ਪਹਿਲਾਂ ਇਨਫੋਰਮੇਸ਼ਨ ਭੇਜਣਗੇ ਫਿਰ ਕੋਰਟ ਬੈਕ ਆਊਗਾ, ਜਦੇ ਹੀ ਲਾਈਵ ਕੋਰਟ ਨੇ ਆਪਦੇ ਹਿਸਾਬ ਨਾਲ ਉੱਥੇ ਕੋਰਟ ਲੈ ਸਕਦੇ ਨੇ। ਹੁਣ ਉਹਦੇ ਨਾਲ ਸਖਾਲਾ ਕਰਤਾ। ਹੁਣ ਇਦੋਂ ਵਧੀਆ ਹੁਣ ਕਿਸੇ ਨੇ ਇੰਸ਼ੋਰੈਂਸ ਲੈਣੀ ਕੋਈ ਓਲਾ ਨਹੀਂ ਰਹਿ ਗਿਆ, ਗਰੰਟਿਡ ਪ੍ਰਾਈਸ ਰਹਿ ਗਈ। ਲੋਕੀ ਰਾਤ ਨੂੰ 2-2, 2:30 ਵਜੇ ਵੀ ਪ੍ਰਾਈਸਾਂ ਚੈੱਕ ਕਰਦੇ, ਜਿਹੜੇ ਕੰਮ ਰਾਤ ਨੂੰ ਵੀ ਕਰਦੇ ਨੇ ਜੀ। ਵਧੀਆ ਲੱਗਦਾ। ਹੁਣ ਇੱਕ ਟੂਲ ਦੇਤਾ ਉਹਨਾਂ ਨੂੰ, ਇਹ ਵੀ ਹੁਣ ਕਿਤੋਂ ਵੀ ਇੰਸ਼ੋਰੈਂਸ ਲੈਣ,
पर अपने वालों ये हो गया भी एक उन्होंने प्राइस पता लग गई भी इदों सस्ती किते नहीं मिलनी, कितों भी लैणगे तो इदों महंगी ना लैण, क्योंकि आपकी सेविंग कर सकते हैं जी। ये ऑनलाइन का फायदा जी, आप जो ओला चक्या तो सारे इस चीज़ का फायदा चक रहे जी। अच्छा जी, जद लोग इंश्योरेंस खरीद लेंदे आ ਉਹਦੇ ਬਾਅਦ ਉਹਨਾਂ ਦਾ ਤਜਰਬਾ ਕੀ ਹੈ? ਜਿਵੇਂ ਪਹਿਲਾਂ ਨਾ ਨੁੱਕਰ ਵੀ ਚੱਲ ਕੀ ਕਰਨਾ ਹੈ, ਖਰਚੇ ਬਹੁਤ ਨੇ, ਔਖਾ ਬਹੁਤ ਹੈ, ਜਦ ਕਿਤੇ ਗੱਲ ਸਮਝ ਲੈਂਦੇ ਆ ਤੇ ਫਿਰ ਇੰਸ਼ੋਰੈਂਸ ਲੈ ਕੇ ਖੁਸ਼ ਹੋ ਜਾਂਦੇ ਆ, ਉਹ ਤਜਰਬਾ ਵੀ ਦੱਸੋ। ਹਾਂਜੀ ਬਿਲਕੁਲ ਜੀ, ਕਿਉਂਕਿ ਹੁਣ ਮੈਂ ਜਦ ਵੀ ਦੇਖਿਆ, ਜਦ ਤੁਹਾਨੂੰ ਚੀਜ਼ ਬਾਰੇ ਪਤਾ ਨਹੀਂ, ਠੀਕ ਹੈ ਜੀ, ਆਪਣਾ ਇੱਕ ਸੁਭਾਅ ਜੀ, ਹਾਂਜੀ ਇਹ ਚੀਜ਼ ਕਿੰਨੇ ਦੀ ਮਿਲ ਜੂਗੀ ਜਾਂ ਇਹ ਚੀਜ਼ ਕਿੰਨੇ ਦੀ ਆ, ਆਪਾਂ ਜਾਂ ਕਾਹਲੀ 'ਚ ਕੰਮ ਕੀਤੇ ਹੁੰਦੇ ਨੇ ਜਾਂ ਟਾਈਮ ਹੋ ਜਾਂਦਾ ਜਦ ਨੂੰ ਪਤਾ ਲੱਗਦਾ ਵੀ ਅੱਜ ਤੋਂ 20 ਸਾਲ 25 ਸਾਲ ਪਹਿਲਾਂ ਪਾਲਿਸੀ ਲਈ ਸੀ, 10 ਸਾਲ ਪਹਿਲਾਂ ਵੀ ਪਾਲਿਸੀ, ਕਿਉਂਕਿ ਉਹ ਭੁੱਲ ਜਾਂਦੇ, ਆਪਣੀ ਮੈਮਰੀ ਉਨੀ ਆ। ਉਦੋਂ ਬਾਅਦ ਪਤਾ ਨਹੀਂ ਰਹਿੰਦਾ ਵੀ ਜਾਂ ਸਾਨੂੰ ਵੀ ਜਿਹੜੇ ਟਰਮ ਵੀ ਹੁੰਦੀ, ਬੰਦਾ ਕਹਿੰਦਾ ਜੀ ਪੱਕੀ ਸੀ ਜਾਂ ਪੱਕੀ ਸੀ, ਬੰਦਾ ਕਹਿੰਦਾ ਟਰਮ ਆ। ਉਸ ਹਿਸਾਬ ਨਾਲ ਮੈਂ ਕਹਿੰਦਾ ਆਪਦੇ ਰਿਵਿਊ ਜ਼ਰੂਰ ਕਰਦੇ ਰਹੋ ਆਪਦੀ ਪਾਲਿਸੀ ਦਾ, ਕਿਉਂਕਿ ਹੁਣ ਮੈਨੂੰ ਬਹੁਤ ਫੋਨ ਆਉਂਦੇ ਲੋਕਾਂ ਦੇ ਜਿਹੜੇ ਵੀ ਸੋਚੀ ਜਾਂਦੇ, ਕਹਿੰਦੇ ਵੀ ਸਾਡੇ ਤਾਂ ਪੈਸੇ ਸਾਰੇ ਜੁੜ ਜਾਣਗੇ, ਹੁਣ ਨਹੀਂ ਜੁੜਦੇ, ਹੁਣ ਸਾਡੇ ਕੋਲ ਕੈਸ਼ ਨਹੀਂ ਹੈਗਾ ਜੀ, ਅਸੀਂ ਕਟਾਉਂਦੇ ਹਾਂ ਜੀ ਤਾਂ 50,000 ਸਾਡਾ ਚਲਾ ਗਿਆ, ਹੁਣ ਅਸੀਂ ਕਰਾਂਗੇ, ਜਾਂ ਕਿਸੇ ਦੇ ਕਿੰਨੇ ਪੈਸੇ ਚਲੇ ਗਏ। ਹੁਣ ਉਹ ਚੀਜ਼ਾਂ ਨਾਲ ਲੋਕੀ ਫਿਰ ਉਹ ਸੋਚਦੇ ਵੀ ਸਾਨੂੰ ਉਦੋਂ ਚੀਜ਼ ਦੱਸੀ ਨਹੀਂ ਗਈ ਸੀ, ਜਾਂ ਉਦੋਂ ਹੈ ਵੀ ਜਾਂ ਉਦੋਂ ਆਪਾਂ ਪੁੱਛ ਪੜਤਾਲ ਨਹੀਂ ਕੀਤੀ ਸੀ, ਵੀ ਆਪਾਂ ਜਿਹਦੇ ਆਪਾਂ ਜਿੱਦਾਂ ਦੱਸਿਆ ਗਿਆ ਉੱਦਾਂ ਚੀਜ਼ ਦੇ ਲਈ ਨਾ ਆਪਾਂ ਉਦੋਂ ਬਾਅਦ ਪੈਰਵਾਈ ਕੀਤੀ। ਮੈਂ ਹਮੇਸ਼ਾ ਹੀ ਕਹਿੰਦਾ ਵੀ ਜਦੋਂ ਵੀ ਚੀਜ਼ ਲਓ ਪਹਿਲਾਂ ਤਾਂ ਸਮਝੋ, ਟਾਈਮ ਕੱਢ ਕੇ, ਤੁਹਾਨੂੰ ਪਤਾ ਹੋਵੇ 101% ਇੱਕ ਫੋਟੋ ਖਿੱਚ ਕੇ ਆਪਦੇ ਫੋਨ 'ਚ ਜਦੋਂ ਮਰਜ਼ੀ ਤੁਹਾਨੂੰ ਦੇਖੋ, ਤੁਹਾਨੂੰ ਪਤਾ ਲੱਗ ਜਾਵੇ, ਇੱਕ ਛੋਟੀ ਜਿਹੀ ਸਨੈਪਸ਼ਾਟ ਪਾ ਲਓ ਵੀ ਆਹ ਮੇਰੀ ਆਪਸ਼ਨ ਆ, ਇੱਦਾਂ ਦੀ ਮੈਂ ਇੰਸ਼ੋਰੈਂਸ ਲਈ ਹੋਈ ਹੈ, ਇੰਨੀ ਮੇਰੀ ਕਿਸ਼ਤ ਆ, ਮੋਟੇ 2-4 ਅੱਖਰ ਲਿਖੇ ਹੋਣ, ਜਦੋਂ ਮਰਜ਼ੀ ਤੁਸੀਂ ਦੇਖ ਸਕਦੇ ਹੋ, ਕਿਉਂਕਿ ਨਹੀਂ ਤਾਂ ਪੇਪਰ ਜਿਹੜਾ ਨੱਪਿਆ ਗਿਆ ਉਹ ਤਾਂ ਨਿਕਲਣਾ ਹੀ ਨਹੀਂ ਕਦੀ। ਉਦੋਂ ਬਾਅਦ ਹੈ ਵੀ ਜਿਹੜਾ ਹੁਣ ਅੱਜ ਤੋਂ 7-8 ਸਾਲ ਪਹਿਲਾਂ ਜਦੋਂ ਪਰਿਵਾਰ 'ਚ ਬੱਚੇ ਨਹੀਂ ਸੀ, ਬੱਚੇ ਐਡ ਹੋ ਗਏ, ਆਪਦੀਆਂ ਪਾਲਿਸੀਆਂ ਦੇ ਵਿੱਚ ਬੱਚੇ ਐਡ ਕਰਾਓ ਜੀ, ਕਿਉਂਕਿ ਰਿਵਿਊ ਜਿਹੜਾ ਬਹੁਤ ਜ਼ਰੂਰੀ ਹੈ। ਜੇ ਨਹੀਂ ਕੋਈ ਤੁਹਾਡੇ ਐਡਵਾਈਜ਼ਰ ਹੈਗਾ, ਤੁਸੀਂ ਨਵਾਂ ਐਡਵਾਈਜ਼ਰ ਵੀ ਚੂਜ਼ ਕਰ ਸਕਦੇ ਹੋ, ਤੁਹਾਡੇ ਵਾਸਤੇ ਉਹੀ ਪਾਲਿਸੀ ਉੱਦਾਂ ਹੀ ਚੱਲਦੀ ਰਹੂਗੀ, ਜਾਂ ਤੁਹਾਡੇ ਵਾਸਤੇ ਕੋਈ ਚੇਂਜ ਕਰਨਾ ਬੈਂਕ ਦੀ ਇਨਫੋਰਮੇਸ਼ਨ, ਐਡਰੈਸ ਤੁਹਾਡਾ ਜਿਹੜਾ ਹੈਗਾ ਇਹ ਨਾ ਹੋਵੇ ਮੇਲ ਤੁਹਾਡੀ ਪਰਸਨਲ ਕਿਤੇ ਪੁਰਾਣੇ ਐਡਰੈਸ 'ਤੇ ਜਾ ਰਹੀ, ਉਹ ਵੀ ਬਹੁਤ ਜ਼ਰੂਰੀ ਹੈ। ਕਿਉਂਕਿ ਇਹ ਚੀਜ਼ਾਂ ਜਿਹੜੀਆਂ ਪਾਲਿਸੀ ਲਈਆਂ ਹੋਈਆਂ ਨੇ ਉਦੋਂ ਬਾਅਦ ਟਾਈਮ ਤੋਂ ਬਾਅਦ ਰਿਵਿਊ ਨਹੀਂ ਕਰਦੇ, ਫਿਰ ਆਪਾਂ ਨੂੰ ਲੱਗਦਾ ਵੀ ਸ਼ਾਇਦ ਸਾਨੂੰ ਦੱਸਿਆ ਗਲਤ ਸੀਗਾ। ਫਿਰ ਜਦੋਂ ਬਹੁਤ ਸ਼ਿਕਾਇਤਾਂ ਸਾਡੇ ਕੋਲ ਆਉਂਦੀਆਂ, ਮੇਰੇ ਕੋਲ ਹੁਣ ਮੈਂ ਤਾਂ ਹੁਣ ਸ਼ਿਕਾਇਤਾਂ ਹੈਂਡਲ ਨਹੀਂ ਕਰ ਸਕਦਾ, ਕਿਉਂਕਿ ਮੈਂ ਤਾਂ ਉਹ ਕਿਸੇ ਹੋਰ ਕੰਪਨੀਆਂ ਨਾਲ ਡੀਲ ਕੀਤਾ ਹੋਇਆ। ਉਦੋਂ ਬਾਅਦ ਆ ਗਈ ਨੈਕਸਟ ਜਿਹੜੀ ਹੁਣ ਤੋਂ ਇਹ ਚੀਜ਼ ਸਮਝ ਕੇ ਲਈ ਹੋਈ ਹੈ, ਜਦੋਂ ਚੀਜ਼ ਵਰਤਦੇ ਲੋਕੀ ਬਹੁਤ ਖੁਸ਼ ਹੁੰਦੇ। ਡਿਸੇਬਿਲਿਟੀ ਦੇ ਤੁਸੀਂ ਦੇਖਦੇ ਹੋ ਜਦੋਂ ਕਲੇਮ ਹੈ, ਜਦੋਂ ਆਉਂਦੇ ਕਿਸੇ ਨੂੰ ਪੈਸੇ ਆਉਂਦੇ ਨੇ ਘਰੇ, ਆਪ ਨੂੰ ਬੰਦੇ ਨੂੰ ਵਧੀਆ ਲੱਗਦਾ। ਤੇ ਹੁਣ ਇਹ ਵੀ ਜਦੋਂ ਉਹ ਚੀਜ਼ਾਂ ਵਰਤਦੇ ਨੇ ਤੇ ਆਪ ਨੂੰ ਵੀ ਖੁਸ਼ੀ ਹੁੰਦੀ ਹੈ। ਇਸ ਕਰਕੇ ਵੀ ਜਿਹੜੀਆਂ ਇੰਸ਼ੋਰੈਂਸ ਕੋਈ ਵੀ ਚੀਜ਼ ਹੈ ਜ਼ਰੂਰ ਉਸ ਤੇ ਰਿਵਿਊ ਕਰਦੇ ਰਹੋ, ਉਸ ਤੇ ਪਹਿਰਾ ਦਿੰਦੇ ਰਹੋ, ਪਤਾ ਲੱਗਦਾ ਰਹੇ ਚੀਜ਼ ਕਿੱਦਾਂ ਆ। ਇੱਕ ਮਿੱਥ ਹੁੰਦਾ ਰੇਟ ਬਹੁਤ ਹੈ, ਉਹ ਆਪਾਂ ਹੁਣ ਉਹਲਾ ਹੀ ਚੱਕਤਾ ਸਾਹਮਣੇ, ਜਦੋਂ ਦੇਖ ਸਕਦੇ ਹੋ ਤੁਸੀਂ ਰੇਟ ਕੀ ਹੈਗਾ। ਨਾਲੇ ਆਪਦੀ ਜਿੰਨੀ ਵੀ ਕਿਸ਼ਤ ਹੈ ਤੁਹਾਡੇ ਹਿਸਾਬ ਨਾਲ ਹੋਵੇ, ਤੁਹਾਡੇ ਜਿੰਨੇ ਵੀ ਆਪਦੀ ਬੁੱਕਲ 'ਚ ਕਿਸ਼ਤ ਹੋਵੇ, ਇਹ ਨਾ ਹੋਵੇ ਆਪਾਂ ਨੰਬਰ ਦੇ ਕੇ ਚੀਜ਼ ਲਈਏ, ਫਿਰ ਕੰਮ ਔਖਾ ਹੀ ਹੁੰਦਾ ਜੀ। ਠੀਕ ਹੈ ਜੀ। ਤੇ ਅਗਲੀ ਗੱਲ, ਟਰੈਵਲ ਇੰਸ਼ੋਰੈਂਸ ਆ ਜਿਹੜਾ ਉਹ COVID-19 ਨੂੰ, ਇਹ ਤਾਂ ਹੁਣ ਸਾਡੇ ਨਾਲ ਹੀ ਰਹਿਣਾ ਹੈ, ਰਜਾਈ ਹੈ ਇਹ, ਆਪਾਂ ਰਜਾਈ ਛੱਡੀਏ ਤਾਂ ਵੀ ਨਹੀਂ ਛੱਡ ਹੋਣੀ। ਉਹਦਾ ਹੁਣ ਇਹ ਦੱਸਿਓ ਕਿ COVID-19 ਦੀ ਕੋਈ ਖਾਸ ਕਲੌਜ਼ ਪਾਉਣੀ ਪੈਣੀ ਹੈ ਟਰੈਵਲ ਇੰਸ਼ੋਰੈਂਸ ਬਾਰੇ? ਹਾਂਜੀ ਬਾਈ ਜੀ, ਲਾਈਫ ਇੰਸ਼ੋਰੈਂਸ 'ਚ ਕੰਪਨੀਆਂ ਪੁੱਛਣ ਲੱਗ ਗਈਆਂ ਜੀ ਹੁਣ ਵੀ। ਹਾਲੇ ਤਾਂ ਉਹਨਾਂ ਨੇ ਵੀ ਕੋਵਿਡ ਯੈਸ ਨੋ ਹੀ ਹੈ ਜੀ, ਜੇ ਤੁਸੀਂ ਹੋਇਆ ਐਕਸਪੋਜ਼ ਹੋਇਆ ਨੋਰਮਲ ਕੁਐਸਚਨ ਹੈ। ਆਉਣ ਵਾਲੇ ਟਾਈਮ 'ਚ ਲਾਈਫ ਇੰਸ਼ੋਰੈਂਸ ਵੀ ਮੈਨੂੰ ਲੱਗਦਾ ਵੀ ਜੇ ਹੋਇਆ ਸੀ ਤਾਂ ਸ਼ਾਇਦ ਰੇਟ ਵਧਾ ਦੇਣ, ਕੁਝ ਨਾ ਕੁਝ ਦੇਖੋ ਉਹਨਾਂ ਨੂੰ ਕਰਨਾ ਹੀ ਪੈਣਾ ਕੁਝ ਨਾ ਕੁਝ। ਹੁਣ ਇਹ ਵੀ ਇਹ ਤਾਂ ਆਪਣੀ ਲਾਈਫ ਸਟਾਈਲ ਦੇ ਆਪਣੇ ਉਸ 'ਚ ਹੀ ਆ ਗਿਆ। ਨਾਲ ਦੀ ਨਾਲ ਹੀ ਜੇ ਆਪਾਂ ਕਹਿੰਦੇ ਹਾਂ, ਉਦੋਂ ਜੇ ਆਪਾਂ ਗੱਲਬਾਤ ਕਰਦੇ ਹਾਂ ਜਿਹੜੇ ਟਰੈਵਲ ਇੰਸ਼ੋਰੈਂਸ ਦੀ, ਕੋਵਿਡ ਬਿਲਕੁਲ ਉਹਦੇ 'ਚ ਕਵਰ ਹੈਗਾ ਜੀ। ਕੋਈ ਵੀ ਆਪਣੇ ਜੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਆ ਰਹੇ ਨੇ ਜਾਂ ਇੱਥੇ ਐਕਸਟੈਂਸ਼ਨ ਕਰਨੀ ਆ ਉਹਨਾਂ ਨੇ, ਉਹ ਆਪਦੀ ਉਹਨਾਂ ਦੀ ਕੋਵਿਡ ਦੀ ਕਵਰੇਜ ਹੋਊਗੀ। ਪਹਿਲੀ ਗੱਲ ਤਾਂ ਆਪਣਾ ਸੁਪਰਵੀਜ਼ਾ ਹੁਣ ਲੋਕੀ ਲੈਣੇ ਸ਼ੁਰੂ ਕਰਤੇ। ਟਰੈਵਲ ਹੁਣ ਪਤਾ ਵੀ ਤਰੀਕਾਂ ਖੁੱਲ੍ਹ ਜਾਣੀਆਂ, ਉਸ ਹਿਸਾਬ ਨਾਲ ਅਕਤੂਬਰ ਦੀਆਂ ਪਾ ਕੇ ਸਤੰਬਰ ਦੀਆਂ ਪਾ ਕੇ ਤੁਸੀਂ ਪਾਲਿਸੀ ਉਦੋਂ ਹੀ ਸ਼ੁਰੂ ਹੋਊਗੀ। ਤੁਸੀਂ ਪਹਿਲਾਂ ਵੀ ਲੈ ਸਕਦੇ ਹੋ ਜਦੋਂ ਉਹਨਾਂ ਦਾ ਵੀਜ਼ਾ ਲੱਗ ਗਿਆ, ਜਦੋਂ ਆਉਣਾ ਸ਼ੁਰੂ ਹੋ ਹੋਣੀ। ਨਾਲ ਦੀ ਨਾਲ ਜਿਹੜੇ ਹੁਣ ਅਸੈਂਸ਼ੀਅਲ ਵਰਕਰ ਨੇ, ਟਰੱਕਰ US ਨੂੰ ਜਾਂਦੇ ਨੇ, ਉੱਦਾਂ ਤਾਂ ਸਾਲ ਦੀਆਂ ਜਿਹੜੀਆਂ ਰੈਗੂਲਰ ਪਾਲਿਸੀਆਂ ਹੈਗੀਆਂ ਟਰੈਵਲ ਪਾਲਿਸੀਆਂ ਉਹ ਤਾਂ ਸਸਤੀਆਂ ਨੇ, ਪਰ ਜਿਹੜੀਆਂ ਸਸਤੀਆਂ ਆਈਆਂ ਨੇ ਉਹ ਕਵਰ ਨਹੀਂ ਕਰ ਰਹੀਆਂ ਜੀ। ਹੁਣ ਇੱਕੋ ਹੀ ਕੰਪਨੀ ਹੈ ਜਿਹੜੀ ਹੁਣ ਇਸ ਟਾਈਮ ਕਵਰ ਕਰ ਰਹੀ ਹੈ। ਜਿਹੜੀ ਵੀ ਆਪਾਂ ਟਰੈਵਲ ਕਰਦੇ ਹਾਂ US ਨੂੰ, ਉਹ ਆਪਣੀ ਕਵਰੇਜ ਹੋ ਸਕਦੀ ਹੈ ਜਿੱਥੇ ਕੋਵਿਡ ਵੀ ਕਵਰ ਕਰਨਗੇ। ਹੁਣ ਕਿਸੇ ਨੇ ਕੋਵਿਡ ਕਵਰ ਕਰਾਉਣਾ US ਨੂੰ ਜਾਂਦਾ, ਉਹ ਵੀ ਹੁਣ ਕਵਰੇਜ ਹੈਗੀ ਹੈ ਜੀ।
ਉੱਦਾਂ ਜੇ ਆਪਾਂ ਸਿਰਫ ਅਸੈਂਸ਼ੀਅਲ ਕੰਮ ਵਾਸਤੇ, ਟਰੈਵਲ ਵਾਸਤੇ ਨਹੀਂ ਹੈਗੀ, ਜੇ ਟਰੈਵਲ ਕਰਦੇ ਉਹਨਾਂ ਦੀ ਕਵਰੇਜ ਨਹੀਂ ਹੋਣੀ। ਅਸੈਂਸ਼ੀਅਲ ਵਰਕਰ ਜਿਹੜੇ US ਨੂੰ ਜਾਂਦੇ ਨੇ ਹਾਲੇ ਵੀ ਆਪਦੀ ਉਹ ਕੋਵਿਡ ਦੀ ਕਵਰੇਜ ਲੈ ਸਕਦੇ ਆ ਜੀ। ਅੱਛਾ, ਜਿਹੜੀ ਕ੍ਰਿਟੀਕਲ ਇੰਸ਼ੋਰੈਂਸ ਹੈ, ਡਿਸੇਬਿਲਿਟੀ ਇੰਸ਼ੋਰੈਂਸ ਹੈ ਜਿਹੜੀ, ਉਹਦੇ ਵਿੱਚ ਕ੍ਰਿਟੀਕਲ ਇੰਸ਼ੋਰੈਂਸ ਮਤਲਬ ਉਹਦੇ 'ਚ ਮਨੀ ਬੈਕ ਵੀ ਆ ਜਾਂਦੀ ਹੈ ਜੀ? ਹਾਂਜੀ ਬਿਲਕੁਲ ਜੀ। ਜਿਹੜੀਆਂ ਕ੍ਰਿਟੀਕਲ ਇਲਨੈਸ ਪਹਿਲਾਂ ਜਿਹੜੀ ਹੈ ਕੀ ਚੀਜ਼ ਹੈ ਜੀ, ਇਹ ਹੈ ਵੀ ਜੇ ਕੋਈ ਵੱਡੀ ਬਿਮਾਰੀ ਲੱਗ ਜਾਂਦੀ ਹੈ ਕੰਪਨੀਆਂ ਲੰਮਸਮ ਪੈਸੇ ਪੇ ਕਰ ਦਿੰਦੀਆਂ ਜੀ। ਇਹ ਹੈ ਵੀ ਜੇ ਬੰਦਾ ਘਰੇ ਬੈਠਾ ਸਾਲ 2 ਸਾਲ ਤੇ ਐਟਲੀਸਟ ਕੋਈ ਹਾਰਟ ਅਟੈਕ, ਕੋਈ ਵੱਡੀ ਬਿਮਾਰੀ, ਕੋਈ ਵੀ ਕੈਂਸਰ, ਸਟ੍ਰੋਕ, ਕਿਡਨੀ ਫੇਲਿਅਰ ਕੁਛ ਵੀ ਹੋ ਜਾਂਦਾ, ਉਹਦੇ 'ਚ ਲੰਮਸਮ ਪੈਸੇ ਦੇ ਦਿੰਦੇ ਨੇ। ਦੂਜੀ ਆਪਸ਼ਨ ਹੈ ਵੀ ਆਪਾਂ ਹਰੇਕ ਆਪਣੇ ਵੀ ਸੇਵਿੰਗ ਵੀ ਕਰਨੀ ਚਾਹੁੰਦੇ ਹਾਂ ਨਾਲ ਦੀ ਨਾਲ, ਹੀ ਨਹੀਂ ਕੁਛ ਹੁੰਦਾ ਤੇ ਅਸੀਂ ਸਾਰੇ ਆਪਣੀ ਜਿਹੜੀ ਕਵਰੇਜ ਹੈ ਤੁਸੀਂ ਆਪਣੇ ਜਿਹੜੇ ਨੇ ਉਹ 100% ਪੈਸੇ ਵਾਪਸ ਲੈ ਸਕਦੇ ਹੋ। ਜੇ ਨਹੀਂ ਕੁਛ ਹੁੰਦਾ ਤਾਂ ਇਹ ਹੈ ਵੀ ਜੇ ਹੁਣ ਇਹ ਵੀ ਆਪਸ਼ਨ ਹੈ, ਜੇ ਆਪਾਂ ਚਾਹੁੰਦੇ ਕੁਛ ਨਾ ਹੋਵੇ, ਜੇ ਨਹੀਂ ਕੁਛ ਹੁੰਦਾ ਆਪਣੇ 100% ਪੈਸੇ ਆਪਣੇ ਕੋਲੇ ਵਾਪਸ ਕ੍ਰਿਟੀਕਲ ਇਲਨੈਸ ਲੈ ਸਕਦੇ ਹਾਂ ਜੀ। ਬਿਲਕੁਲ ਆਪਸ਼ਨ ਹੈਗੀ। ਅੱਛਾ, ਡਿਸੇਬਿਲਿਟੀ ਇੰਸ਼ੋਰੈਂਸ ਬਾਰੇ ਵੀ ਮਾੜਾ ਜਿਹਾ ਦੱਸ ਦਿਓ ਕਿ ਡਿਸੇਬਿਲਿਟੀ ਇੰਸ਼ੋਰੈਂਸ ਹੈ ਜਿਹੜੀ ਉਹ ਘੱਟ ਪੈਸਿਆਂ ਦੇ ਨਾਲ ਵਧੀਆ ਕਵਰੇਜ ਹੋ ਜਾਂਦੀ ਹੈ, ਉਹਦੇ ਬਾਰੇ ਵੀ ਦੱਸ ਦਿਓ। ਹਾਂਜੀ ਬਿਲਕੁਲ। ਪੈਸੇ ਜੇ ਘੱਟ ਪਾਵਾਂਗੇ ਤਾਂ ਉੱਦਾਂ ਦੇ ਜਿੱਦਾਂ ਦੇ ਪੈਸੇ ਪਾਵਾਂਗੇ ਉੱਦਾਂ ਦੀ ਕਵਰੇਜ ਹੋਊਗੀ ਜੀ, ਕਿਉਂਕਿ ਇਹ ਵੀ ਜੇ ਜਿੰਨੀ ਅਮਾਊਂਟ ਆਪਣੀ ਇਨਕਮ ਹਿਸਾਬ ਨਾਲ ਜੀ, ਡਿਸੇਬਿਲਿਟੀ ਦੇ ਕੰਮ ਦੇ ਹਿਸਾਬ ਨਾਲ, ਵੀ ਇਹ ਨਹੀਂ ਵੀ ਆਪਾਂ ਕੌਣ 2000 ਲਵਾਂਗੇ ਉਦੋਂ ਬਾਅਦ ਕੋਲੇ ਆਕੂਪੇਸ਼ਨ ਸਾਡਾ ਕੀ ਹੈ, ਆਕੂਪੇਸ਼ਨ ਦੇ ਹਿਸਾਬ ਨਾਲ ਰੇਟ ਲੱਗੂਗਾ ਜੀ। ਰੇਟ ਦੇ ਹਿਸਾਬ ਨਾਲ ਹੀ ਜਿੰਨੀ ਕਿਸ਼ਤ ਨਹੀਂ ਜਾਊਗੀ ਉਦੋਂ ਬਾਅਦ ਇਹ ਚੂਜ਼ ਕਰ ਸਕਦੇ ਹਾਂ ਪੈਸੇ ਕਿੰਨਾ ਚਿਰ ਮਿਲਣਾ, 2 ਸਾਲ ਮਿਲਣਾ, ਮਹੀਨੇ ਮਿਲਣਾ, 5 ਸਾਲ ਮਿਲਣਾ, 65 ਸਾਲ ਤੱਕ ਮਿਲਣਾ, 70 ਸਾਲ ਤੱਕ ਮਿਲਣਾ। ਉਹ ਹੈ ਵੀ ਅਸੀਂ ਆਪਦੇ ਹਿਸਾਬ ਨਾਲ ਆਪਸ਼ਨਾਂ ਚੂਜ਼ ਕਰ ਸਕਦੇ ਹਾਂ ਵੀ ਡਿਸੇਬਿਲਿਟੀ ਇੱਕ ਤਾਂ ਅਮਾਊਂਟ ਕਿੰਨੇ ਦੀ ਹੋਵੇ, ਉਦੋਂ ਬਾਅਦ ਸਾਨੂੰ ਪੈਸੇ ਕਿੰਨਾ ਚਿਰ ਮਿਲਣ। ਇੱਕ ਤਾਂ ਇਕੱਲੀ ਸੱਟ ਦੀ ਹੈ ਜੀ, ਉਹਦੇ ਵਿੱਚ ਸਿਕਨੈਸ ਵੀ ਐਡ ਕਰ ਸਕਦੇ ਹਾਂ। ਸਿਕਨੈਸ ਇਹ ਹੈ ਵੀ ਸਾਨੂੰ ਪਤਾ ਲੱਗ ਗਿਆ ਵੀ ਜਿਹੜੀ ਸਿਕਨੈਸ ਹੈਗੀ ਹੈ ਉਹ ਜਿਸ ਕੋਈ ਸਿਕਨੈਸ ਹੋ ਜਾਂਦੀ ਹੈ, ਜੇ ਅਸੀਂ ਘਰੇ ਰਹਿੰਦੇ ਹਾਂ ਤੇ ਉਹ ਸਿਕਨੈਸ ਉਹਨਾਂ ਚਿਰ ਸਾਰੇ ਅਮਾਊਂਟ ਦੇ ਸਾਨੂੰ ਪੈਸੇ ਮਿਲੀ ਜਾਂਦੇ ਨੇ ਜਿੰਨਾ ਚਿਰ ਅਸੀਂ ਆਫ ਰਹਿੰਦੇ ਹਾਂ ਕੰਮ ਤੋਂ। ਤੇ ਉਹ ਹੈ ਵੀ ਡਿਸੇਬਿਲਿਟੀ ਇਕੱਲੀ ਸੱਟ ਵੀ ਕਰ ਸਕਦੇ ਹਾਂ ਅਸੀਂ, ਨਾਲ ਦੀ ਨਾਲ ਹੀ ਜੇ ਆਪਣੀ ਸਿਕਨੈਸ ਹੈ ਸਿਕਨੈਸ ਵੀ ਕਰ ਸਕਦੇ ਹਾਂ। ਤੇ ਇੱਕ ਜਿਹੜੇ ਡਿਵੀਡੈਂਡ ਨੇ ਉਹ ਵੀ ਇਹਨਾਂ 'ਚ ਮਿਲਦਾ। ਇਹ ਸ਼ਬਦ ਬੜੇ ਵਧੀਆ ਲੱਗਦੇ, ਜਿੱਥੇ ਪੈਸਾ ਮੁੜਦਾ ਨਾ ਉਹ ਬਹੁਤ ਵਧੀਆ ਲੱਗਦਾ। ਇਹ ਜਿਹੜਾ ਡਿਵੀਡੈਂਡ ਜਿਹੜੇ ਨੇ, ਡਿਵੀਡੈਂਡ ਪੇਇੰਗ ਪਾਲਿਸੀਜ਼ ਵੀ ਹੈਗੀਆਂ, ਉਹ ਵੀ ਦੱਸਿਓ ਭਾਈ ਜੀ। ਹਾਂਜੀ ਬਿਲਕੁਲ ਜੀ। ਜਿਹੜੀਆਂ ਪਰਮਾਨੈਂਟ 2 ਜਾਂ 3 ਤਰੀਕੇ ਦੀਆਂ ਪਾਲਿਸੀਆਂ ਆਉਂਦੀਆਂ ਜੀ। ਇੱਕ ਤਾਂ ਆਪਾਂ ਕਹਿੰਦੇ ਹੋਲ ਲਾਈਫ ਨੋਨ ਡਿਵੀਡੈਂਡ ਪੇਇੰਗ, ਉਹ ਹੈ ਉਹਦਾ ਮਤਲਬ ਇਹ ਹੈ ਵੀ ਨੋਨ ਡਿਵੀਡੈਂਡ ਪੇਇੰਗ ਜੀ। ਅੱਜ $1,00,000 ਦੀ ਇੰਸ਼ੋਰੈਂਸ ਲਈ ਆਪਾਂ ਸਾਰੀ ਉਮਰ ਲੱਖ ਦੀ ਵੀ ਰਹਿਣੀ। ਉਹਦੇ ਵਿੱਚ ਜਿਹੜਾ ਪੈਸੇ ਦੀ ਭਾਵੇਂ 20 ਸਾਲ ਦੇਣੇ, 10 ਸਾਲ, ਡਿਪੈਂਡ ਕਰਦਾ ਤੁਸੀਂ ਕਿੱਦਾਂ ਦੀ ਆਪਸ਼ਨ ਚੂਜ਼ ਕੀਤੀ ਹੋਈ ਹੈ। ਕਈ ਪਾਲਿਸੀਆਂ ਤੇ ਇੱਦਾਂ ਤੁਸੀਂ 5 ਸਾਲਾਂ 'ਚ ਵੀ ਪੇ ਕਰ ਸਕਦੇ ਹੋ, ਪਰ ਸਾਡੇ ਕੋਲ ਆਪਸ਼ਨ ਹੈਗੀ ਜਿਹੜੀ ਡਿਵੀਡੈਂਡ ਪੇਇੰਗ ਪਾਲਿਸੀਆਂ, ਉਹ ਉਨੀ ਹੀ ਇੰਸ਼ੋਰੈਂਸ ਰਹਿਣੀ ਹੈ ਸਾਰੀ ਉਮਰ। ਜਿਹੜੀ ਨੋਨ ਡਿਵੀਡੈਂਡ, ਜਿਹੜੀ ਡਿਵੀਡੈਂਡ ਪੇਇੰਗ ਹੈ ਉਹ ਜੇ $1,00,000 ਦੀ ਲਈ ਹੈ, ਜਿੱਦਾਂ ਇਹਦਾ ਕੈਸ਼ ਵਧੀ ਜਾਂਦਾ ਉਹਦੇ 'ਚ ਕਵਰੇਜ ਵੀ ਵਧੀ ਜਾਂਦੀ ਹੈ। ਜੇ ਐਗਜ਼ਾਮਪਲ ਕਿਸੇ ਨੇ ਹੁਣ ਲੱਖ ਤੋਂ ਲਈ, ਅੱਜ ਤੋਂ 20 ਸਾਲਾਂ ਬਾਅਦ ਜੇ ਪਾਲਿਸੀ ਪੇ ਆਫ ਹੋ ਗਈ ਪਰ ਜਿਹੜਾ ਵਿੱਚ ਕੈਸ਼ ਸੀ ਉਹ ਵੀ ਵੱਧ ਗਿਆ, ਪਲੱਸ ਤੁਹਾਡੀ ਕਵਰੇਜ ਸੀ ਉਹ ਵੀ ਵੱਧ ਗਈ ਜੀ। ਹੁਣ ਇਹਦੇ 'ਚ ਇਹ ਹੈ ਵੀ ਤੀਜੀ ਆ ਜਾਂਦੀ ਯੂਨੀਵਰਸਲ, ਉਹਦੇ 'ਚ ਇਹ ਵੀ ਤੁਸੀਂ ਈਅਰਲੀ ਰਿਨਿਊਅਲ ਟਰਮ ਵੀ ਲੈ ਸਕਦੇ ਹੋ, ਸਾਰਿਆਂ ਨੂੰ ਸਸਤੀ ਹੈ। ਜੇ ਲੈਵਲ ਲੈਂਦੇ ਹੋ ਉਹਦੇ 'ਚ ਪਤਾ ਵੀ ਗਰੰਟੀ ਪੈਸੇ ਦੇਣੇ ਨੇ, ਪਰ ਉਹ ਵੀ ਤੁਹਾਡੇ ਕੋਲ ਪ੍ਰੀਮੀਅਮ ਲੈਵਲ ਰਹੂ, ਉਹਦੇ 'ਚ ਡਿਵੀਡੈਂਡ ਨਹੀਂ ਮਿਲਦੇ ਜੀ। ਹੁਣ ਹੈ ਵੀ ਜੇ ਤੁਸੀਂ ਡਿਵੀਡੈਂਡ ਵਾਲੀਆਂ ਪਾਲਿਸੀਆਂ ਤਾਂ ਜ਼ਿਆਦੀਆਂ ਮਸ਼ਹੂਰ ਹੈ, ਇਹ 170 ਸਾਲਾਂ ਤੋਂ ਜਾਂ ਕੰਪਨੀਆਂ ਡਿਵੀਡੈਂਡ ਵਾਲੀਆਂ ਪਾਲਿਸੀ ਵੇਚੀਆਂ, ਕਿਉਂਕਿ ਉਹਦੇ 'ਚ ਗਰੰਟੀ ਵੀ ਹੈਗੀ ਆ ਤੇ ਨਾਲ ਦੀ ਨਾਲ ਜੇ ਹੈ ਵੀ ਤੁਹਾਨੂੰ ਹਰੇਕ ਬੰਦਾ ਗਰੰਟੀ ਲਾਈਕ ਕਰਦਾ। ਪਰ ਜਿਹੜੀਆਂ ਡਿਵੀਡੈਂਡ ਵਾਲੀਆਂ ਪਾਲਿਸੀਆਂ ਹਮੇਸ਼ਾ ਕਹਿੰਦਾ ਜਿਹੜੀ ਉਹ ਕੰਪਨੀ ਤੋਂ ਪਾਲਿਸੀ ਲਗਾਓ, ਤੁਹਾਨੂੰ ਪਤਾ ਵੀ ਡਿਵੀਡੈਂਡ ਰੇਟ ਜਿਹੜਾ ਸੋਲਿਡ ਹੋਵੇ ਉਹਦਾ, ਕਿਉਂਕਿ ਜਿਹੜੀਆਂ ਕੰਪਨੀਆਂ ਹੁਣ 100 170 ਸਾਲਾਂ ਤੋਂ ਡਿਵੀਡੈਂਡ ਪੇ ਕਰ ਰਹੀਆਂ ਉਹਨਾਂ ਨਾਲ ਨਵੀਆਂ ਕੰਪਨੀਆਂ ਆ ਕੇ ਨਹੀਂ ਰਲ ਸਕਦੀਆਂ, ਕਿਉਂਕਿ ਉਹਨਾਂ ਨੂੰ ਟਾਈਮ ਲੱਗੂਗਾ। ਹੁਣ ਹੈ ਵੀ ਕਈ ਮੈਂ ਜਿਹੜੀਆਂ ਪਿਛਲੇ 2 ਸਾਲ ਪਹਿਲਾਂ ਹੋ ਗਈ ਡੇਡ ਨੇ ਸ਼ੁਰੂ ਕੀਤਾ ਸੀਗਾ ਜੀ ਡਿਵੀਡੈਂਡ, ਕਿਉਂਕਿ ਦੇਖਦੇ ਬਾਕੀ ਸਾਰੀਆਂ ਕੰਪਨੀਆਂ ਜੋ ਡਿਵੀਡੈਂਡ ਵਾਲੀਆਂ ਵੇਚ ਰਹੀਆਂ, ਜਿਹੜੀ ਕੰਪਨੀਆਂ ਨਹੀਂ ਵੇਚਦੀਆਂ ਉਹ ਕਹਿੰਦੀਆਂ ਵੀ ਅਸੀਂ ਪਿੱਛੇ ਰਹਿ ਗਏ ਸੀਗੇ। ਹੁਣ ਹੈ ਵੀ ਉਹ ਕੰਪਨੀਆਂ ਟਰਾਈ ਕਰਨਾ ਚਾਹੁੰਦੀਆਂ ਵੀ ਅਸੀਂ ਵੀ ਪਿੱਛੇ ਰਹਿ ਕੇ ਕੁਛ ਨਾ ਕੁਛ ਕਰੀਏ। ਹੁਣ ਉਸ ਤੋਂ ਬਾਅਦ ਆਈ ਹੈ ਇੰਡਸਟਰੀਅਲ ਅਲਾਇੰਸ ਕੰਪਨੀ ਜੀ, ਉਹਨਾਂ ਨੇ ਸ਼ੁਰੂ ਕੀਤਾ ਜੀ, ਉਹਨਾਂ ਦੇ ਨਾਲ ਬੋਨਸ ਵੀ ਦੇ ਰਹੇ ਨੇ 1/4%
ਸਾਰੀ ਉਮਰ ਦੇ ਪਾਲਿਸੀ ਦਊ। ਪਰ ਉਹ ਹੈ ਵੀ ਆਪਾਂ ਦੂਜੀਆਂ ਹੋਰ ਆਪਸ਼ਨਾਂ ਦੇਖਦੇ ਹਾਂ ਮਾਰਕੀਟ ਦੇ ਵਿੱਚ, ਸਨ ਲਾਈਫ ਹੋਈ ਜਾਂ ਮੈਨੂਅਲਾਈਫ ਹੋਈ ਜਾਂ ਕੈਨੇਡਾ ਲਾਈਫ ਹੋਈ, ਉਦੋਂ ਬਗੈਰ ਹੀ ਉਹਨਾਂ ਦਾ ਕੈਸ਼ ਉਹਨਾਂ ਨਾਲ ਵੱਧ ਵੈਲਿਊ ਹੋ ਸਕਦੀ ਹੈ। ਅਤੇ ਇਸ ਕਰਕੇ ਜਦੋਂ ਵੀ ਤੁਸੀਂ ਚੀਜ਼ ਲੈਣੀ ਹੈ ਡਿਵੀਡੈਂਡ ਪੇਇੰਗ ਪਾਲਿਸੀ ਜਾਂ ਪਰਮਾਨੈਂਟ ਪਾਲਿਸੀਆਂ, ਤੁਸੀਂ ਆਪਦਾ ਇਹ ਕੰਪੇਅਰ ਜ਼ਰੂਰ ਕਰੋ ਵੀ ਤੁਹਾਡੇ ਕੋਲ ਜਿਹੜਾ ਉਹਦੀ ਕੈਸ਼ ਵੈਲਿਊ ਗਰੰਟੀ ਕਿੰਨੀ ਹੈ, ਡਿਵੀਡੈਂਡ ਸੋਲਿਡ ਕਿੰਨਾ, ਕਿੰਨੇ ਚਿਰ ਤੋਂ ਹੈਗਾ ਆ। ਉਦੋਂ ਉਹ ਚੀਜ਼ਾਂ ਬਹੁਤ ਮਹੱਤਵਪੂਰਨ ਆ। ਫਿਰ ਬਾਅਦ 'ਚ ਇਹੀ ਆਉਂਦਾ ਵੀ ਦੱਸਿਆ ਹੋਰ ਸੀ ਨਿਕਲਿਆ ਕੁਛ ਹੋਰ, ਵੀ ਸ਼ੁਰੂ 'ਚ ਕੈਸ਼ ਹੈਗਾ ਨਹੀਂ ਹੈਗਾ। ਇਹ ਸਾਰੀਆਂ ਚੀਜ਼ਾਂ ਬਹੁਤ ਮੈਟਰ ਕਰਦੀਆਂ ਜਦੋਂ ਪਰਮਾਨੈਂਟ ਪਾਲਿਸੀਆਂ ਲੈਣੀਆਂ ਜੀ। ਤੇ ਅਖੀਰ ਦੇ ਵਿੱਚ ਜਿਹੜੀ ਕਾਰਪੋਰੇਟ ਜਿਹੜੇ ਇੰਸ਼ੋਰੈਂਸ ਅਸੀਂ ਇਕੱਠੇ ਕਰਦੇ ਹਾਂ, ਇਹ ਜਿਹੜੀਆਂ ਕਾਰਪੋਰੇਟ ਜਿਹੜੀ ਲਾਈਫ ਇੰਸ਼ੋਰੈਂਸ ਪਾਲਿਸੀਜ਼ ਨੇ, ਉਹਨਾਂ ਦਾ ਕੀ ਮਤਲਬ ਹੁੰਦਾ ਜੀ, ਉਹ ਵੀ ਸਮਝਾਓ। ਹਾਂਜੀ, ਉਹ ਪਾਲਿਸੀਆਂ ਦਾ ਮਤਲਬ ਇਹ ਹੈ ਜੀ, ਜੇ ਕਿੱਦਾਂ ਹੁਣ ਕੋਈ ਵੀ ਅਦਾਰਾ, ਜੇ ਕਿਸੇ ਕੋਈ ਸੈਲਫ ਇੰਪਲਾਇਡ ਹੈ, ਆਪਦੀ ਕੰਪਨੀ ਬਣਾਈ ਹੋਈ ਹੈ, ਹਰੇਕ ਬੰਦਾ ਚਾਹੁੰਦਾ ਵੀ ਮੈਂ ਆਪਦੀ ਜਿਹੜੀ ਕੰਪਨੀ ਦੀ ਕੈਸ਼ ਵੈਲਿਊ ਯੂਜ਼ ਕਰ ਸਕਾਂ, ਜਾਂ ਮੇਰੇ ਕੋਲ ਸਰਪਲਸ ਕੈਸ਼ ਹੈਗਾ ਜਾਂ ਰਿਟਰਨ ਅਰਨਿੰਗ ਹੈਗੀ ਹੈ, ਉਹਦੇ 'ਚੋਂ ਮੈਂ ਆਪਦੀ ਪਾਲਿਸੀ ਲੈ ਸਕਾਂ ਜੀ। ਹੁਣ ਇਹ ਹੈ ਵੀ ਇੱਕ ਤਾਂ ਅਸੀਂ ਆਪਦਾ ਟੈਕਸ ਪੇ ਕਰਕੇ ਆਪਦੀ ਪਰਸਨਲ ਪਾਲਿਸੀ ਲੈਂਦੇ ਹਾਂ। ਹੁਣ ਇਹ ਵੀ ਸਾਨੂੰ ਪਤਾ ਆਪਦੀ ਇਨਕਮ ਦੇ ਹਿਸਾਬ ਨਾਲ ਟੈਕਸ ਦਿੱਤਾ, ਫਿਰ ਉਹਦੇ ਬਾਅਦ ਅਸੀਂ ਪਾਲਿਸੀ ਲਵਾਂਗੇ। ਇੱਕ ਹੈ ਤੁਸੀਂ ਜਿਹੜਾ ਬਿਜ਼ਨਸ ਦੀ ਜਿਹੜੀ ਲਾਈਫ ਇੰਸ਼ੋਰੈਂਸ ਹੈਗੀ ਹੈ, ਜੇ ਤੁਸੀਂ ਉਹ ਲੈਂਦੇ ਹੋ ਐਜ਼ ਏ ਤੁਸੀਂ ਕੀ ਪਰਸਨ ਹੈਗੇ ਹੋ, ਉਹਦੇ ਨਾਲ ਇਹ ਹੈ ਵੀ ਤੁਹਾਨੂੰ ਇੱਕ ਤਾਂ ਸ਼ੁਰੂ ਤੋਂ ਹੀ ਤੁਸੀਂ ਆਪਦੇ ਕੈਸ਼ ਉਹੀ ਤੁਸੀਂ ਯੂਜ਼ ਕਰ ਰਹੇ ਹੋ ਬਿਜ਼ਨਸ ਦਾ। ਹੁਣ ਤੁਸੀਂ ਬਿਜ਼ਨਸ ਦੇ ਕੀ ਪਰਸਨ ਹੈਗੇ ਹੋ, ਉਸੇ ਪਾਲਿਸੀ ਦੇ ਵਿੱਚ ਤੁਸੀਂ ਆਪਦੀ ਰਿਟਾਇਰਮੈਂਟ ਵੀ ਸੈਟਅਪ ਕਰ ਸਕਦੇ ਹੋ, ਤੁਹਾਡੇ ਕਾਰਪੋਰੇਸ਼ਨ ਦਾ ਐਸੈਟ ਵੀ ਬਣ ਸਕਦਾ। ਤੁਸੀਂ ਉਹੀ ਜਿਹੜਾ ਕੈਸ਼ ਹੈ ਤੁਸੀਂ ਜਿਹੜੀਆਂ ਉਹਦਾ ਪ੍ਰੀਮੀਅਮ ਹੈ ਉਹ ਲੈਵਰੇਜ ਵੀ ਕਰ ਸਕਦੇ ਹੋ। ਜੇ ਕੰਪਨੀਆਂ ਉਹਨੂੰ ਫੰਡ ਵੀ ਕਰ ਦਿੰਦੀਆਂ ਨੇ, ਤੁਹਾਨੂੰ ਸਿਰਫ ਇੰਟਰਸਟ ਹੀ ਪੇ ਕਰਨਾ। ਇੱਦਾਂ ਦੀਆਂ ਸਟ੍ਰੈਟਜੀਜ਼ ਹੈਗੀਆਂ ਜਿਹੜੀਆਂ ਤੁਸੀਂ ਆਪਦੀਆਂ ਕਾਰਪੋਰੇਸ਼ਨ ਦੀ ਜਿਹੜੀ ਕੈਸ਼ ਵੈਲਿਊ ਜਿਹੜੀ ਹੈਗੀ ਤੁਹਾਡੀ ਕੰਪਨੀ ਦੀ, ਉਹ ਯੂਜ਼ ਕਰ ਸਕਦੇ ਹੋ ਲਾਈਫ ਇੰਸ਼ੋਰੈਂਸ ਵਾਸਤੇ। ਜੇ ਤੁਸੀਂ ਕੰਪਨੀ ਦੇ ਕੀ ਪਰਸਨ ਹੋ, ਜਾਂ ਤੁਹਾਡੇ ਬਾਏ ਐਂਡ ਸੈਲ ਵੀ ਕਰਨਾ, ਤੁਸੀਂ ਜਦੋਂ ਪਾਰਟਨਰ ਨਾਲ ਤੁਸੀਂ $0 ਤੋਂ ਕੰਪਨੀ ਸ਼ੁਰੂ ਕੀਤੀ ਸੀ, ਹੁਣ ਜੇ $1 ਮਿਲੀਅਨ ਦੀ ਹੋ ਗਈ, ਵੀ ਇਨ ਕੇਸ ਉਹਦਾ ਮੁੱਲ ਕਿੱਦਾਂ ਪਾਓਗੇ, ਜਿਹਦੇ ਵਿੱਚ ਕੋਈ ਕੈਸ਼ ਹੈਗਾ, ਤੁਹਾਡਾ ਐਸੈਟ ਵੀ ਹੈ, ਤੁਹਾਡੀ ਰਿਟਾਇਰਮੈਂਟ, ਤੁਸੀਂ ਆਪਸ਼ਨ ਪਲਾਨ ਵੀ ਉਹਦੇ 'ਚ ਕਰ ਸਕਦੇ ਹੋ, ਕੈਸ਼ ਯੂਜ਼ ਵੀ ਕਰ ਸਕਦੇ ਹੋ। ਇੱਦਾਂ ਦੀਆਂ ਸਟ੍ਰੈਟਜੀਜ਼ ਹੈਗੀਆਂ, ਸਪੈਸ਼ਲੀ ਜਿਹੜੇ ਹੁਣ ਬਿਜ਼ਨਸ ਓਨਰਸ ਜਿਹੜੀਆਂ ਕਾਰਪੋਰੇਟ ਜਿਹੜੀਆਂ ਪਾਲਿਸੀਜ਼ ਉਹ ਲੈਂਦੇ ਨੇ। ਉਹਦੇ ਨਾਲ ਇਹ ਹੈ ਵੀ ਜੇ ਉਹਨਾਂ ਨੇ ਕੱਲ੍ਹ ਨੂੰ ਕੰਮ ਛੱਡਣਾ ਵੀ, ਰਿਟਾਇਰ ਵੀ ਹੋਣਾ, ਉਹੀ ਜਿਹੜੀ ਕੈਸ਼ ਵੈਲਿਊ ਜਿਹੜੀ ਹੈਗੀ ਉਹਦੇ ਕੰਪਨੀ ਦੀ ਪਾਲਿਸੀ ਵਿੱਚ ਤੁਸੀਂ ਉਹ ਯੂਜ਼ ਕਰ ਸਕਦੇ ਹੋ ਜੀ। ਇੱਦਾਂ ਦੀਆਂ ਸਟ੍ਰੈਟਜੀਜ਼ ਹੈਗੀਆਂ। ਤੇ KRP ਦੇ ਜਿਹੜੇ ਲਿਸਨਰ ਨੇ, ਸਾਡੇ ਲਿਸਨਰ ਕੋਈ ਡਿਸਕਾਊਂਟ ਹੈ ਇੰਸ਼ੋਰੈਂਸ ਕੋਈ ਸੁਣਨ ਵਾਲਾ ਡੱਬਾ ਪਾਉਂਦਾ ਆਪਣੇ ਪ੍ਰੋਗਰਾਮ ਦਾ, ਕੀ ਜਿਹੜੀ ਹੈ ਡਿਸਕਾਊਂਟ ਕੀ ਹੈ? ਹਾਂਜੀ ਬਾਈ ਜੀ, ਇੰਸ਼ੋਰੈਂਸ ਇਹ ਹੈ ਵੀ ਡਿਸਕਾਊਂਟ ਕਦੇ ਨਹੀਂ ਹੁੰਦਾ। ਜਦੋਂ ਵੀ ਹੁੰਦਾ ਆਪਾਂ ਇਹ ਵੀ ਸਾਰਿਆਂ ਨੂੰ ਜਿਹੜੀ ਚੀਜ਼ ਸਸਤੀ, ਟਿਕਾਊ ਤੇ ਵਧੀਆ ਮਿਲਦੀ ਆ, ਆਪਾਂ ਉਹੀ ਲੈ ਕੇ ਆਉਂਦੇ ਹਾਂ ਜੀ। ਹੁਣ ਇਹ ਵੀ ਜੇ ਆਪਾਂ ਕਹਿੰਦੇ ਹਾਂ ਵੀ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਵੀ ਮੈਂ ਇਹ ਵਾਅਦਾ ਤੇ ਦਾਅਵਾ ਕਰਦਾ, ਕਿਉਂਕਿ ਆਪਾਂ ਕੋਈ ਵੀ ਪਿਛਲੇ ਦਿਨ ਆਪਾਂ RBC ਦੀ 10% ਆਫ ਸੀ ਆਪਾਂ ਲੈ ਕੇ ਆਏ ਸੀ। ਆਪਾਂ ਹੀ ਸ਼ੁਰੂ ਕੀਤੀ ਸੀ ਮੁਹਿੰਮ ਪਹਿਲੇ ਸੀਗੇ, ਕਿਉਂਕਿ ਸਾਰੀਆਂ ਕੰਪਨੀਆਂ ਨਾਲ ਡੀਲ ਨਹੀਂ ਕਰਦੇ। ਉਹਦੇ ਨਾਲ ਇਹ ਹੈ ਵੀ ਜਦੋਂ ਜਿਹੜੀ ਚੀਜ਼ ਤੋਂ ਸਸਤੀ ਮਿਲਦੀ ਆਪਾਂ ਤਾਂ ਕਲਾਇੰਟ ਨੂੰ ਉਹੀ ਕਹਿਣਾ ਵੀ ਤੁਹਾਡੇ ਵਾਸਤੇ ਢੁਕਵੀਂ ਚੀਜ਼ ਹੈ। ਉੱਦਾਂ ਹੀ ਜਿਹੜੀ ਹੁਣ ਜਿੱਦਾਂ ਆਪਾਂ ਕੋਵਿਡ ਦੀ ਜਿੰਨੀ ਗੱਲ ਕਰ ਲਈਏ, ਉੱਦਾਂ ਹੀ ਹੈ ਵੀ ਮੋਰਗੇਜ ਇੰਸ਼ੋਰੈਂਸ ਅਦਾਰਿਆਂ ਤੋਂ ਆਪਾਂ ਲੈਂਦੇ ਹਾਂ, ਬੈਂਕ ਤੋਂ ਜਾਂ ਲੈਂਡਰ ਤੋਂ ਕਿਤੋਂ ਵੀ ਲੈਂਦੇ ਹਾਂ, ਉਹ ਤੁਹਾਨੂੰ ਮਹਿੰਗੀ ਮਿਲਦੀ ਹੈ। ਅੱਜ ਹੀ ਤੁਸੀਂ ਸੇਵ ਕਰ ਸਕਦੇ ਹੋ, ਅੱਜ ਹੀ ਤੁਸੀਂ ਫੋਨ ਕਰਕੇ ਆਪਦਾ ਪ੍ਰਾਈਸ ਕੰਪੈਰੀਜ਼ਨ ਕਰਨਾ ਕਿਸੇ ਵੀ ਲੈਂਡਰ ਤੋਂ, ਜਾਂ ਤੁਸੀਂ ਆਪਦੇ ਅਦਾਰੇ ਤੋਂ ਜਾਂ ਬ੍ਰੋਕਰ ਤੋਂ ਲਈ ਹੋਈ ਹੈ, ਤੁਸੀਂ ਆਪਦੀ ਮੋਰਗੇਜ ਇੰਸ਼ੋਰੈਂਸ, ਤੁਸੀਂ ਆਪਦੀ ਪਰਸਨਲ ਇੰਸ਼ੋਰੈਂਸ ਲੈਂਦੇ ਹੋ, ਸਸਤੀ ਹੈ ਜੀ। ਨਾਲ ਦੀ ਨਾਲ ਜੇ ਡਿਸੇਬਿਲਿਟੀ ਵੀ ਨਾਲੇ ਵਿੱਚ ਹੀ ਹੁੰਦੀ, ਉਹਦੇ 'ਚ ਕ੍ਰਿਟੀਕਲ ਵੀ ਤੁਸੀਂ ਐਡ ਕਰਦੇ ਹੋ, ਡਿਸੇਬਿਲਿਟੀ ਵੀ ਮਹਿੰਗੀ ਮਿਲਦੀ ਹੈ ਅਦਾਰੇ ਤੋਂ, ਕਿਉਂਕਿ ਉਹ ਸਾਰਿਆਂ ਨੂੰ ਹੀ ਤੁਹਾਡੇ ਆਕੂਪੇਸ਼ਨ ਇੱਕੋ ਹੀ ਆਕੂਪੇਸ਼ਨ ਰੱਖਿਆ ਉਹਨਾਂ ਨੇ। ਉਹਦਾ ਮਤਲਬ ਇਹ ਵੀ ਜੇ ਕੋਈ ਬੰਦਾ ਆਫਿਸ 'ਚ ਕੰਮ ਕਰਦਾ, ਉਹਦਾ ਰੇਟ ਘੱਟ ਆ, ਉਹ ਵੀ ਸੇਮ ਪੇ ਕਰੂਗਾ। ਜਿਹਦਾ ਕੰਮ ਰਿਸਕੀ ਹੈ, ਜਿਹੜਾ ਮਾਈਨਿੰਗ 'ਚ ਕੰਮ ਕਰਦਾ, ਤੁਸੀਂ ਉਹੀ ਰੇਟ ਤੁਸੀਂ ਪੇ ਕਰੋਗੇ। ਇਸ ਕਰਕੇ ਆਪਾਂ ਰੇਟ ਵੱਧ ਕਿਉਂ ਪੇ ਕਰੀਏ, ਆਪਾਂ ਸੇਵ ਕਰ ਸਕਦੇ। ਸੇਮ ਚੀਜ਼ ਜਿਹੜੀ ਕ੍ਰਿਟੀਕਲ ਹੈ ਉੱਥੇ ਸਿਰਫ 4 ਬਿਮਾਰੀਆਂ ਨੇ, ਜੇ ਤੁਸੀਂ 4 ਬਿਮਾਰੀਆਂ ਦੀ ਲੈਣੀ ਹੈ ਜਾਂ ਇਲਨੈਸ ਹੈ ਜਾਂ 25 ਬਿਮਾਰੀਆਂ ਦੀ ਲੈਂਦੇ ਹੋ, ਤੁਹਾਨੂੰ ਪਤਾ ਵੀ ਤੁਹਾਡੀ ਸੇਵਿੰਗ ਹੋ ਸਕਦੀ ਹੈ। ਇਸ ਕਰਕੇ 3 ਆਪਸ਼ਨਾਂ ਨੇ, ਤਿੰਨਾਂ 'ਚੋਂ $10 ਵੀ ਸੇਵ ਕਰ ਲਏ, ਮਹੀਨੇ ਦੇ ਤੁਸੀਂ $30 ਸੇਵ ਕਰ ਲਏ, 20-25 ਸਾਲ ਜੇ ਤੁਸੀਂ ਹਰੇਕ ਮਹੀਨੇ $30 ਸੇਵ ਕਰੀ ਜਾਂਦੇ ਹੋ, ਹਜ਼ਾਰਾਂ ਡਾਲਰ ਬਣ ਜਾਣੇ ਜੀ। ਇਸ ਕਰਕੇ ਜਿੰਨੇ ਵੀ KRP ਦੇ ਲਿਸਨਰ ਨੇ ਅੱਜ ਤੋਂ ਹੀ ਆਪਦੀ ਸੇਵਿੰਗ ਸ਼ੁਰੂ ਕਰ ਸਕਦੇ ਆ। ਮੋਰਗੇਜ ਇੰਸ਼ੋਰੈਂਸ ਆਪਦੀ
ਤੁਸੀਂ ਪਰਸਨਲ ਲਓ, ਲੋੜ ਮੁਤਾਬਕ ਲਓ, ਪਰ ਜ਼ਰੂਰੀ ਨਹੀਂ ਆਪਾਂ ਨੂੰ ਵੀ ਜਿੱਥੇ ਲੈਂਡਰ ਤੋਂ ਆਪਾਂ ਆਪਦੇ ਮੋਰਗੇਜ ਕਰਾ ਰਹੇ ਉੱਥੋਂ ਹੀ ਲੈਣੀ ਪੈਣੀ ਹੈ ਜਾਂ ਉੱਥੋਂ ਦੱਸ ਦਿੱਤਾ ਗਿਆ ਸਾਨੂੰ, ਕਿਉਂਕਿ ਨਾ ਹੀ ਆਪਾਂ ਨੂੰ ਕੋਈ ਧੱਕਾ ਕਰ ਸਕਦਾ। ਆਪਣੀ ਚੁਆਇਸ ਆਪਾਂ ਨਾ ਵੀ ਕਰ ਸਕਦੇ, ਇਹ ਨਹੀਂ ਜ਼ਰੂਰੀ ਨਹੀਂ ਆਪਾਂ ਨਾਲ ਮੋਰਗੇਜ 'ਤੇ ਲੈਣੀ ਹੋਈ ਪੈਣੀ ਹੈ। ਇਸ ਕਰਕੇ ਵੀ ਤੁਸੀਂ ਆਪਦੇ ਚੂਜ਼ ਕਰੋ, ਆਪਦੀ ਸੇਵਿੰਗ ਅੱਜ ਤੋਂ ਹੀ ਸ਼ੁਰੂ ਕਰ ਸਕਦੇ। ਅਖੀਰ ਦੇ ਵਿੱਚ ਜੀ ਕੁਝ ਹੋਰ ਸੁਨੇਹਾ ਰਹਿ ਗਿਆ ਹੋਵੇ ਤਾਂ ਦਿਓ। ਹਾਂਜੀ, ਸੁਨੇਹਾ ਇਹ ਜੀ, ਆਪਣੀ thinkinsurance.ca ਹੈ ਜੀ, ਕੋਈ ਵੀ ਕੁਐਸਚਨ ਹੈ ਜੀ ਲਾਈਫ ਦਾ ਡਿਸੇਬਿਲਿਟੀ ਬਾਰੇ ਜਾਂ ਬੱਚਿਆਂ ਦੀ ਇੰਸ਼ੋਰੈਂਸ ਹੋਵੇ ਜਾਂ RESP ਹੋਵੇ ਜਾਂ RRSP ਹੋਵੇ, ਤੇ ਹਮੇਸ਼ਾ ਹਾਜ਼ਰ ਹੈ ਜੀ। ਕੋਈ ਵੀ ਕੁਐਸਚਨ, ਕੋਈ ਜ਼ਰੂਰੀ ਨਹੀਂ ਸਾਡੇ ਤੋਂ ਚੀਜ਼ ਲੈਣੀ, ਨਾ ਹੀ ਅਸੀਂ ਫੋਨ ਉਸ ਤੋਂ ਬਾਅਦ ਬੈਕ ਟੂ ਬੈਕ ਫੋਨ ਕਰਦੇ ਹਾਂ। ਤੁਹਾਡਾ ਕੋਈ ਕੁਐਸਚਨ ਹੈ ਜਾਂ ਤੁਸੀਂ ਆਨਲਾਈਨ ਜਾ ਕੇ ਆਪਦਾ ਰੇਟ ਚੈੱਕ ਕਰ ਸਕਦੇ ਹੋ, ਉਸ ਤੋਂ ਬਾਅਦ ਸਾਨੂੰ ਅਪੁਆਇੰਟਮੈਂਟ ਸੈੱਟ ਕਰ ਸਕਦੇ ਹੋ। ਕਿਉਂਕਿ ਜਿਹੜਾ ਇਸ ਮੁਕਾਮ ਤੱਕ ਪਹੁੰਚਿਆ 10 ਸਾਲਾਂ 'ਚ ਵੀ ਇਹੀ ਹੈ ਵੀ ਹੁਣ ਤੱਕ ਹੈ ਵੀ ਕਲਾਇੰਟ ਵਾਸਤੇ ਕੰਮ ਕਰਨਾ, ਨਾ ਆਪਦੀ ਨਿੱਜ ਵਾਸਤੇ। ਤੇ ਅਸੀਂ ਇਹ ਦੇਖਣਾ ਸਾਨੂੰ ਕਲਾਇੰਟ ਦੇ $2 ਵੀ ਬਚ ਜਾਣ, ਉਹਦੇ 'ਚ ਮੈਨੂੰ ਖੁਸ਼ੀ ਹੈ ਜੀ। ਇਸ ਕਰਕੇ BC 'ਚ ਕਿਤੇ ਵੀ ਅਲਬਰਟਾ 'ਚ ਇੰਸ਼ੋਰੈਂਸ ਦਾ ਕੋਈ ਵੀ ਕੁਐਸਚਨ ਹੈ, ਪੁਰਾਣੀਆਂ ਪਾਲਿਸੀਆਂ ਲਈਆਂ ਹੋਈਆਂ ਉਹ ਵੀ ਦਿਖਾਉਣੀਆਂ, ਰਿਵਿਊ ਕਰਨਾ, ਕੋਈ ਐਡਰੈਸ ਚੇਂਜ ਕਰਨਾ, ਉਹ ਸਾਰਾ ਕੁਛ ਅਸੀਂ ਕਰਦੇ ਹਾਂ। ਉਹਦੇ ਐਕਸਟਰਾ ਕੋਈ ਨਹੀਂ ਚਾਰਜ ਕਰਦੇ ਜੇ ਕਿਸੇ ਨੇ ਕਰਾਉਣਾ, ਕਿਉਂਕਿ ਸਰਵਿਸ ਹੈ। ਇਹ ਕਰਕੇ ਹਮੇਸ਼ਾ ਤੁਹਾਨੂੰ ਤੁਸੀਂ ਫੋਨ ਕਰ ਸਕਦੇ ਹੋ 604-828-7213 ਜਾਂ ਅਲਬਰਟਾ ਜਗ੍ਹਾ ਜੀ 5879697213 ਰਮਨਦੀਪ ਸੋਤਾ ਆਪਣੇ ਕੈਲਗਰੀ ਹੈ ਜੀ। ਤੇ ਬਾਕੀ ਧੰਨਵਾਦ ਗਿੱਲ ਸਾਹਿਬ ਫॉर हैविंग मी ऑन योर शो अगेन। थैंक यू सो मच जी। ਧੰਨਵਾਦ ਜੀ, ਬਹੁਤ ਬਹੁਤ ਸ਼ੁਭ ਸ਼ਾਮਾਂ। ਥੈਂਕ ਯੂ। ਕਹਿੰਦਾ ਵੀਰੇ ਗੱਲ ਸੁਣੋ ਏ। ਕਹਿੰਦਾ ਹਾਂ। ਕਹਿੰਦਾ ਉਰੇ ਤੈਨੂੰ ਇੱਕ ਫੋਨ ਦਿਖਾਵਾਂ। ਨਾ ਕੀ ਹੈ? ਆ ਵੇਖ। ਕਹਿੰਦਾ ਸਿਓ ਵਾਲਾ ਫੋਨ ਆ, ਪਤਾ ਕਿੰਨੇ ਦਾ ਆਇਆ? ਕਹਿੰਦਾ ਦੱਸ। ਕਹਿੰਦਾ ਲੱਖ ਦਾ। ਕਹਿੰਦਾ ਲੱਖ ਦਾ? ਕਹਿੰਦਾ ਹਾਂ ਲੱਖ ਦਾ ਤਾਂ ਰੋਟਾ ਵੇਟਾ ਆ ਜਾਂਦਾ ਯਾਰ। ਵਪਾਰਕ ਸੰਦੇਸ਼। ਧੰਨਵਾਦ ਜੀ। ਸਭ ਤੋਂ ਪਹਿਲਾਂ ਤਾਂ ਇੱਕ ਸੂਚਨਾ ਦੇ ਦੇਵਾਂ, ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੈਲਟਾ ਦੇ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਗਲਤ ਛਪ ਗਏ ਸੀ, ਉਹਨਾਂ ਨੂੰ ਜਿਹੜਾ ਅਗਨ ਭੇਟ ਕੀਤਾ, ਜਿਹੜਾ ਪਿਛਲੇ ਦਿਨੀ ਸਤਨਾਮ ਰਿਲੀਜੀਅਸ ਸੁਸਾਇਟੀ ਨੇ ਦੱਸਿਆ ਕਿ ਜਦ ਅਸੀਂ ਛਾਪ ਰਹੇ ਸੀ ਗਲਤ ਛਪ ਗਏ ਤਾਂ ਉਹਨਾਂ ਨੂੰ ਮਿਸ਼ਨ ਅਸੀਂ ਸੰਸਕਾਰ ਕਰ ਦਿੱਤਾ। ਉਹਨਾਂ ਦੇ ਪਛਤਾਪ ਲਈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁਰਦੁਆਰਾ ਸਾਹਿਬ ਲੈ ਕੇ ਆਉਣ ਦੇ ਲਈ ਸਾਹਿਬ ਦੇ ਸਤਿਕਾਰ ਦੇ ਵਿੱਚ, ਉਹਨਾਂ ਦੇ ਸ਼ੁਕਰਾਨੇ ਦੇ ਵਿੱਚ ਅੱਜ ਅਖੰਡ ਪਾਠ ਸਾਹਿਬ ਪ੍ਰਾਰੰਭ ਹੋ ਗਏ ਨੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੈਲਟਾ ਤੇ ਐਤਵਾਰ ਨੂੰ ਭੋਗ ਪੈਣੇ। ਕੱਲ ਪਤਾ ਲੱਗਿਆ 7 ਸਰੂਪ ਹੋਰ ਜਿਹੜਾ ਖਾਲਸਾ ਸਕੂਲ ਆ ਓਲਡ ਜੇਲ ਬ੍ਰਾਂਚ, ਉਹਦੇ ਵਿੱਚੋਂ 7 ਗੁਰੂ ਮਹਾਰਾਜ ਦੇ ਸਰੂਪ ਹੋਰ ਆਏ ਨੇ। 47 ਪਹਿਲਾਂ, 7 ਇਹ ਹੋ ਗਏ, 54 ਤੇ 23 ਕਹਿੰਦੇ ਅਸੀਂ ਦੇ ਦਿੱਤੇ ਆ, 77 ਹੋ ਗਏ। ਪਹਿਲਾਂ 5, 10 ਤੇ 15, 20 ਛਾਪੇ ਨੇ। ਇਹੀ ਸਟੇਟਮੈਂਟ ਸੀ, 15, 20 ਛਾਪੇ ਆ ਬਸ। ਤੇ ਉਹਦੇ ਬਾਅਦ 5 ਪਿਆਰਿਆਂ ਨੂੰ 39 ਪਏ ਨੇ ਤੇ 23 ਛਾਪੇ, 23 ਜਿਹੜੇ ਅਸੀਂ ਪਹੁੰਚਾ ਦਿੱਤੇ। ਤੇ ਹੁਣ ਬਾਕੀ ਸਿੱਖ ਸੰਗਤ ਦੀ ਮਰਜ਼ੀ ਹੈ, ਸਾਡਾ ਫਰਜ਼ ਹੈ ਤੁਹਾਨੂੰ ਦੱਸਣਾ ਤੇ ਤੁਹਾਨੂੰ ਦੱਸਤਾ ਕੀ ਹੋਇਆ। ਬਾਕੀ ਮੁਲਾਂਕਣ ਤੁਸੀਂ ਕਰਨਾ ਹੈ। ਹਲੇ ਜੇ ਫਰਵਰੀ ਦੇ ਵਿੱਚ ਵੇਖ ਕੇ ਗਏ ਆ ਕੇ ਸੁਸਾਇਟੀਆਂ ਵਾਲੇ ਮਸ਼ੀਨਾਂ ਲੱਗੀਆਂ, ਫਰਵਰੀ ਤੋਂ ਲੈ ਕੇ ਅਗਸਤ ਤੱਕ 6 ਮਹੀਨਿਆਂ 'ਚ ਕਿੰਨੇ ਕੁ ਛਪੇ, ਕਿੰਨੀ ਗਿਣਤੀ ਹੋ ਸਕਦੀ, ਉਹ ਤਾਂ ਛਾਪਣ ਵਾਲੇ ਦੱਸ ਸਕਦੇ ਆ, ਆਪਾਂ ਲਾ ਸਕਦੇ ਹਾਂ। 180 ਦਿਨ 6 ਮਹੀਨੇ ਤੇ ਉਹਦੇ ਵਿੱਚ ਕਿੰਨੇ ਕੁ ਛਪ ਕੇ ਨਾਲੇ ਹੁਣ ਉੱਥੇ ਵਾਲਿਆਂ ਨੂੰ ਤਾਂ ਕੱਢੀ। ਜਿਹੜੀਆਂ ਜਿਨ੍ਹਾਂ ਨੇ PDF ਭੇਜੀਆਂ, ਉਹ ਕਿਹਨੇ ਭੇਜੀਆਂ? ਲੱਭੂ SGPC ਅਕਾਲ ਤਖਤ ਸਾਹਿਬ ਦੇ ਜਥੇਦਾਰ ਲੱਭਣਗੇ। ਇੱਕ ਹੋਰ ਉੜੀਸਾ ਤੋਂ ਆ ਰਹੀਆਂ ਜਿਹੜੀਆਂ ਫੋਟੋਆਂ, ਜਿੱਥੇ ਪਾਲੀ ਆ ਬੰਦਾ, ਹੋਟਲ ਦਾ ਮਾਲਕ ਇੱਕ ਦਾ, ਪਾਲ ਹਾਈਟਸ ਦਾ, ਤੇ ਜਿਹਦੇ ਵਿੱਚ ਕੈਬਰੇ ਡਾਂਸ ਹੁੰਦਾ, ਸ਼ਰਾਬ ਪਿਲਾਈ ਜਾਂਦੀ ਆ, ਉਹ ਹੋਟਲ ਦੇ ਵਿੱਚ ਜਾ ਕੇ ਮਹਿਤੇ ਆਉਣੀ ਤੇ ਉਹਨਾਂ ਨੇ ਚੇਲੇ ਬਾਲ ਕੇ ਰਹੇ ਨੇ। ਮਹਿਤਾ ਅਗਲਾ SGPC ਦਾ ਪ੍ਰਧਾਨ ਬਣਨ ਨੂੰ ਫਿਰਦਾ। ਮਹਿਤੇ ਦਾ
ਇੱਥੇ ਗੁਰੂ ਨਾਨਕ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਇੱਥੇ ਛਾਪਣ ਲਈ ਮਹਿਤੇ ਦਾ ਵੀ ਖਾਸਾ ਯੋਗਦਾਨ ਹੈ। ਮਹਿਤੇ ਦਾ ਵੀ ਨਾਂ ਪਿਛਲੇ ਦਿਨੀ ਇੰਟਰਵਿਊਆਂ 'ਚ ਬੋਲਿਆ। ਮਹਿਤੇ ਹੋਣੀ ਤਾਕ 'ਚ ਤਾਂ ਹੀ ਕਿਤੇ ਕਹੋ ਨਾ ਵੀ ਬਹੁਤ ਸੇਵਾ 'ਚ ਬਹਿੰਦੇ ਆ ਸਾਰੇ। ਜੇ ਗੁਰੂ ਸਾਹਿਬ ਦੇ ਜਾ ਕੇ ਜਿਹੜੇ ਪਾਲਕੀ ਸਾਹਿਬ ਦੀ ਸੇਵਾ ਕਰਦੇ, ਨਹੀਂ ਉਹ ਇਹ ਨਹੀਂ, ਉਹ ਅਗਲਾ ਪ੍ਰਧਾਨ ਜੀ ਬਣਨ ਦੇ ਚੱਕਰ ਦੇ ਵਿੱਚ ਪਟਿਆਲੇ ਤੋਂ ਜਾ ਕੇ ਮਹਿਤੇ ਨਾਨਕੇ ਵਿੱਚ ਰਹੇ, ਮਹਿਤਾ ਲਾ ਕੇ ਨਾਲ ਮਝੈਲ ਬਣਨ ਦੀ ਕੋਸ਼ਿਸ਼ ਕਰਦੇ ਬੰਦੇ ਉਹ ਨੇ ਜਿਨ੍ਹਾਂ ਨੇ 84 ਦੇ ਵਿੱਚ ਜੋਧਪੁਰ ਜਦ ਅੰਦਰੋਂ ਚਲੇ ਗਏ। ਇਹਨਾਂ ਕੋਲ 12 ਬੋਰਾ ਫਰੀਆਂ ਹੁੰਦੀਆਂ, ਜਿਹੜਾ ਸੰਤ ਜਰਨੈਲ ਸਿੰਘ ਦੇ ਕਹਿੰਦੇ ਨੇੜੇ ਨਹੀਂ ਅਸੀਂ ਜਾਣ ਦਿੰਦੇ, ਅਸੀਂ ਪਰਸਨਲ ਬਾਡੀਗਾਰਡ ਹੈ। ਦੂਜਾ ਚਾਵਲਾ ਜਿਹੜਾ ਆਨੰਦਪੁਰ ਬੈਠਾ, ਇਹ ਉਹ ਲੋਕ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਗੱਡੀਆਂ 'ਚ ਗਏ ਤੇ ਉੱਥੇ ਹੀ ਰਾਮੂ ਵਾਲੀਆ ਸੀ, ਉੱਥੇ ਹੀ ਦੁੱਧ ਪੀਣਾ ਸਾਹ ਸੀ ਲੌਂਗੋ ਵਾਲੀਆ। ਸਭ ਇਹ ਤੁਰ ਗਏ ਗੱਲਾਂ ਸਾਡੇ ਉੱਪਰ ਦੀ, ਲਾਸ਼ਾਂ ਤੋਂ ਲੰਘੋਗੇ, ਜੇ ਲੰਘੋਗੇ ਉਹ ਲੰਘੋਗੇ। ਅੱਜ ਦੇਖੋ ਖੜੋ ਕਿੱਥੇ, ਕਦੇ ਮੂੰਹ ਚੋਂ ਨਾਂ ਲੈ ਸਕਦੇ ਜਰਨੈਲ ਸਿੰਘ ਜੀ ਉਹਨਾਂ ਦਾ, ਪੁੱਛਿਓ ਕਦੇ। ਸਵੇਰੇ ਬਹਿ ਜਾਂਦੇ ਨੇ ਚੌਂਕੜਾ ਮਾਰ ਕੇ ਉੱਥੇ VIP ਮਿੰਟ ਦੇ ਵਿੱਚ, ਇਹ ਅਗਲੀ ਪ੍ਰਧਾਨਗੀ ਦਾ ਰਾਹ ਸਿੱਧਾ ਕਰੀ ਬੈਠਾ। ਦੱਸੂ ਰੱਬ ਇਹ ਲੋਕ ਸਿਆਣੇ ਹੋਣਗੇ, ਆਉਣ ਵਾਲੇ ਸਮੇਂ 'ਚ ਪਤਾ ਲੱਗੂ। ਇਹਨਾਂ ਨੇ ਇਉਂ ਹੀ ਤੁਰਦੇ ਰਹਿਣਾ ਕਿ ਉਹਨਾਂ ਨੇ ਕੌਮ ਆਪਣੀ ਜਗ੍ਹਾ ਤੇ ਹੋਵੇ। ਸ੍ਰੀ ਗੁਰੂ ਗ੍ਰੰਥ ਸਤਿਕਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਗੱਲਾਂ ਦੋ ਹੀ ਕਰਨੀਆਂ ਬਸ, ਤੀਜੀ ਗੱਲ ਨਹੀਂ। ਪੁਰਾਣੀਆਂ ਸੰਪਰਦਾਵਾਂ, ਜਿਹਨਾਂ ਸੰਪਰਦਾਵਾਂ ਦੇ ਵਿੱਚੋਂ ਹਰ ਕਿਸਮ ਦੇ ਗੁਣੀ ਗਿਆਨੀ ਯੋਧ ਹੋਏ ਨੇ, ਚਾਹੇ ਉਹ ਬਾਣੀ ਦੇ ਗਿਆਤਾ ਸੀ, ਚਾਹੇ ਉਹ ਧਰਮ ਯੁੱਧ ਮੋਰਚੇ ਦੇ ਵਿੱਚ ਸਿਰ ਧਰਦੀ ਲਾ ਕੇ ਖੜੇ, ਉਹਨਾਂ ਦਾ ਸਤਿਕਾਰ ਕਾਇਮ ਰੱਖਣਾ ਬਸ। ਬਾਕੀ ਪੀ ਕੇ ਸੱਤ ਮਲਾਈਆਂ ਵਾਲੇ ਦੁੱਧ AC 'ਚ ਸੌਂ ਕੇ ਜਿਹਨਾਂ ਦੇ ਢਿੱਡ ਵਧੇ ਆ ਤੇ ਰੰਗ ਬਰੰਗ ਕੱਪੜੇ ਪਾਈ ਫਿਰ ਜਿੰਨੀਆਂ ਮਰਜ਼ੀ ਕਰ ਲਓ ਗੱਲਾਂ, ਤੇ ਜੇ ਸਵੇਰ ਤੋਂ ਲੈ ਕੇ ਆਥਣ ਤੱਕ ਜੀ ਤੋਂ ਮਰਜ਼ੀ ਕਰਾਈ ਚੱਲੋ, ਇਹਨੂੰ ਰੋਕਣਾ ਥੋੜਾ ਕਿਸੇ ਨੇ। ਕੌਮ ਦੀ ਸੇਵਾ ਕੀ ਹੈ ਉਹ ਜਾ ਕੇ ਗੱਲ ਜ਼ਰੂਰ ਖੜਨੀ। ਇਸ ਵੀਕਐਂਡ ਤੇ ਅੱਜ ਅਖੰਡ ਪਾਠ ਸਾਹਿਬ ਪ੍ਰਾਰੰਭ ਹੋ ਗਏ ਨੇ, ਐਤਵਾਰ ਨੂੰ ਭੋਗ ਪੈਣੇ ਨੇ। ਇਸ ਤੇ ਜਿਹੜਾ ਬਾਕੀ ਜਾਣੇ ਕਿ ਉਹ ਕੀ ਕਰਨਾ ਚਾਹੁੰਦੇ। ਮੈਂ ਇਸ ਵਿਸ਼ੇ ਤੇ ਬਾਹਲੀ ਗੱਲ ਨਹੀਂ ਅੱਜ ਕਰਨਾ ਚਾਹੁੰਦਾ। ਫਿਰ ਇਹ ਤੇ ਪਹਿਲਾਂ ਗੱਲ ਕੀਤੀ ਸੀ ਪਰ ਗੱਲਬਾਤ ਉਹ ਕਹਿਣੀ ਚਾਹੁੰਦੇ। ਸਰ ਕਰਨਦੀਪ ਸਿੰਘ ਗਰੇਵਾਲ ਜੀ, ਸਤਿ ਸ਼੍ਰੀ ਅਕਾਲ ਗਿਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਗਿਲ ਸਾਹਿਬ, ਮੈਂ ਆਪਣਾ ਪ੍ਰੋਗਰਾਮ ਨਾ ਇਹ ਸੁਣਿਆ ਸੀਗਾ 2012 ਤੋਂ ਸ਼ੁਰੂ ਕੀਤਾ ਗਿਆ ਇਹ ਪ੍ਰੋਗਰਾਮ ਸੁਣਨਾ, ਤੇ ਮੈਨੂੰ ਨਹੀਂ ਲੱਗਦਾ ਕਿ ਮਹੀਨਾ ਜਾਂ ਤਿਮਾਹੀ ਜਾਂ ਛਮਾਹੀ ਕੋਈ ਏਦਾਂ ਦੀ ਲੰਘੀ ਹੋਊਗੀ ਵੀ ਜਦੋਂ ਧਾਰਮਿਕ ਮੁੱਦਿਆਂ ਤੇ ਗੱਲ ਨਾ ਹੋਈ ਹੋਵੇ, ਖਾਸ ਕਰਕੇ ਇੱਥੇ BC ਦੇ ਗੁਰਦੁਆਰੇ ਹੋਣ ਜਾਂ ਮਤਲਬ ਆਪਣਾ ਟੋਰਾਂਟੋ ਓਨਟਾਰੀਓ ਦੇ ਕੋਈ ਗੁਰਦੁਆਰੇ ਨਾ ਹੋਣ, ਹਨਾ। ਮਤਲਬ ਇਹਨਾਂ ਦੇ ਵਿੱਚ ਹੁਣ ਤੱਕ ਮਤਲਬ ਪਿਛਲੇ ਮੇਰੇ ਖਿਆਲ ਸ਼ਾਇਦ 1.5 ਸਾਲ ਤੋਂ ਕੰਮ ਥੋੜਾ ਸ਼ਾਂਤ ਹੋਇਆ, ਨਹੀਂ ਤਾਂ ਹੁਣ ਤੱਕ ਉਹ ਚੱਲਦਾ ਰਿਹਾ। ਕਿਵੇਂ ਪਹਿਲੀ ਕਮੇਟੀ ਵਾਲੇ ਦੂਜੀ ਕਮੇਟੀ ਤੇ ਤੋਹਮਤਾਂ ਲਾਉਂਦੇ ਸੀ ਤੇ ਕਿੰਨੇ ਲੱਖਾਂ ਡਾਲਰ ਸੰਗਤਾਂ ਦੇ ਇਹਨਾਂ ਨੇ ਉੱਥੇ ਕੇਸਾਂ ਦੇ ਵਿੱਚ ਇਹਨਾਂ ਨੇ ਵੇਸਟ ਕੀਤੀ ਹੈ, ਜਿਹੜੇ ਕਿ ਕਿਸੇ ਚੰਗੇ ਕੰਮ ਲੱਗ ਸਕਦੇ ਸੀ, ਹਨਾ। ਮੈਂ ਕਿਸੇ ਪਾਰਟੀਕੂਲਰ ਗੁਰਦੁਆਰੇ ਬਾਰੇ ਨਹੀਂ ਬੋਲਦਾ ਕਿਉਂਕਿ ਮੈਂ ਸਸਕੈਚੁਅਨ ਤੋਂ ਬਿਲੋਂਗ ਕਰਦਾ, ਰਜਾਈਨਾ ਸ਼ਹਿਰ ਤੋਂ, ਤੇ ਮੈਨੂੰ ਆਪਣਾ ਇੱਥੋਂ ਦਾ ਜ਼ਿਆਦਾ ਬਹੁਤਾ ਪਤਾ ਵੀ ਨਹੀਂ। ਪਰ ਜੋ ਜਲੂਸ ਮਤਲਬ ਇਹ ਟਾਕ ਸ਼ੋਅ ਤੇ ਆਪਾਂ ਵੇਖਦੇ ਇਹਨਾਂ ਨੇ ਲੋਕਾਂ ਨੇ ਕੱਢ ਰੱਖਿਆ, ਮੈਨੂੰ ਲੱਗਦਾ ਕਿ ਗਿਲ ਸਾਹਿਬ ਸਾਡੀ ਮੈਂ ਬੜੇ ਆਪਣਾ ਨਾ ਓਵਰਵਿਊ ਨਾਲ ਗੱਲ ਕਰਦਾ ਪਿਆ ਬਈ ਵੱਡੇ ਬਰੋਡ ਵਿਊ ਲੈ ਕੇ ਜੇ ਆਪਾਂ ਚੱਲੀਏ ਤਾਂ ਇਹ ਗਿਲ ਸਾਹਿਬ ਇੱਕ ਸਿਉਂਕ ਆ ਇਹ। ਹੁਣ ਤੁਹਾਨੂੰ ਪਿਛਲੇ ਦਿਨ ਥੋੜੇ ਦਿਨ ਪਹਿਲਾਂ ਮੈਂ ਇੱਕ ਖਬਰ ਭੇਜੀ ਸੀਗੀ CBC ਦੀ, ਸਾਡੇ ਇੱਥੇ ਇੱਕ ਮੁੰਡਾ ਡਰੱਗ ਦੇ ਵਿੱਚ ਫੜਿਆ ਗਿਆ 31-32 ਸਾਲ ਦਾ, ਉਹਦਾ ਬਾਅਦ ਚੋਂ ਪਤਾ ਲੱਗਿਆ ਗੁਰਦੁਆਰੇ ਦੇ ਖਜ਼ਾਨਚੀ ਦਾ ਮੁੰਡਾ, ਉਹ ਸਾਡੇ ਗੁਰਦੁਆਰੇ ਦਾ ਉਹ। ਅੱਛਾ ਜੀ। ਹਾਂਜੀ, ਮੈਂ ਤੁਹਾਨੂੰ ਉਹਦਾ ਭੇਜਿਆ ਵੀ ਸੀਗਾ WhatsApp ਦੇ ਉੱਤੇ, ਪਰ ਭੇਜੀਏ। ਹਾਂਜੀ, ਸਾਨੂੰ ਸਮਝਣਾ ਪੈਣਾ ਵੀ ਇਹ ਸਿਉਂਕ ਆ, ਇਹ ਹਰ ਥਾਂ ਦੇ ਉੱਤੇ ਇਹ ਸਿਉਂਕ ਜਿਹੜੀ ਨਾ ਫੈਲਦੀ ਪਈ ਆ ਅਮਰਵੇਲ ਵਾਂਗੂ। ਇਹ ਸਾਨੂੰ ਨਾ ਕਿਉਂਕਿ ਸਾਡੀ ਜਿਹੜੀ ਨਾ ਏਦਾਂ ਦਾ ਹਾਲਤ ਹੋਈ ਪਈ ਆ, ਇੱਕ ਪੋਲੀਟੀਕਲ ਤੇ ਇੱਕ ਧਾਰਮਿਕ ਜਾਂ ਜਿਹੜੇ ਮਰਜ਼ੀ ਮੁੱਦੇ ਤੇ ਅਸੀਂ ਲੈ ਲਈਏ ਗੱਲਬਾਤ, ਸਾਡੀ ਇਹੋ ਜਿਹੀ ਹੋਈ ਪਈ ਆ ਕਿ ਸਾਨੂੰ ਜੰਗਲ ਦੇ ਵਿੱਚ ਛੱਡ ਦਿੱਤਾ ਜਾਵੇ। ਅੱਗੋਂ ਸ਼ੇਰ ਦਾ ਪਤਾ ਵੀ ਹੈ ਸਾਨੂੰ ਵੀ ਸ਼ੇਰ ਆਉਣਾ, ਠੀਕ ਹੈ, ਤੇ ਸਾਡੇ ਮੋਢਿਆਂ ਤੇ AK-47 ਟੰਗੀਆਂ ਹੋਣ, ਪਰ ਸਾਨੂੰ ਇਹ ਨਾ ਦੱਸਿਆ ਹੋਵੇ ਵੀ AK-47 ਚੱਲਣੀ ਕਿਵੇਂ ਹੈ ਜਾਂ ਇਹ ਜਿਹੜਾ ਸ਼ੇਰ ਹੈ AK-47 ਨਾਲ ਮਾਰਿਆ ਜਾ ਸਕਦਾ, ਠੀਕ ਹੈ।
ਪਰ ਸਾਨੂੰ ਇਹ ਨਹੀਂ ਪਤਾ, ਬਾਕੀ ਸਾਰਾ ਕੁਝ ਸਾਨੂੰ ਪਤਾ, ਅਲੜ ਪੱਲੜ ਲੱਲੜ ਬੱਲੜ ਸਾਰਾ ਕੁਝ ਹੀ ਪਤਾ, ਠੀਕ ਹੈ। ਹੁਣ ਸਾਡੇ ਨਾਲ ਵੀ ਇਹ ਹੋ ਰਿਹਾ ਪੋਲਿਟਿਕਸ ਦੇ ਵਿੱਚ, ਜਿੰਨੇ ਹੁਣ ਪਿੱਛੇ ਜਿਹੜਾ ਜਲੂਸ ਕੱਢ ਕੇ ਹਟੇ ਆ ਤੁਹਾਡੇ ਜਿੰਨੇ ਲੀਡਰ ਹੈਗੇ ਆ ਦੇਸੀ ਜਿਹੜੇ ਆ, ਠੀਕ ਹੈ, ਜੇ ਇੱਕ ਲੀਡਰ ਦੇ ਵੱਲੋਂ ਇੱਕ ਸਿੰਗਰ ਦੇ ਪ੍ਰਤੀ ਉੱਥੇ ਮਤਾ ਲਿਜਾਇਆ ਜਾ ਸਕਦਾ ਹੈ, ਠੀਕ ਹੈ, ਤੇ ਫਲਾਈਟਾਂ ਜਿਹੜੀਆਂ ਤੇ ਹੋਰ ਜਿੰਨੀਆਂ ਤੁਹਾਨੂੰ ਪ੍ਰੋਬਲਮ ਆ ਰਹੀਆਂ ਵੇਰੀਅਸ ਟਾਈਪ ਦੀਆਂ ਪ੍ਰੋਬਲਮਾਂ ਟਰੱਕਾਂ ਵਾਲਿਆਂ ਨੂੰ ਲੈ ਕੇ ਸਾਰੀਆਂ, ਇਹ ਅਸੀਂ ਫਿਰ ਵੀ ਜਾਵਾਂਗੇ ਦੇਸੀਆਂ ਦੀ ਗੋਦੀ 'ਚ ਜਾ ਕੇ ਬੈਠਾਂਗੇ, ਠੀਕ ਹੈ। ਉਸ ਇੰਨਾ ਮਤਲਬ ਸਾਡਾ ਜਲੂਸ ਨਿਕਲਿਆ ਪਿਆ ਹੈਗਾ, ਕਿਉਂ ਨਹੀਂ ਅਸੀਂ ਚੇਂਜ ਹੁੰਦੇ, ਆਪਦੀ ਮਾਨਸਿਕਤਾ ਕਿਉਂ ਨਹੀਂ ਅਸੀਂ ਚੇਂਜ ਕਰਦੇਗੇ। ਜੇ ਧਾਰਮਿਕ ਮੁੱਦੇ ਆ, ਸਾਨੂੰ ਪਤਾ ਨਹੀਂ ਗਾ ਵੀ ਇਹ ਸਾਡੇ, ਜੇ ਅਸੀਂ ਜਾਂਦੇ ਆ ਮੱਥਾ ਟੇਕਣ ਵਾਸਤੇ $1 $2 ਜਾਂ $10 ਜਿਹੜੇ ਲੋਕ ਦੇ ਕੇ ਆਉਂਦੇ, ਜੇ ਵੱਡੀਆਂ ਜਿਨ੍ਹਾਂ ਦੀਆਂ ਗੋਲਕਾਂ ਜੇਬਾਂ ਵੱਡੇ ਵੱਧ ਪੈਸੇ ਵੀ ਦਿੰਦੇ ਆ, ਠੀਕ ਹੈ, ਉਹ ਲੋਕਾਂ ਦੀਆਂ ਗੋਲਕਾਂ ਦੇ ਉੱਤੇ ਇਹ ਪ੍ਰਧਾਨਗੀਆਂ ਚੱਲਦੀਆਂ ਪਈਆਂ, ਹੋਰ ਕਿਸੇ ਕਰਕੇ ਨਹੀਂ ਚੱਲਦੀਆਂ। ਤੁਸੀਂ ਆਪਦਾ ਸਿਰਫ ਗੁਰੂ ਨਾਲ ਜੇ ਆਪਣਾ ਤੁਸੀਂ ਸੰਬੰਧ ਜੋੜਨਾ ਨਾ, ਗੁਰੂ ਨਾਲ ਸੰਬੰਧ ਤੁਹਾਡਾ ਘਰੇ ਬੈਠਿਆਂ ਵੀ ਜੁੜ ਜਾਣਾ, ਠੀਕ ਹੈ। ਤੇ ਜੇ ਤੁਸੀਂ ਗੁਰਦੁਆਰੇ ਦੇ ਵਿੱਚ ਜਾਣਾ ਤਾਂ ਤੁਸੀਂ ਆਪਣੇ ਜਾਣ ਦਾ ਉੱਥੇ ਉਹਦਾ ਢੰਗ ਤਰੀਕੇ ਬਦਲੋ। ਜੇ ਇੱਕ ਪਹਿਲੀ ਪਾਤਸ਼ਾਹੀ ਨੇ ਸਾਡਿਆਂ ਨੇ, ਉਹਨਾਂ ਦਾ ਸਮਾਜ ਦੇ ਵਿੱਚ ਵਿਚਰਨ ਹੋਰ ਸੀਗਾ, ਉਸ ਤੋਂ ਬਾਅਦ ਦੂਜੀਆਂ ਪਾਤਸ਼ਾਹੀਆਂ ਆਉਂਦੀਆਂ ਗਈਆਂ, ਉਹਨਾਂ ਨੇ ਘੋੜਿਆਂ ਨਾਲ ਤਲਵਾਰਾਂ ਨਾਲ ਜੰਗਾਂ ਲੜੀਆਂ, ਫਿਰ ਹੌਲੀ ਹੌਲੀ ਬੰਦੂਕਾਂ ਤੱਕ ਕੰਮ ਪਹੁੰਚਿਆ ਤਾਂ ਉਹਨਾਂ ਨੇ ਵੀ ਆਪਣੇ ਆਪ ਨੂੰ ਮਾਡਰਨਾਈਜ਼ਡ ਕੀਤਾ, ਠੀਕ ਹੈ। ਸਾਡਾ ਵੀ ਫਰਜ਼ ਬਣਦਾ ਵੀ ਅਸੀਂ ਵੀ ਮਾਡਰਨਾਈਜ਼ਡ ਹੋਈਏ। ਜੇ ਏਦਾਂ ਦੀਆਂ ਸਿਉਂਕਾਂ ਸਾਡੇ ਉੱਤੇ ਜੋਕਾਂ ਚੁੰਬੜੀਆਂ ਹੋਈਆਂ ਨਾ, ਉਹਨਾਂ ਨੂੰ ਲਾਈਏ। ਹੁਣ ਚਾਹੇ ਗੁਰਦੁਆਰੇ ਦੇ ਵਿੱਚ ਗੁਰੂ ਦੇ ਸਰੂਪ ਕਿਵੇਂ ਮਤਲਬ ਗਲਤ ਛਪ ਗਏ, ਮੈਨੂੰ ਤਾਂ ਇਹ ਨਹੀਂ ਅਜੇ ਤੱਕ ਸਮਝ ਆਉਂਦਾ ਵੀ ਇਹ ਕਿੱਦਾਂ ਗਲਤ ਛਪ ਗਏ। ਫਿਰ ਉਸ ਤੋਂ ਬਾਅਦ ਚਲੋ ਜੇ ਛਪ ਵੀ ਗਏ, ਹੁਣ ਚਲੋ ਮਤਲਬ ਠੀਕ ਹੈ, ਆਪਣਾ ਪਛਤਾਵਾ ਤੁਸੀਂ ਰੱਖਣਾ ਕਰਨਾ, ਠੀਕ ਹੈ। ਹੁਣ ਇਹਦੇ ਵਿੱਚ ਵੀ ਸੰਗਤ ਹੀ ਰਿੜਕੀ ਜਾਊਗੀ, ਮਤਲਬ ਇੱਕ ਤਰ੍ਹਾਂ ਦਾ ਤੁਸੀਂ ਦੇਖੋ ਕਿ ਜਦੋਂ ਸੰਗਤ ਨੇ ਉੱਥੇ ਜਾਣਾ ਮੱਥਾ ਟੇਕਣਾ, 10-15 ਹਜ਼ਾਰ 20,000 ਲੋਕ ਜਾਣਗੇ ਹੌਲੀ ਹੌਲੀ, ਠੀਕ ਹੈ। $1 ਵੀ ਟੇਕਿਆ ਤਾਂ ਠੀਕ ਹੈ, ਉਹ ਹੁਣ ਕਿੱਥੇ ਗੱਲ ਖੜਦੀ ਹੈ ਜਾ ਕੇ, ਮਤਲਬ ਕਿੱਦਾਂ ਗਲਤ ਸਰੂਪ ਛਾਪੇ ਗਏ, ਮਤਲਬ ਇਹ ਚੀਜ਼ਾਂ ਕਿਵੇਂ ਹੋ ਸਕਦੀਆਂ, ਇਹ ਚੀਜ਼ਾਂ ਦੀ ਗੁੰਜਾਇਸ਼ ਹੀ ਹੈ ਨਹੀਂ ਗੀ। ਇਹ ਜਦੋਂ ਆਪ ਲੋਕਾਂ ਨੂੰ ਚੌਧਰਾਂ ਦੀ ਲਾਲਚ ਪਈ ਹੋਵੇ ਨਾ, ਉਦੋਂ ਇਹਨਾਂ ਚੀਜ਼ਾਂ ਤੋਂ ਰਹਿਤ ਮਰਿਆਦਾ ਵੱਲ ਉਹਨਾਂ ਦਾ ਧਿਆਨ ਨਹੀਂ ਰਹਿੰਦਾ ਗਾ। ਇਹ ਚੀਜ਼ ਮੈਂ ਸਿਰਫ ਕਹਿਣਾ ਚਾਹੁੰਦਾ ਸੀ ਗਿੱਲ ਸਾਹਿਬ ਵੀ ਸਾਨੂੰ ਲੋਕਾਂ ਨੂੰ ਸਿਆਣੇ ਹੋਣਾ ਚਾਹੀਦਾ। ਸਾਡੇ ਤਾਂ ਇੱਥੇ ਹਜੇ ਇੱਕ ਹੀ ਗੁਰਦੁਆਰਾ ਹੈ, ਇੱਥੇ ਤੇ ਹਜੇ ਇੰਨਾ ਜਲੂਸ ਸਾਡੇ ਨਿਕਲਿਆ ਨਹੀਂ, ਪਰ ਸ਼ੁਰੂ ਹੋ ਗਿਆ ਕੰਮ। ਥੈਂਕ ਯੂ ਸੋ ਮਚ ਗਿੱਲ। ਧੰਨਵਾਦ ਜੀ। ਨਾ ਜੀ, ਬਹੁਤ ਸਾਡੀ ਜਿਹੜੀ ਸਾਂਭਣਾ ਹੈ ਤੇ ਅਸੀਂ ਚੱਲਦੇ ਵੀ ਰੱਖਣੇ ਨੇ। ਸੰਗ ਜਿਹੜੀ ਹੈ ਉਹ ਗੁਰੂ ਦੇ ਨੂੰ ਪੈਸੇ ਨਹੀਂ ਤੇ ਉਹ ਸਾਡਾ ਗੁਰੂ ਆ, ਪਰ ਸਾਨੂੰ ਇਹ ਪਤਾ ਹੋਣਾ ਚਾਹੀਦਾ। ਇਹ ਅਗਲੇ ਹਿੱਸੇ 'ਚ ਜਾਣਾ ਹੈ, ਕੀ ਕਹਿਣਾ ਚਾਹੁੰਦੇ ਹੋ? ਲਾਈਵ ਹੈਲੋ, ਮੈਂ ਤੇ ਹਾਂਜੀ ਹਾਂਜੀ ਹਾਂਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ, ਮੈਂ ਤਾਂ ਇਸ ਕਰਕੇ ਕਹੀ ਆ। ਸਰਦਾਰ ਹਰਜੀਤ ਸਿੰਘ ਜੀ, ਦੇਖੋ ਭਾਈ ਸਾਹਿਬ ਉਹਨਾਂ ਨੇ ਬਹੁਤ ਚੰਗੇ ਤਰੀਕੇ ਦੇ ਨਾਲ ਗੱਲ ਕੀਤੀ ਆ, ਜਿਸ ਤਰ੍ਹਾਂ ਤੁਸੀਂ ਇਹ ਦੂਜੀ ਗੱਲ ਹੈ ਵੀ ਇਹ ਵੀ ਹੈ ਵੀ ਇਹ ਸਕੂਲ ਵਾਲਿਆਂ ਨੇ ਕੀਤਾ, ਪਰ ਹੁਣ ਤੇ ਇਹ ਸਾਰੀ ਗੁਰਦੁਆਰਾ ਸਾਹਿਬ ਵਿੱਚ ਹੋ ਰਿਹਾ ਵੈਸੇ। ਚਲੋ, ਦੂਜੀ ਗੱਲ ਇਹ ਵੀ ਦੇਖੋ, ਹੈਰਾਨਗੀ ਵਾਲੀ ਗੱਲ ਆ ਵੀ ਅੱਜ ਤੱਕ ਕਿੰਨੇ ਰੌਲੇ ਇਹੋ ਜਿਹੇ ਕੰਮਾਂ 'ਚ ਪਏ ਨੇ, ਪਰ ਇਹ ਫਿਰ ਵੀ ਲੋਕ ਹਟਦੇ ਨਹੀਂ। ਦੂਸਰੀ ਗੱਲ, ਤੁਸੀਂ ਇਹ ਚਾਵਲਾ ਸਾਹਿਬ ਅਗਰ ਇਹਨਾਂ ਦੀ ਗੱਲ ਕੀਤੀ ਸੀ, ਦੇਖੋ ਇਹ ਤੇ ਮੌਕਾ ਹੀ ਭਾਲਦੇ ਸੀ। ਜੇ ਸੱਚੇ ਹੁੰਦੇ, ਸੱਚੇ ਸੁੱਚੇ ਸਿੱਖ ਹੁੰਦੇ ਤੇ ਇਸ ਧੜੇ ਵਿੱਚ ਹੀ ਕਿਉਂ ਜਾਂਦੇ? ਅੱਜ ਵੀ ਦੇਖੋ ਬੈਠੇ ਆ ਉੱਥੇ, ਅੱਜ ਵੀ ਚੁੱਪ ਕਰਕੇ ਆਪਣੀਆਂ ਮੌਕੇ ਤਾੜ ਰਹੇ ਨੇ। ਸੋ ਇਹ ਲੋਕ ਤੇ ਮੌਕੇ ਵਾਲੇ ਨੇ, ਕੋਈ ਇਹਨਾਂ 'ਚ ਕੋਲੇ ਸਿੱਖੀ ਵਾਲੀ ਗੱਲ ਨਹੀਂ ਹੈ, ਤੇ ਸਿਰਫ ਦਿਖਾਵਾ ਦੇ ਰਹੇ ਨੇ ਸਿੱਖਾਂ ਨੂੰ ਵੀ ਅਸੀਂ ਇਹ ਕਰਨੇ ਆ, ਤੇ ਕਦੋਂ ਸਾਨੂੰ ਹੋਰ ਮੌਕੇ ਮਿਲੇ ਤੇ ਅਸੀਂ ਕਿਸ ਤਰ੍ਹਾਂ ਹੋਰ ਰੱਜੀਏ ਤੇ ਕੰਮ ਕਰੀਏ। ਸੋ ਇਹਨਾਂ ਦਾ ਕੋਈ ਸਿੱਖੀ ਸੁਖੀ ਵਾਲਾ ਗੱਲ ਨਹੀਂ ਜੀ। ਹਰਜੀਤ ਸਿੰਘ ਜੀ, ਸਤਿ ਸ੍ਰੀ ਅਕਾਲ, ਥੈਂਕ ਯੂ। 12:26 ਜੀ। ਆਸਟ੍ਰੇਲੀਆ ਦੇ ਵਿੱਚ ਇੱਕ ਹੈਰਿਸ ਪਾਰਕ ਕੋਈ ਲੜਾਈ ਦੀਆਂ ਜਿਹੜੀਆਂ ਆ ਰਹੀਆਂ ਨੇ, ਨਿਊ ਸਾਊਥ ਵੇਲਜ਼ ਪੁਲਿਸ ਨੇ ਵੀ ਉਹਦੇ ਤੇ ਜਿਹੜੀ ਕੁਛ ਇਨਫੋਰਮੇਸ਼ਨ ਦਿੱਤੀ ਹੈ। ਹੈਰਿਸ ਪਾਰਕ ਸਿਡਨੀ ਦੇ ਵਿੱਚ ਇਹ ਲੜਾਈ ਹੋਈ ਹੈ। ਪਹਿਲਾਂ ਨਾਅਰੇ ਜਿਹੜੇ ਲਾ ਰਹੇ ਨੇ ਬੋਲੇ ਸੋ ਨਿਹਾਲ ਦੇ, ਤੇ ਮੁੜ ਕੇ ਫਿਰ ਇੱਥੇ ਲੜਾਈ ਹੋਈ ਹੈ ਹਰਿਆਣਾ ਦੇ ਮੁੰਡਿਆਂ ਦੀ ਆਪਸ ਵਿੱਚ।
ਦੇਖੋ ਹੁਣੇ ਕੀ ਸ਼ੁਰੂ ਕੀ ਹੋਇਆ ਉੱਥੇ, ਉਹਦਾ ਕਾਰਨ ਤਾਂ ਕੋਈ ਹੁਣ ਦੱਸ ਸਕਦਾ ਉੱਥੇ ਵਾਲਾ ਹੀ। ਤੇ YouTube ਤੇ ਹੈਰਿਸ ਪਾਰਕ ਫਾਈਟ ਸਿਡਨੀ, ਹਰਿਆਣਾ ਵਰਸਸ ਪੰਜਾਬ ਫਾਈਟ ਆਸਟ੍ਰੇਲੀਆ 2020, ਇਹੋ ਜਿਹੇ ਇਹ ਸਲੋਗਨ ਪਾਏ ਹੋਏ ਨੇ। ਉਹੀ ਗੱਲ ਕਹਿ ਕੇ ਹਟੇ ਸੀ ਪਹਿਲਾਂ ਆਪਣਾ ਗਰੇਵਾਲ ਹੋਣੀ, ਅਸੀਂ ਸਿਆਣੇ ਬਣੀਏ, ਅਸੀਂ ਕਿਵੇਂ ਰਹਿਣਾ ਬਹੁਤਾ ਅਸੀਂ ਸਿੱਖੀਏ। ਖਬਰਾਂ ਐਰਨ ਟੂਲ ਦੀ ਬਣਨ ਤੋਂ ਬਾਅਦ ਉਹਦੀ 2018 ਦੇ ਵਿੱਚ ਪ੍ਰਧਾਨ ਮੰਤਰੀ ਟਰੂਡੋ ਦੇ ਭਾਰਤ ਦੇ ਫੇਰੀ ਦੇ ਵਿੱਚ ਜਿਹੜਾ ਇੱਕ ਵਿਵਾਦ ਹੋਇਆ ਸੀ, ਉਸ ਦੇ ਬਾਰੇ ਐਰਨ ਟੂਲ ਇੱਕ ਮੋਸ਼ਨ ਲਿਆਉਣਾ ਚਾਹੁੰਦਾ ਸੀ ਕਿ ਇਹ ਜਿਹੜੀਆਂ ਖਾਲਿਸਤਾਨੀ ਐਕਟੀਵਿਟੀਜ਼ ਨੇ ਤੇ ਇਹਦੇ ਵਿੱਚ ਇਹਨੂੰ ਕੰਡੈਮ, ਅਸਲ ਮੋਸ਼ਨ ਉਹਦਾ ਕੀ ਸੀ, ਕੰਡੈਮ ਇਨ ਦ ਸਟਰੋਂਗੈਸਟ ਟਰਮਸ ਆਲ ਫਾਰਮਸ ਆਫ ਟੈਰਰਿਜ਼ਮ ਇਨਕਲੂਡਿੰਗ ਖਾਲਿਸਤਾਨੀ ਐਕਸਟ੍ਰੀਮਿਜ਼ਮ ਐਂਡ ਦ ਗਲੋਰੀਫਿਕੇਸ਼ਨ of any individuals who have committed acts of violence to advance the cause of an independent Khalistan state in India. I am also stood with United India. ਇਸ ਤੇ ਫਿਰ ਉਸ ਸਮੇਂ ਕੰਜ਼ਰਵੇਟਿਵ ਨੇ ਮੋਸ਼ਨ ਰੋਕ ਦਿੱਤੀ ਸੀ। ਇਹੀ ਐਰਨ ਟੂਲ ਆ ਜਿਹੜਾ ਹੁਣ ਇਹ ਹੈੱਡ ਬਣੇ। ਉਸਦੀ ਗੱਲਬਾਤ, ਉਹ ਕਹਿਣਾ ਕੀ ਚਾਹੁੰਦਾ ਹੈ, ਉਹਦੀ ਕਿੱਧਰ ਨੂੰ ਉਹ ਸੋਚਦਾ ਹੈ, ਇਹ ਲਗਭਗ ਕਲੀਅਰ ਹੈ। ਸਾਡੀ ਕਮਿਊਨਿਟੀ ਦੇ ਬਾਹਲਾ ਉਹਦਾ ਨੇੜੇ ਨਾ ਹੋਣਾ ਵੀ ਕਲੀਅਰ ਹੈ। ਤੇ ਹੁਣ ਭਵਿੱਖ ਜਿਹੜਾ ਕੰਜ਼ਰਵੇਟਿਵ ਦਾ ਕਿੱਧਰ ਨੂੰ ਜਾਏਗਾ ਤੇ ਉਹਦੇ ਲਈ ਭਾਰਤੀ ਜਾਂ ਪੰਜਾਬੀ ਭਾਈਚਾਰਾ ਕਿੰਨੀ ਕੁ ਮਦਦ ਕਰਦਾ ਹੈ, ਇਹ ਕੱਲ੍ਹ ਦੀ ਗੱਲ ਬੜੀ ਚੱਲੀ ਹੋਈ ਹੈ ਵੀ ਐਰਨ ਟੂਲ ਨੇ ਜਿਹੜੀ ਇਹ ਗੱਲ ਸ਼ੁਰੂ ਕੀਤੀ ਸੀ ਮੋਸ਼ਨ, ਫਿਰ ਲਾਸਟ ਮਿੰਟ ਤੇ ਉਹਦਾ ਰੋਕ ਦਿੱਤਾ ਸੀ। ਪੰਜਾਬ ਜਿਹੜੀ ਟਰੂਡੋ ਦੀ ਵਿਜ਼ਿਟ ਸੀ, ਵਿਜ਼ਿਟ ਦੇ ਵਿੱਚ ਜਿਹੜਾ ਇਸ਼ੂ ਤੁਹਾਨੂੰ ਪਤਾ ਹੀ ਹੈ ਕਿ ਜਦ ਉੱਥੇ ਇਨਵੀਟੇਸ਼ਨ MP ਰਣਦੀਪ ਸਰਾਏ ਤੇ ਇਨਵੀਟੇਸ਼ਨ ਤੇ ਅਟਵਾਲ ਹੋਣੀ ਉੱਥੇ ਪਹੁੰਚੇ ਸੀ। ਅਟਵਾਲ ਉਹਨਾਂ ਦੇ ਪਹੁੰਚਣ ਤੋਂ ਬਾਅਦ ਫਿਰ ਇੱਥੇ ਦੇ ਮੀਡੀਆ ਨੇ ਗੱਲ ਉਹ ਸ਼ੁਰੂ ਕਰ ਦਿੱਤੀ, ਪਰ ਉਹਨਾਂ ਕੋਲ ਪ੍ਰੋਪਰ ਇਨਵੀਟੇਸ਼ਨ ਸੀ ਤੇ ਇੱਧਰ ਐਰਨ ਟੂਲ ਨੇ ਇਹ ਗੱਲ ਤੋੜ ਦਿੱਤੀ। ਬਹੁਤ ਰੌਲਾ ਉਹਨਾਂ ਦਿਨਾਂ 'ਚ ਪੈਂਦਾ ਰਿਹਾ। ਉਹ ਲਿਸਟ ਦੇ ਉੱਪਰ ਨਾਂ ਸੀ, ਲਿਸਟ ਦੇ ਵਿੱਚ ਉਹ ਇਨਵਾਈਟ ਕੀਤੇ ਗਏ ਸੀ ਰਣਦੀਪ ਸਰਾਏ ਵੱਲੋਂ, ਪਰ ਫਿਰ ਉਹਨਾਂ ਦੇ ਜਾਣ ਤੋਂ ਬਾਅਦ ਫਿਰ ਜਿਹੜੀ ਗੱਲ ਚੱਲੀ ਉਹ ਗੱਲ ਤੇ ਫਿਰ ਇਹ ਮੋਸ਼ਨ ਐਰਨ ਟੂਲ ਲੈ ਕੇ ਆ ਰਿਹਾ ਸੀ। ਤੇ ਐਰਨ ਟੂਲ ਦੇ ਇਸ ਸਟੈਂਡ ਤੇ ਹੁਣ ਜਿਹੜਾ ਟੋਰਾਂਟੋ ਤੋਂ ਕੁਛ ਮੀਡੀਆ ਨੇ ਛਾਪਿਆ ਕਿ ਫਿਰ ਇਹ ਹੁਣ ਫਿਰ ਭੁੱਲਿਓ ਨਾ ਵੀ ਇਹ ਐਰਨ ਟੂਲ ਕੀ ਹੈ ਤੇ ਉਹ ਸਾਡੇ ਲਈ ਕੀ ਸੋਚ। ਇਹ ਇੱਕ ਖਬਰ ਹੈ। ਦੂਜੀ ਖਬਰ, ਇੱਕ ਕੈਨੇਡੀਅਨ ਐਸੋਸੀਏਸ਼ਨ ਆਫ ਬ੍ਰੌਡਕਾਸਟਰਸ ਹੈ, ਕੈਬ ਜਿਹਨੂੰ ਕਹਿੰਦੇ ਨੇ, ਉਹਨੇ ਖਬਰ 2 ਦਿਨ ਪਹਿਲਾਂ ਦਿੱਤੀ ਹੈ ਕਿ ਆਉਣ ਵਾਲੇ 2 ਸਾਲਾਂ ਦੇ ਵਿੱਚ 200 ਕੈਨੇਡੀਅਨ ਰੇਡੀਓ ਸਟੇਸ਼ਨ ਤੇ 40 ਦੇ ਕਰੀਬ ਲੋਕਲ ਟੈਲੀਵਿਜ਼ਨ ਜਿਹੜੇ ਬੰਦ ਹੋ ਜਾਣਗੇ। 50 ਰੇਡੀਓ ਸਟੇਸ਼ਨ ਤਾਂ ਛੇਤੀ 6 ਮਹੀਨੇ 'ਚ ਬੰਦ ਹੋ ਜਾਣਗੇ, 150 ਜਿਹੜਾ ਆਉਣ ਵਾਲੇ 18 ਮਹੀਨੇ 'ਚ ਬੰਦ ਹੋ ਜਾਣਗੇ ਤੇ 2000 ਦੇ ਕਰੀਬ ਨੌਕਰੀਆਂ ਚਲੇ ਜਾਣਗੀਆਂ। ਪ੍ਰਾਈਵੇਟ ਰੇਡੀਓ ਸਟੇਸ਼ਨਾਂ ਦੀ ਵੀ ਉਹਨੇ ਗੱਲ ਕੀਤੀ ਹੈ। ਆਈ ਪ੍ਰਾਈਵੇਟ ਨੇ, ਕਿਸੇ ਕੋਲ ਵੱਡੀ ਕੰਪਨੀ ਕੋਲ 20 ਨੇ, 30 ਨੇ, 10 ਨੇ, 5 ਨੇ। ਕਾਰਨ ਜਿਹੜਾ ਐਡਵਰਟਾਈਜ਼ਮੈਂਟ ਦਾ ਜਿਹੜਾ ਰੈਵਨਿਊ ਆ ਉਹ COVID-19 ਕਰਕੇ ਘਟਣਾ। ਇੱਕ ਹੋਰ ਵੱਡੀ ਚੇਂਜ ਜਿਹੜੀ ਆ ਰਹੀ ਆ ਉਹ ਇਹ ਆ ਰਹੀ ਹੈ ਕਿ ਜਿਹੜਾ ਵੈਬ TV ਨੇ ਟਿਪੀਕਲ ਕੇਬਲ TV ਦੀ ਜਗ੍ਹਾ ਲੈ ਜਾਣੀ। 1 ਸਾਲ ਦੇ ਵਿੱਚ ਵੀ ਤੁਸੀਂ ਵੇਖਿਓ, ਹੁਣ ਵੀ ਜੇ ਤੁਸੀਂ IPTV ਤੇ ਦੇਖਦੇ ਹੋ, ਪੰਜਾਬੀ ਦੇ 300 ਚੈਨਲ ਨੇ ਘੱਟੋ ਘੱਟ, ਹਰ ਤੀਜੇ ਦਿਨ ਨਵਾਂ ਚੈਨਲ ਖੁੱਲ੍ਹਦਾ। ਹਾਂ, ਉਹ ਠੀਕ ਹੈ, ਉਹ ਚੈਨਲ ਚੱਲੀ ਤਾਂ ਜਾਣਗੇ, ਪਰ ਉਹ ਕਿੰਨਾ ਚਿਰ, ਕਿਉਂਕਿ ਲਾਈਵ ਸਟਰੀਮਿੰਗ ਦਾ ਖਰਚ, ਆਫਿਸ ਦਾ ਖਰਚ, ਕੈਮਰਿਆਂ ਦਾ ਖਰਚ, 5-7 ਹਜ਼ਾਰ ਦਾ ਖਰਚ ਮਹੀਨੇ ਦਾ ਹੈਗਾ, ਉਹ ਕਿੰਨਾ ਕੁ ਚਿਰ ਸਰਵਾਈਵ ਕਰਨਗੇ ਉਹ ਜਦ ਉਹਨਾਂ ਕੋਲ ਐਡਵਰਟਾਈਜ਼ਮੈਂਟ ਨਾ ਆਈ। ਐਡਵਰਟਾਈਜ਼ਮੈਂਟ ਉੱਥੇ ਆਉਂਦੀ ਹੈ ਜਿੱਥੇ ਉਹਦਾ ਪ੍ਰੈਜ਼ੈਂਟਰ ਆ ਜਿਹੜਾ ਉਹ ਅਪਰੂਵ ਹੈ ਲੋਕਾਂ ਦੇ ਵਿੱਚ, ਜਾਂ ਕੰਟੈਂਟਸ ਨੇ ਜਿਹੜੇ ਉਹਦੇ ਸ਼ੋਅ ਦੇ ਉਹ ਵਧੀਆ ਨੇ। ਉਹ ਇਹ ਬੜਾ ਸੌਖਾ ਹੋ ਗਿਆ ਇੱਕ ਮਤਲਬ ਬਣਾਉਣਾ ਤੇ ਬਣਾ ਕੇ ਕੁਛ ਜਿਹੜੇ YouTube ਬੇਸਡ ਚੈਨਲ ਨੇ ਉਹ YouTube ਦੀ ਵਿਊਅਰਸ਼ਿਪ ਦਿਖਾ ਕੇ ਬੜਾ ਇਹ ਗੱਲ ਦਾ ਰੇੜਕਾ ਪਾ ਰਹੇ ਨੇ ਕਿ
ਸਾਨੂੰ ਮਿਲੀਅਨ ਵੇਖਦਾ ਹੈ, ਸਾਨੂੰ 8 ਲੱਖ ਵੇਖਦਾ ਹੈ, ਪਰ ਉਹ ਜਿੱਥੇ ਬੇਸਡ ਨੇ ਉੱਥੇ ਕਿੰਨੇ ਵੇਖਦੇ ਆ ਉਹ ਬਹੁਤ ਵੱਡੀ ਗੱਲ ਹੈ। ਇੰਡੀਆ ਦੇ ਵਿੱਚ 2 ਕਰੋੜ 2.5 ਕਰੋੜ ਸਿੱਖਾਂ ਦੇ ਵਿੱਚੋਂ 5-6 ਲੱਖ ਦਾ ਵੇਖ ਜਾਣਾ ਉਹ ਤਾਂ 2% ਹੈ। ਤੇ ਜਿੱਥੇ ਉਸਨੇ ਐਡਵਰਟਾਈਜ਼ਮੈਂਟ ਲੈਣੀ ਹੈ ਉੱਥੇ ਕਿੰਨੇ ਵੇਖਦੇ ਆ ਉਹ ਮੈਟਰ ਕਰਦਾ। ਸੋ ਇਹ ਜਿਹੜੇ ਟੀਵੀ ਚੈਨਲ ਤੇ ਰੇਡੀਓ ਵੀ ਨੇ ਜਿਹੜੇ ਖੁੱਲ ਰਹੇ ਨੇ, ਧੱਕ ਵੇਖ ਰਹੇ ਨੇ। ਮੈਂ ਜਿਹੜੇ ਗੋਰਿਆਂ ਦੀਆਂ ਫ੍ਰੀਕੁਐਂਸੀਆਂ ਨੇ ਜਿਹੜੀਆਂ 10-10 ਮਿਲੀਅਨ 8-8 ਮਿਲੀਅਨ ਮੰਗਦੇ ਸੀ, ਹੁਣ ਉਹ ਜਿਹੜੇ ਨੇ ਉਹ ਵਿਕ ਰਹੇ ਨੇ। ਪਰ ਉਹਨੂੰ ਲੈ ਕੇ ਕਰੂਗਾ ਕੀ? ਲੈਂਗੁਏਜ ਜਿਵੇਂ ਹੁਣ ਪੰਜਾਬੀ, ਤਾਂ ਪੰਜਾਬੀ ਦਾ ਹੀ ਉਹਨਾਂ ਨੂੰ ਰੇਡੀਓ ਸਟੇਸ਼ਨ ਚਾਹੀਦਾ। ਈਵਨ ਪੰਜਾਬੀ ਦੇ ਵਿੱਚ ਵੀ ਕਈ ਹੈਗੇ AM ਤੇ ਜਿਹੜੇ ਉਹ ਚੱਲ ਨਹੀਂ ਰਹੇ, ਉਹ ਵਿਕ ਰਹੇ ਨੇ। ਵੇਚ ਕੇ ਉਹਨੂੰ ਖਰੀਦ ਕੇ ਕੀ ਕਰੂਗਾ? ਕੋਈ ਐਡਵਰਟਾਈਜ਼ਮੈਂਟ ਜਿਹੜੀ ਹੈ, ਕਿਉਂਕਿ ਕੋਈ ਕਿਸੇ ਵੀ ਰੇਡੀਓ ਸਟੇਸ਼ਨ ਦਾ ਬੇਸ ਹੈ ਸਾਲਾਂ ਦਾ, ਉਹਦਾ ਬੇਸ ਦੇ ਹਿਸਾਬ ਦੇ ਨਾਲ ਉਸਨੂੰ ਲੋਕ ਫੋਲੋ ਕਰਦੇ ਆ। ਇਹ ਜਿਹੜੇ 200 ਦੇ ਕਰੀਬ ਰੇਡੀਓ ਸਟੇਸ਼ਨ ਆਉਣ ਵਾਲੇ 1.5-2 ਸਾਲਾਂ ਦੇ ਨਾਲ ਇਹ ਟੀਵੀ ਸਟੇਸ਼ਨ ਬੰਦ ਹੋ ਜਾਣਾ ਨੇ। COVID-19 ਨੇ ਬਹੁਤ ਫਰਕ ਪਾਇਆ। 12% ਦੇ ਕਰੀਬ ਇਸ ਕੁਆਟਰ ਦੇ ਵਿੱਚ ਸਾਡੀ ਇਕੋਨਮੀ ਸ਼ਰਿੰਕ ਹੋਈ ਆ, 12%। 1961 ਤੋਂ ਬਾਅਦ ਇਹ ਹੋਈ ਹੈ। ਹਾਲੇ ਕਿਹੜੇ ਕਾਰਨ ਕਰਕੇ ਇਹ ਤੇਜ਼ੀ ਰਹੀ? ਪੈਸਾ ਧੇਲਾ, ਲੋਕ ਖਰੀਦੋ ਫਰੋਖਤ ਲੱਗਦਾ ਸੀ ਕਰਦੇ ਆ, ਪਰ ਨਹੀਂ, ਇਹ ਹੁਣ ਦੂਜੇ ਪਾਸੇ ਨੂੰ ਗੱਲ ਜਾ ਰਹੀ ਹੈ। ਸੋ ਥੋੜਾ ਜਿਹਾ ਸੰਭਲ ਕੇ ਚੱਲਣ ਦੀ ਲੋੜ ਹੈ। ਸਾਹਮਣੇ ਮੂੰਹ ਦੇ ਵੇਖ ਕੇ, ਨੌਕਰੀਆਂ ਦਾ ਕੁਝ ਨਹੀਂ ਪਤਾ, ਥੋੜਾ ਜਿਹਾ ਦਿਮਾਗ ਦੇ ਨਾਲ ਕੋਈ ਵੀ ਇਨਵੈਸਟਮੈਂਟ, ਕੋਈ ਵੀ ਘਰ ਦਾ ਸਮਾਨ, ਥੋੜਾ ਬਹੁਤਾ ਮੀਂਹ ਦੇ ਲਈ ਦਾਣੇ ਰੱਖ ਲਿਓ, ਕਾਹਲੀ ਨਾ ਕਰਿਓ ਕਿਸੇ ਚੀਜ਼ ਤੇ। ਇਹ ਥੋੜਾ ਜਿਹਾ ਪਲੀਜ਼ ਸੋਚ ਕੇ ਚੱਲਿਓ। ਜਿਹੜਾ ਨਾ ਆਲੇ ਦੁਆਲੇ ਲੱਗਦਾ ਹੁੰਦਾ ਵੀ ਬਹੁਤ ਵਧੀਆ ਹੋ ਰਿਹਾ, ਤੇਜ਼ੀ ਹੋ ਰਹੀ, ਉਹ ਕੋਈ ਸੱਚ ਨਹੀਂ ਹੁੰਦੀ ਕਿ ਉਹ ਤੇਜ਼ੀ ਹੋ ਰਹੀ। ਤੁਸੀਂ ਇਸ ਚੀਜ਼ ਦਾ ਆਪਣੇ ਹਿਸਾਬ ਨਾਲ ਖਿਆਲ ਰੱਖਣਾ ਕਿ ਤੁਸੀਂ ਕਿੱਥੇ ਖੜੇ ਹੋ। ਪਲੀਜ਼ ਕਾਹਲੀ ਨਾ ਕਰਿਓ ਕਿਸੇ ਚੀਜ਼ ਤੇ। ਜਿਹੜੇ 20-50 ਹਜ਼ਾਰ ਕੁਛ ਬੈਂਕ ਦੇ ਵਿੱਚ ਹੈਗੇ ਉਹਨਾਂ ਨੂੰ ਰੱਖ ਲਿਓ। ਇਹ ਨਹੀਂ ਹੈ ਵੀ ਸਾਰੇ ਮੁਕਾ ਕੇ ਸਾਹ ਲੈਣਾ। ਇੱਥੇ ਕੁਛ ਨਹੀਂ ਪਤਾ ਕੀ ਹੋਣਾ। COVID-19 ਦੀ ਨੈਕਸਟ ਫੇਜ਼ 'ਚ 500-550 ਦੇ ਕਰੀਬ ਇਕੱਲੇ ਸਰੀ 'ਚ ਪੇਸ਼ੈਂਟ ਨੇ ਜਦ ਦਾ ਇਹ COVID-19 ਸ਼ੁਰੂ ਹੋਇਆ। ਤੇ ਅਸੀਂ ਆਦਮਬੋ ਕਰਦੇ ਫਿਰਦੇ ਹਾਂ, ਅਸੀਂ ਸਿਆਣਪ ਨਾਲ ਨਹੀਂ ਤੁਰਦੇ ਫਿਰਦੇ। ਤੋ ਜਿਹੜੀ ਅੱਜ ਦੀ ਖਬਰ ਹੈ ਕਿ 11% ਦੇ ਕਰੀਬ ਇਕੋਨਮੀ ਸ਼ਰਿੰਕ ਹੋਈ ਹੈ, ਕਈ ਵਾਰ ਸਾਨੂੰ ਬਹੁਤ ਕੁਝ ਲੱਗਣ ਲੱਗ ਜਾਂਦਾ ਕਿ ਆਹ ਹੋ ਰਿਹਾ, ਆ ਰਿਹਾ। ਸਾਰਾ ਕੁਝ ਸਹੀ ਨਹੀਂ ਹੁੰਦਾ। ਸਮਝ ਕੇ, ਸੋਚ ਕੇ, ਵਿਚਾਰ ਕੇ ਇਨਵੈਸਟ ਕਰਨੀ। ਤੇ ਰੇਡੀਓ ਟੀਵੀ ਵੀ ਕਿਹਦੇ ਸਿਰ ਤੇ ਚੱਲਦੇ ਨੇ? ਐਡਵਰਟਾਈਜ਼ਮੈਂਟ ਕਿਹਨੂੰ ਆਉਂਦੀ ਹੈ? ਸਾਰਿਆਂ ਨੂੰ ਆਉਂਦੀ ਹੈ? ਨਹੀਂ। ਜਿਹੜੇ ਲੋਕਾਂ ਦੀ ਕਚਹਿਰੀ 'ਚ ਐਕਸੈਪਟਡ ਨੇ, ਲੋਕ ਹੋਸਟ ਨੇ, ਟੀਵੀ ਐਂਕਰ ਨੇ, ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਆ, ਉਹਨਾਂ ਨੂੰ ਐਡਵਰਟਾਈਜ਼ਮੈਂਟ ਆਉਂਦੀ। ਉਹ ਇਹ ਰੇਡੀਓ ਜਿਹੜੇ ਨੇ ਸਭ ਚੰਗਾ ਲੱਗਣ ਲੱਗ ਰਿਹਾ, ਇਹ ਬੰਦ ਹੋ ਜਾਣੇ ਜਿਹੜੇ ਨਹੀਂ ਚੱਲ। ਜਾਂ ਉਹ ਕਿੰਨਾ ਚਿਰ $20 ਵਾਲੀ ਚੀਜ਼ $5 ਦੀ ਵੇਚ ਕੇ ਕਿੰਨਾ ਚਿਰ ਸਰਵਾਈਵ ਕਰਨਗੇ? ਜਿਹੜਾ ਕੋਈ ਕੰਮ ਕਰਨ ਆਉਂਦਾ ਹੈ ਉਹਨੇ ਜਵਾਕ ਵੀ ਪਾਲਣੇ ਆ। ਸਾਡੇ ਤਾਂ ਇਹ ਗੱਲ ਹੁੰਦੀ ਹੈ ਨਾ ਵੀ ਪਹਿਲਾਂ 5-7 ਮਹੀਨੇ ਆ ਜਾਓ, ਫ੍ਰੀ ਹੋ ਕਰੋ ਕੰਮ, ਫ੍ਰੀ ਕਰ ਲਓ ਕੋਈ ਕੰਮ, ਤੇ ਕਹਿ ਕੰਟੈਂਟ ਦਊ ਜਿਹੜਾ ਫ੍ਰੀ ਕਰਦਾ। ਇਹ ਆਊਟ ਆਫ ਬਿਜ਼ਨਸ ਚੀਜ਼ਾਂ ਹੋ ਜਾਣੀਆਂ। ਸਾਡੇ ਭਾਈਚਾਰੇ 'ਚ ਰੇਡੀਓ ਦੇ ਨਾਲ ਸਥਾਪਤੀ ਦੀ ਗੱਲ ਬੜੀ ਜੁੜੀ ਹੋਈ ਹੈ। ਪੈਸੇ ਵਾਲੇ ਪੋਲੀਟੀਸ਼ੀਅਨਸ ਉਹ ਕਹਿੰਦੇ ਵੀ ਰੇਡੀਓ ਲਈਏ, ਰੇਡੀਓ ਦੇ ਨਾਲ ਫਿਰ ਗਾਹਾਂ ਇਲੈਕਸ਼ਨਾਂ ਜਿੱਤਾਂਗੇ, ਰੇਡੀਓ ਤੇ ਬਿਠਾ ਕੇ ਮਰਜ਼ੀ ਦੇ ਟਾਕ ਸ਼ੋਅ ਕਰਾਵਾਂਗੇ, ਜਿਹਦੀ ਮਰਜ਼ੀ ਪੱਗ ਲਾਹਾਂ, ਜਿਹਦੀ ਮਰਜ਼ੀ ਬਾਂਹ ਮਰੋੜਾਂਗੇ, ਉਹਦੇ ਬਾਅਦ ਫਿਰ ਜਿੱਤਾਂਗੇ। ਤੇ ਸਾਡੀ ਮਰਜ਼ੀ ਨਾਲ ਤੇ ਆਪੇ ਹੀ ਉਹ ਕਹਿੰਦੇ ਫਿਰੀ ਜਾਂਦੇ ਨੇ ਜਿਨ੍ਹਾਂ ਦੇ ਰੇਡੀਓ ਨੇ। ਦੇਖੋ ਜੀ, ਸਾਡੇ ਹੋਸਟਾਂ ਨੂੰ ਬਹੁਤ ਲੋਕ ਸੁਣਦੇ, ਸਾਡੇ ਜਿੱਧਰ ਨੂੰ ਕਰਦੇ ਨੇ ਉੱਧਰ ਨੂੰ ਕਰ ਦਿੰਦੇ। ਇਸ ਤਰ੍ਹਾਂ ਨਹੀਂ ਹੁੰਦਾ। ਲੋਕ ਸਿਆਣੇ ਬਹੁਤ ਨੇ। ਹੋਸਟਾਂ ਦੇ ਕਹਿਣ ਤੇ ਵੋਟ ਕੋਈ ਪਾ ਦੂ, ਸਾਡੇ ਕਹਿਣ ਤੇ ਭੁੱਲ ਜਾਓ। ਇਸ ਤਰ੍ਹਾਂ ਨਹੀਂ ਹੁੰਦਾ। ਲੋਕ ਵੋਟ ਨਾਲ ਪਾਉਂਦੇ। ਹਾਂ, ਤੁਸੀਂ ਉਹ ਕਰਦੇ ਜਿੰਨੀ ਮਰਜ਼ੀ ਲੜਾਈ ਚੱਲੋ। ਤੇ ਕੁਛ ਹੁਣ ਕਾਲਰਾਂ ਨੂੰ ਵੀ ਬੇਨਤੀ ਮੈਂ ਕਰਦਾ, ਸਥਾਪਿਤ ਕਾਲਰ ਨੇ ਨਾ, ਉਹ ਥੋੜੇ ਜਿਹੇ ਸ਼ਬਦ ਆਪਣੇ ਵਿੱਚ ਅੱਗੇ, ਜਿਵੇਂ ਮੈਂ ਦੱਸ ਦਿੰਦਾ ਨੇ ਵੀ ਆਹ ਜਿਹੜੀ ਕੋਵਿਡ ਮਹਾਵਾਰੀ ਹੈ, ਮਹਾਵਾਰੀ ਨਹੀਂ। ਇਸ ਤਰ੍ਹਾਂ ਆਵਾਮ 'ਚ ਨੰਗੇ ਨਹੀਂ ਲੋਕ ਹੁੰਦੇ, ਹਮਾਮ 'ਚ ਨੰਗੇ ਹੁੰਦੇ ਨੇ। ਥੋੜ੍ਹੀ ਬਹੁਤੀ ਕਿਰਪਾ ਕਰੋ, ਆਪਣੀ ਸ਼ਕਲ ਸੂਰਤ ਲੋਕਾਂ 'ਚ ਵਿਚਰਦੇ ਹੋ ਤੁਸੀਂ। ਹਮਾਮ ਤੇ ਆਵਾਮ ਦੋ ਸ਼ਬਦ ਨੇ। ਆਵਾਮ ਲੋਕ ਨੇ, ਹਮਾਮ ਕਹਿੰਦੇ ਨੇ ਅਰਬੀ ਦਾ ਸ਼ਬਦ ਹੈ ਗੁਸਲਖਾਨੇ। ਆਵਾਮ 'ਚ ਨੰਗੇ ਨਹੀਂ ਹੁੰਦੇ।
ਮਹਾਮਾਰੀ ਹੁੰਦੀ ਆ, ਮਹਾਵਾਰੀ ਨਹੀਂ ਹੁੰਦੀ। ਥਰਲੇ ਨਾ ਐਵੇਂ ਲਮਕਾਇਆ ਕਰੋ, ਥੋੜੀ ਬਹੁਤੀ ਗੱਲ ਸਹੀ ਕਰਿਆ ਕਰੋ। ਸੋ ਇਹ ਰੇਡੀਓ ਸਟੇਸ਼ਨਾਂ ਦਾ ਜਿਹੜੀ ਇਹ ਅਸਲ ਪਹਿਲਾਂ ਜਿਨ੍ਹਾਂ ਨੇ ਇਨਵੈਸਟ ਕਰਕੇ $2-2 ਮਿਲੀਅਨ ਲੋਕ ਸੇਵਾ ਦੇ ਵਿੱਚ ਗੱਲ ਤੋਰੀ ਪਿਓਰ ਬਿਜ਼ਨਸ ਦੇ ਨਾਲ, ਉਹਦੇ ਜਦ ਵਿੱਚ ਵਰਸ਼ਾਗਰਦੀ ਆ ਗਈ ਨਾ ਤੇ ਅਸੀਂ ਇਉਂ ਕਰ ਦਈਦਾ, ਫਿਰ ਇਉਂ ਸਾਡਾ ਐਂ ਕਰਾ ਦਿੰਦੇ ਹਾਂ, ਅਸੀਂ ਇੱਥੋਂ ਐਂ ਕਰ ਦਾਂਗੇ, ਇੱਧਰਲੀ ਗੱਲ ਐਂ ਮੋੜ ਦਿਆਂਗੇ। ਬਸ ਉਹਦੇ ਵਿੱਚੋਂ ਫਿਰ ਕਲੇਸ਼, ਉਹਦੇ ਵਿੱਚੋਂ ਕੀ ਹਾਲ ਹੋਇਆ ਉਹ ਆਪਾਂ ਵੇਖਿਆ ਹੀ, ਕੀ ਹਾਲ ਹੋਊਗਾ ਇਹ ਵੀ ਵੇਖਣਾ। ਸਾਡਾ ਕੰਮ ਦੀਆਂ ਖਬਰਾਂ ਲੋਕਾਂ ਤੱਕ ਪਹੁੰਚਾਉਣਾ, ਤੇ ਇਹਨੂੰ ਅਸੀਂ ਨਿੱਜ 'ਚ ਨਾ ਲਿਆ ਕਰੀਏ। ਕਈ ਵਾਰ ਨਾ ਅਸੀਂ ਨਿੱਜੀ ਤੌਰ ਤੇ ਸੋਚਦੇ ਸਾਨੂੰ ਸਾਡੀ ਖਬਰ ਹੈ, ਤੁਹਾਡੀ ਖਬਰ ਨਹੀਂ, ਖਬਰ ਹੈ। ਲੋਕ ਮੇਨ ਸਟ੍ਰੀਮ ਮੀਡੀਆ ਨੂੰ ਵੇਖੋ ਤੁਸੀਂ, ਉਹ ਕਰਦੇ ਕੀ ਨੇ, ਕਿਵੇਂ ਉਹ ਪਚਕੇ ਉਡਾਉਂਦੇ ਆ, ਲੈ ਜਾਂ ਟਰੂਡੋ ਹੋਵੇ ਜਾਂ ਸ਼ੀਅਰ ਹੋਵੇ ਜਾਂ ਜਗਮੀਤ ਸਿੰਘ ਹੋਣੀ ਕੋਈ ਹੋਵੇ, ਉਹਨਾਂ ਦੇ ਓਪੀਨੀਅਨ ਪੜ੍ਹ ਕੇ ਵੇਖਿਓ, ਐਡੀਟੋਰੀਅਲ ਪੜ੍ਹ ਕੇ ਵੇਖਿਓ, ਲਿਖਦੇ ਕਿਵੇਂ ਨੇ। ਇੱਥੇ ਮਾੜੀ ਜੀ ਖਬਰ ਦੇਤੀ, ਉਹ ਸਾਡੀ ਖਬਰ ਦੇਤੀ ਜੀ, ਸਾਡਾ ਇਹ ਕਰਤਾ, ਸਾਨੂੰ ਇਸ ਤਰ੍ਹਾਂ ਨਹੀਂ ਹੁੰਦੀ ਗੱਲ। ਖਬਰ ਦਾ ਕੰਟੈਕਸਟ ਕੀ ਆ, ਕਿਹਦੇ ਲਈ ਦਿੱਤੀ ਜਾ ਰਹੀ ਆ, ਉਹ ਜ਼ਰੂਰ ਸੋਚੋ। ਇਹ ਇੱਕ ਹੁਣ ਸੋਧ ਆਉਣ ਜਾਣੀ ਹੈ ਆਉਣ ਵਾਲੇ ਸਾਲ ਦੇ ਵਿੱਚ। 200 ਦੇ ਵਿੱਚੋਂ ਪੰਜਾਬੀਆਂ ਦੇ ਵੀ ਹੋਣਗੇ ਕੁਛ ਜਿਹੜੇ ਬੰਦ ਹੋਣਗੇ। ਇਹ ਜਿਹੜੀ ਗੱਲ ਚੱਲੀ ਸੀ ਨਾ ਵੀ ਇਹਦੇ ਤੋਂ ਤਾਂ ਅਸੀਂ ਹੁਣ ਐਮਪਾਇਰ ਖੜਾ ਕਰ ਦੇਣਾ, ਕੋਸਟ ਟੂ ਕੋਸਟ, ਇੱਥੇ ਵੀ ਲਾਇਆ ਉੱਥੇ ਵੀ ਲਾਇਆ। ਫਿਰ ਰਾਜਨੀਤਿਕ ਬੰਦੇ ਆਉਣਗੇ, ਰਾਜਨੀਤਿਕ ਬੰਦਿਆਂ ਨੂੰ ਕਹਾਂਗੇ ਲਓ ਤੁਹਾਨੂੰ ਆਹ ਕਰਕੇ ਦਿੰਦੇ, ਸਾਨੂੰ ਹੋਰ ਦੇ ਦਿਓ ਰੇਡੀਓ ਸਟੇਸ਼ਨ। ਉਹ ਗੱਲ ਫੇਲ ਹੋ ਜਾਣੀ। ਇੱਕ ਬੰਦਾ ਸੋਚਦਾ, ਇੱਕ ਗੱਲ ਆ, ਬੰਦੇ ਵਪਾਰੀ ਬੰਦੇ ਉਹਨਾਂ ਭਾਅ ਆਉਣ ਦੇ ਦੇਣਗੇ ਬਾਹਰ ਨਹੀਂ, ਪਰ ਕੁਦਰਤ ਕੁਛ ਕਰ ਦਿੰਦੀ ਹੈ। ਇਹ ਜੀ ਕੁਦਰਤ ਉਹਨਾਂ ਦੀ ਰੱਖੀ ਇੱਟ ਹਵਾ 'ਚ ਚੱਕ ਕੇ ਸੜ ਦਿੰਦੀ ਹੈ। ਜਿਨ੍ਹਾਂ ਦੇ ਬਰਾਬਰ ਕੋਈ ਨਹੀਂ ਕਰਦਾ, ਲੋਕ ਗੱਲ ਖੜ ਕੇ ਗੱਲ ਸੁਣੋ, ਕੌਣ ਹੈ ਤੂੰ, ਕੀ ਕਰਦਾ ਤੂੰ, ਇੱਥੇ ਤੱਕ ਗੱਲ ਆ ਜਾਏ। ਸੋ ਇਹ ਮਤਲਬ ਆਉਣ ਵਾਲੇ ਸਮੇਂ 'ਚ ਚੇਂਜਸ ਹੋਣੀਆਂ ਨੇ ਤੇ ਸੁਭਾਵਿਕ ਨੇ। ਉਹ ਇਹ ਕੈਨੇਡੀਅਨ ਐਸੋਸੀਏਸ਼ਨ ਆਫ ਬ੍ਰੌਡਕਾਸਟਰ ਨੇ ਖਬਰ ਦਿੱਤੀ ਹੈ 50 ਟੀਵੀ ਹੁਣ ਜਿਹੜੇ ਨੇ ਨਹੀਂ ਐਡਵਰਟਾਈਜ਼ਮੈਂਟ ਤੋਂ ਬਿਨਾਂ ਆਪਣੇ ਸ਼ੌਕ ਲਈ ਚਲਾਉਣਾ, ਕੋਈ ਚਲਾਈ ਚੱਲੇ। ਰੇਡੀਓ ਨੇ ਜਿਹੜੇ ਬਿਲਡਿੰਗਾਂ ਨੇ, ਕੰਮ ਕਰਨ ਵਾਲੇ ਨੇ, ਖਰਚੇ ਨੇ ਮਹੀਨੇ ਦੇ, ਉਹ ਹੁਣ 2000 ਦੇ ਕਰੀਬ ਨੌਕਰੀਆਂ ਜਾਣਗੀਆਂ। ਰੇਡੀਓ 200 ਦੇ ਕਰੀਬ ਬੰਦ ਜਿਹੜਾ ਇਹ ਹੋਣ ਜਾ ਰਿਹਾ। ਕੈਨੇਡੀਅਨ ਐਸੋਸੀਏਸ਼ਨ ਆਫ ਬ੍ਰੌਡਕਾਸਟਰ ਨੇ ਇਹ ਗੱਲ ਕੀਤੀ ਹੈ। ਵਪਾਰਕ ਸੰਦੇਸ਼ ਮੁੜ ਕੇ। ਕਰੋਨਾ ਨੇ ਪਿਛਲੇ 5 ਮਹੀਨਿਆਂ 'ਚ 4 ਮਹੀਨਿਆਂ ਦੇ ਵਿੱਚ ਜਿਹੜੇ ਸਾਡੇ ਓਬਵੀਅਸਲੀ 2 ਸਾਲ ਪਹਿਲਾਂ ਦੇ ਵਿਆਹ ਵਗੈਰਾ ਰੱਖੇ ਹੋਏ ਸੀ, ਉਹਨਾਂ ਨੂੰ ਜਿਹੜਾ ਅਸੀਂ ਮਨਾਉਣਾ ਸੀ ਉਹ ਕਰੋਨਾ ਕਰਕੇ ਬਹੁਤ ਫਰਕ ਪਾ ਦਿੱਤਾ। ਇੱਕ ਤਾਂ ਵੱਡੇ ਇਕੱਠ, ਰਿਸੈਪਸ਼ਨ ਦੇ, ਖੈਰ ਉਹ ਜਿਹੜੇ 3-3 4-4 ਅਸੀਂ ਕਰਦੇ ਹਾਂ, ਚੁੰਨੀ ਮਾਈਆਂ ਤੇ ਹੋਰ ਲੱਲਾ ਭੱਬਾ ਨੇ ਕਈ ਮੇਰੇ ਖਿਆਲ ਹੈ ਬਹਾਨਾ ਜਿਹਾ ਬਣਾਇਆ ਹੋਇਆ, ਮਤਲਬ ਲਤਾੜਨ ਦਾ ਕੁੜੀ ਵਾਲੇ ਮੁੰਡੇ ਗਬਲਾ ਜਿਹੜਾ 500-200 ਹੁੰਦਾ ਦੋਨੇ ਪਾਸੇ, ਚੱਲ ਬਈ ਉਧਰ ਨੂੰ, ਚੱਲ ਬਈ ਉਧਰ ਨੂੰ। ਨਾਲੇ ਤਿਆਰ ਹੁੰਦੇ 70% ਗਾਲਾਂ ਕੱਢਦੇ ਨੇ ਅੰਦਰ ਬੈਡਰੂਮ 'ਚ, ਮੀਆਂ ਬੀਵੀ ਆਪਸ ਵਿੱਚ ਦੋਨੇ। ਨਾਲੇ ਤਾਂ ਜਿਊਲਰੀ ਪਾਈ ਜਾਣਗੀਆਂ ਸਰਦਾਰ ਨੇ, ਨਾਲੇ ਕਹੇ ਸਿਆਪਾ ਉਹ ਕਹੀ ਜੋ ਪੱਗ ਦੀ ਪੂਣੀ ਕਰਾਉਂਦਾ ਹੈ, ਹੋਰ ਆ ਪੰਗਾ ਹੀ ਹੈ, ਸਾਲੇ ਨਾ ਖਿਲਾਉਂਦੇ ਨੇ ਨਾ ਪਿਲਾਉਂਦੇ ਨੇ, ਰਾਤ ਨੂੰ 2 ਵਜੇ ਧੱਕੇ ਖਾਂਦੇ ਆਉਣੇ, ਪੂਰੀ ਨਹੀਂ ਹੁੰਦੀ, ਸਵੇਰੇ ਕੰਮ ਤੇ ਜਾਣਾ ਹੁੰਦਾ ਹੈ, ਨਾਲ ਪਟਿਆਂ ਨੂੰ ਜੈਲ ਲਾਉਂਦਾ ਅਗਲਾ, ਕਹਿੰਦਾ ਫਾਇਦਾ ਹੀ ਨਹੀਂ ਇਹ ਚੀਜ਼ ਦਾ ਕੋਈ, ਐਵੇਂ ਖਰਾਬ ਕਰਦੇ ਆ, ਨਾਲੇ ਜਾਣਾ ਜ਼ਰੂਰ ਹੈ। ਉਹ ਜੀ ਮੰਗਣਾ ਜੀ, ਹੁਣ ਮਾਈਆਂ ਦੇਖੋ ਤੁਸੀਂ ਆਹ ਵਿੱਚ ਜਿੱਥੇ 20 ਲੱਲੇ ਭੱਬੇ ਨੇ ਸਰੀਰ ਨੂੰ ਸਾਫ਼ ਕਰਨ ਦੇ, ਉੱਥੇ ਵੀ ਮਾਈਆਂ ਇੱਕ ਮੂਹਰੇ 12 ਖੱਡਾ ਜਿਹਾ ਡਾਹ ਲੈਂਦੇ ਨੇ ਤੇ ਉਹਦੇ ਵਿੱਚ ਪਤਾ ਨਹੀਂ ਹਲਦੀ ਹੁਲਦੀ ਜਿਹਾ ਸਿੱਟੀ ਜਾਂਦੇ ਨੇ ਬਹੁਤ। ਔਰ ਕਿਸੇ ਨੂੰ ਜਿਹੜਾ ਮੂਹਰੇ ਬਣਾਉਂਦਾ ਕਿਸੇ ਨੂੰ ਨਹੀਂ ਪਤਾ ਉਹ ਕੀ, ਜਿਵੇਂ ਆਹ ਰੌਲਾ ਚੱਲਦਾ ਨਾ ਗ੍ਰੰਥਾਂ ਦਾ, ਬਿਨਾਂ ਪੜ੍ਹੇ ਹੋਇਆਂ ਨੂੰ ਵੀ ਇਹ ਆ ਵੀ ਇਹ ਰੌਲਾ ਬਸ। ਇਉਂ ਹੀ ਉਹ 12 ਖੱਡੀ ਜੀ ਮੂਹਰੇ 12 ਡੀਕੀ ਜੀ ਜਿਹੜੀ ਖੇਲਦੇ ਹੁੰਦੇ ਸੀ ਉਹ ਬਣਾਈ ਹੁੰਦੀ ਹੈ। ਬਹੁਤ ਕੁਛ ਕਰਦੇ ਆ, ਲਵੇੜਨ ਦੀ ਗੱਲ ਤੇ ਉਹ ਟਿਊਬਾਂ ਚੋਂ ਕੱਢ ਕੇ ਬਟਨਾ ਉਹ ਫਿਰ ਗੱਲਾਂ ਤੇ ਲਾਈ ਜਾਂਦੇ। ਫਿਰ ਅਸੀਂ ਚੂੜਾ ਚੜਾਉਣ ਜਾਣਾ,
ਤੇ ਫਿਰ ਹੁਣ ਅਸੀਂ ਮੁੜਦੀ ਗੱਡੀ ਜਾਣਾ ਦੂਜੇ ਦਿਨ। ਯਾਰ ਕੀ ਕਰਨ ਲੱਗੇ ਹੋ ਤੁਸੀਂ? ਕਿਉਂ ਮਿੱਝ ਕੱਢਦੇ ਹੋ ਕੁੜੀ ਵਾਲਿਆਂ ਦੀ ਜਾਂ ਮੁੰਡੇ ਵਾਲਿਆਂ? ਕਿਹੜੇ ਕੰਮਾਂ 'ਚ ਤੁਹਾਨੂੰ ਪਤਾ ਹੈ ਵੀ $1,00,000 ਕਿਵੇਂ ਬਣਦਾ? ਤੇ ਉਹ ਜਵਾਕਾਂ ਨੂੰ ਤੁਹਾਡੇ ਤੋਂ ਕਿਉਂ ਨਹੀਂ ਦੇ ਹੁੰਦਾ? ਅੱਜ ਕੱਲ੍ਹ ਦੇ ਸਮੇਂ 'ਚ ਹੁਣ ਤਾਂ ਮਜਬੂਰੀ ਹੋ ਗਈ। ਤੇ ਹੁਣ ਇਹਦੇ ਨਾਲ ਬਿਜ਼ਨਸ ਜਿਹੜੀ ਇਸ ਇੰਡਸਟਰੀ ਨਾਲ ਹੁਣ ਬਹੁਤ ਵੱਡਾ ਇੰਪੈਕਟ ਇਹ ਪਿਆ। ਜਿਹੜੀ ਸਰਵਿਸ ਇੰਡਸਟਰੀ ਹੈ ਉਸਨੇ ਲੱਕ ਤੋੜਤਾ ਲੋਕਾਂ ਦੀ। ਬਹੁਤ ਵੱਡੀ ਇਨਵੈਸਟਮੈਂਟ, ਉਹਨਾਂ ਦਾ ਕੋਈ ਕੰਮ ਨਹੀਂ ਸੀ ਹੋਰ। ਔਰ ਕਿੱਥੇ 3-3 ਸਾਲਾਂ ਦੀਆਂ ਬੁਕਿੰਗ, ਕਿੱਥੇ ਹੁਣ ਇਹਦੀ ਪਤਾ ਅੱਗੇ ਕੀ ਹੋਣਾ। ਔਰ ਇਹ ਜੇ ਤੁਸੀਂ ਕਹੋਗੇ ਨਾ ਔਕੜ ਧੂਤਕੜਾ ਪਊ 1000 ਬੰਦੇ ਦਾ, ਇਹ ਨਹੀਂ ਪੋਸੀਬਲ ਹੈ। ਇਹ ਸੱਚ ਮੰਨ ਕੇ ਚੱਲੋ। ਇਹ ਔਖਾ ਲੱਗਦਾ ਹੁਣ ਬਿਜ਼ਨਸ ਵਾਲੇ ਨੂੰ, ਪਰ ਗੱਲ ਸੱਚ। ਹੁਣ ਕੋਈ ਤਜਰਬਾ ਦੱਸ ਸਕਦੇ ਹੋ? ਕੋਈ ਵਿਆਹ ਅਟੈਂਡ ਕੀਤਾ ਜਿੱਥੇ ਤੁਸੀਂ 15-20 ਬਣੇ ਬੰਦੇ, ਮੁੰਡੇ ਵਾਲੇ 15-20 ਕੁੜੀ ਵਾਲੇ ਹੋ, ਜਾਂ ਕੋਈ ਸੰਸਕਾਰ ਤੇ ਗਏ ਹੋ ਜਿੱਥੇ 20 ਬੰਦੇ ਘਰ ਦੇ ਹੋਣ? ਕੁਛ ਇਹੋ ਜਿਹਾ ਵੇਖਿਆ ਤੁਸੀਂ? ਕੀ ਤਜਰਬਾ ਕੀਤਾ? ਕੀ ਉਹਦੇ ਵਿੱਚੋਂ ਸ਼ੁਕਰ ਵਾਲਾ ਪੰਜਾਬ 'ਚ ਲੋਕ ਮਨਾਉਂਦੇ? ਜੇ ਤੁਸੀਂ ਪੰਜਾਬ ਵਾਲਿਆਂ ਦੀ ਗੱਲ ਕਰੋ ਨਾ, ਉਹ ਕਹਿੰਦੇ ਬਈ ਸ਼ੁਕਰ ਹੀ ਹੋ ਗਿਆ, ਸ਼ੁਕਰ ਹੈ ਬਈ ਜਿਹੜਾ ਕੁਛ ਇੱਥੇ ਅੰਦਰ ਕੜਾਹੀਆਂ 'ਚ ਵਾਲ ਸਾਨੂੰ ਖਿਲਾਉਂਦੇ ਸੀ ਨਾ, ਕੁਆਂਟਲ ਕਲੇਜੀ ਮੁਰਗੇ ਤੇ ਬੱਕਰੇ ਦੀ ਕਹਿ ਕੇ ਪਤਾ ਨਹੀਂ ਕੀ ਸਿੱਟੀ ਜਾਂਦੇ ਸੀ। ਤੇ ਵੱਡੇ ਟੁੱਕੇ ਮਰੇ ਹੋਏ ਮੁਰਗੀਆਂ ਮਰ ਗਏ ਜੇ, ਤੇ ਕੱਟ ਕੇ ਵੱਢ ਕੇ ਸਿੱਧੀ ਡੀਪ ਫਰਾਈ। ਤੇ ਜੱਟ ਵਿਗੜੇ ਹੋਏ ਸਵੇਰੇ ਚੰਗੀ ਤਿਆਰੀ ਕੀਤੀ ਹੋਈ ਫੁਕੜ ਛਕਿਆ ਹੋਇਆ, ਤੇ ਜਾ ਕੇ ਬਹਿਰੇ ਨੂੰ ਦੇ ਕੇ 200 ਰੁਪਈਆ ਨਾ ਕੋਲੇ ਖੜਾ ਦਿੰਦਾ, ਤੂੰ ਮੇਰਾ ਖਿਆਲ ਰੱਖਣਾ, ਆ ਫੜ 200 ਰੁਪਈਆ, ਇੱਧਰ ਕੋਈ ਆ ਜਾਣਾ ਹੈ ਮੁੜ ਕੇ। ਉਹਨੂੰ ਕਰਨ 'ਚ ਸਮਝਾਉਂਦੇ ਕਰਨਾ ਕੀ ਵੀ ਸ਼ਰਾਬ ਲੈ ਆਵੇ, ਸਾਡੇ ਕੋਲ ਖਾਣ ਨੂੰ ਕੁਛ ਲੈ ਆਵੇ। ਤੇ ਜਦ ਨੂੰ ਮੁੰਡਾ ਕੁੜੀ ਆਉਂਦੇ ਨੇ, ਜਦ ਬਾਹਰਲੇ ਉਹ ਨਾ ਜਿੱਥੇ ਕੁਰਸੀਆਂ ਡਾਈਆਂ ਹੁੰਦੀਆਂ ਨੇ ਘਾਹ ਵਾਲੀ ਜਗ੍ਹਾ ਤੇ, ਜਦ ਉੱਥੋਂ ਤੁਰਦੇ ਨੇ, ਮਤਲਬ ਜਾਨਵਰਾਂ ਨੂੰ 5 ਘੰਟੇ ਲੱਗਦੇ ਨੇ ਉਹ ਹੱਡੀਆਂ ਚੱਕਣ ਨੂੰ। ਬੰਦੇ ਦੇ ਤਾਂ ਬਸ ਦੀ ਗੱਲ ਨਹੀਂ। ਇਉਂ ਲੱਗਦਾ ਹੁੰਦਾ ਵੀ ਹੱਡਾ ਰੋੜੀ ਦੇ ਵਿੱਚੋਂ ਬੰਦਾ ਕੋਈ ਉੱਠਿਆ ਹੋਇਆ, ਉਹ ਖੰਡਾਈਆਂ ਹੁੰਦੀਆਂ। ਤੇ ਫਿਰ 1.5 ਘੰਟਾ ਉੱਥੇ ਲਾ ਕੇ ਵੱਡੀਆਂ ਲਾਈਟਾਂ, ਕੋਈ ਅੱਧਿਆਂ ਤੇ ਚੜ੍ਹ ਨਹੀਂ ਹੁੰਦਾ ਸਟੇਜ ਤੇ, ਘਰ ਵਾਲੀ ਨੂੰ ਫੜ ਕੇ ਚੜਾਉਂਦੇ ਨੇ, ਕਦੇ ਬੰਦੇ ਨੂੰ ਫੜ ਕੇ ਚੜਾਉਂਦੇ ਨੇ, ਗੋਡੇ ਘੁੰਮੇ ਪਏ ਨੇ ਥੱਲੇ, ਲੱਤਾਂ ਜਿਹੜੀਆਂ ਨੇ ਇਹ ਬਣਦੀਆਂ ਜਾਂਦੀਆਂ ਨੇ। ਤੇ ਫਿਰ ਉਹ ਸ਼ਗਨ ਦੇ ਵਿੱਚ ਸ਼ਗਨ ਮੂਹਰੇ ਵੀਡੀਓ ਵਾਲੇ 3 ਖੜਾਏ ਹੁੰਦੇ ਨੇ, ਘਰ ਵਾਲੇ ਕਹਿੰਦਾ ਦੇਖਣਾ ਕੌਣ ਕਿਹੜਾ ਕੀ ਪਾ ਕੇ ਗਿਆ, ਜ਼ੂਮ ਕਰ ਕੇ ਦੇਖ, ਮੈਂ ਫਲਾਣੇ ਦੇ ਆਹ ਕਰਕੇ ਆਇਆ ਮੇਰੇ। ਸੋ ਇਹ ਹੁਣ ਜਿਹੜੇ ਇੱਥੇ ਵਿਆਹ ਸ਼ਾਦੀ ਵਿਆਹ ਹੋ ਰਹੇ ਨੇ, ਇਕੱਠ ਕਰ ਰਹੇ ਹੋ ਤੁਸੀਂ, ਇਉਂ ਦੱਸਿਓ ਵੀ ਕਿਹੋ ਜਿਹਾ ਤੁਹਾਨੂੰ ਉਹਦੇ ਵਿੱਚੋਂ ਅਨੁਭਵ ਹੁੰਦਾ? ਕਿੰਨਾ ਕੁ ਅਨੁਭਵ ਹੁੰਦਾ? ਵਧੀਆ ਅਨੁਭਵ ਹੁੰਦਾ? ਘਰ ਦੇ ਵਿੱਚ ਸਾਰ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਸਾਰਾ ਪਰਿਵਾਰ ਜਾਂਦਾ, ਬਹੁਤ ਵਧੀਆ ਆਰਾਮ ਦੇ ਨਾਲ ਜਿਹੜੀਆਂ ਤੁਹਾਡੇ ਆਨੰਦ ਕਾਰਜ ਹੁੰਦੇ ਨੇ। ਇੱਕ ਬੇਨਤੀ ਇੱਕ ਹੋਰ ਮੰਨ ਲਿਓ, ਜਿਹੜੇ ਜਵਾਕ ਜੱਲੇ ਨਾ ਆਪਸ ਵਿੱਚ 3 ਸਾਲਾਂ ਦੇ ਤੁਰੇ ਫਿਰਦੇ ਨੇ ਨਾ, ਡੇਟ ਕਰਦੇ, ਉਹ ਕੁੜੀ ਨੂੰ ਫੜ ਕੇ ਤੋਰਨ ਦੀ ਨਹੀਂ ਆਲੇ ਦੁਆਲੇ ਲੋੜ ਗੁਰੂ ਗ੍ਰੰਥ ਸਾਹਿਬ ਜੀ ਦੇ। ਨਾ ਉਹ ਤੁਸੀਂ ਤਗਵੰਜ ਕਰੋ, ਨਾ ਉਹ ਇੱਕੋ ਕਿਸਮ ਦੀਆਂ ਵਰਦੀਆਂ ਸਕੂਲ ਵਾਲੀਆਂ ਬੈਂਡ ਬਾਜੇ ਵਾਲਿਆਂ ਨੂੰ ਪਾ ਲਿਆ ਕਰੋ, ਨਾ ਕੁੜੀ ਵਾਲਿਆਂ ਤੇ ਵਜ਼ਨ ਕਰੋ, ਉਹ ਲੋੜ ਨਹੀਂ ਹੈ। ਉਹ ਕਿਉਂ ਤੁਸੀਂ ਪ੍ਰਥਾ ਪੁਰਾਣੀ ਲੈਣ ਦੀ? ਜਦ ਘੁੰਡ ਕੱਢੇ ਹੁੰਦੇ ਦਿਖਦਾ ਹੀ ਨਹੀਂ ਸੀ ਕੋਈ। ਇਹ ਸਮਾਂ ਸੀ ਮੰਮੇ ਚੱਕ ਕੇ ਕੁੜੀ ਨੂੰ ਵੀ ਜਿਹੜੀ ਹੈ ਉਹ ਲਾਵਾਂ ਕਰਾਉਂਦੇ ਰਹੇ। ਪਲੀਜ਼ ਆਹ ਜਗ੍ਹਾ ਤੇ ਆਪਾਂ ਹਟ ਜਾਈਏ, ਸਿਆਣੇ ਹੋ ਜੀ। ਤਾਂ ਕਿਉਂ ਜਿਹਾ ਤਜਰਬਾ ਰਿਹਾ ਇਹਨਾਂ ਦਿਨਾਂ ਦੇ ਵਿੱਚ? ਕੋਈ ਵਿਆਹ ਜਾਂ ਕੋਈ ਸੰਸਕਾਰ ਤੇ ਜਾਂ ਭੋਗ ਤੇ ਜਾਂ ਘਰ ਦੀ ਕੋਈ ਚੱਠ ਕੀਤੀ ਹੋਵੇ? ਸਾਹਿਬ ਪਲਵਿੰਦਰ ਸਿੰਘ, ਲਾਈਨ ਨੰਬਰ 2। ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ, ਅਮਰੀਕਾ ਤੋਂ ਬੋਲਦੇ ਆ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਬਾਕੀ ਜੀ ਜਿਹੜਾ ਅਸੀਂ ਮਜ਼ਾ ਲੈਂਦੇ ਆ, ਮੈਨੂੰ ਵੀ ਲੱਗਦਾ ਕਿ ਜਿਹੜੀ ਤੁਸੀਂ ਨਕਸ਼ਾ ਬਣਾਉਂਦੇ ਨਾ ਹਰ ਚੀਜ਼ ਦਾ, ਲੱਤਾਂ ਦੀ ਜਿੱਦਾਂ ਇਹ ਬਣਾਈ ਤੁਸੀਂ, ਤੇ ਜਿਹੜਾ ਤੁਸੀਂ ਪ੍ਰੋਗਰਾਮ ਪੇਸ਼ ਕਰਦੇ ਆ ਵੀ ਤੁਸੀਂ ਨਾਲ ਆਨੰਦ ਲੈਂਦੇ ਆ। ਇਹ ਨਹੀਂ ਵੀ ਪ੍ਰੋਗਰਾਮ ਪੇਸ਼ ਕੀਤਾ ਤੇ ਕੋਈ ਮਤਲਬ ਕੋਈ ਵਿਵਾਦ ਪਾਤਾ, ਤੁਸੀਂ ਭਾਵਕ ਵੀ ਹੋ ਜਾਂਦੇ। ਇੱਕ ਵਾਰ ਇੱਕ ਆਪਣੇ ਵੀਰ ਨੇ ਫੋਨ ਕੀਤਾ ਸੀ ਤੇ ਉਹਨਾਂ ਨੇ ਕਿਹਾ ਕਿ ਮੇਰੀਆਂ ਬੇਟੀਆਂ ਵੀ ਸੁਣ ਰਹੀਆਂ ਨੇ ਪ੍ਰੋਗਰਾਮ, ਤੇ ਤੁਸੀਂ ਇੰਨੀ ਗੱਲ ਤੇ ਬੇਟੀਆਂ ਦੇ ਨਾਂ ਤੇ ਭਾਵਕ ਹੋ ਗਏ ਸੀ। ਤੁਹਾਡਾ ਬਹੁਤ ਥੈਂਕ ਯੂ ਅਮਰੀਕਾ ਤੋਂ, ਤੇ ਬਹੁਤ ਵਧੀਆ ਪ੍ਰੋਗਰਾਮ। ਤੇ ਬਾਕੀ ਜਿਹੜਾ ਤੁਸੀਂ ਆਨੰਦ ਲੈਂਦੇ ਨਾ ਪ੍ਰੋਗਰਾਮ ਦੇ ਨਾਲ ਆਪਣਾ ਇੱਕ ਲਾਜਵਾਬ ਹੈ, ਤੇ ਸਾਨੂੰ ਵੀ ਆਨੰਦ ਆਉਂਦਾ ਬਹੁਤ। ਨਕਸ਼ਾ ਬੜਾ ਵਧੀਆ ਖਿੱਚਦੇ ਆ, ਇਹ ਲੱਤਾਂ ਦੀ ਇਹ ਬਣਾਤੀ
ਡਿੱਗਦਿਆਂ ਦੀ। ਥੈਂਕ ਯੂ ਜੀ। ਥੈਂਕ ਯੂ, ਧੰਨਵਾਦ। ਮੈਂ ਕੋਸ਼ਿਸ਼ ਕਰਦਾ ਜੀ, ਖਬਰਾਂ ਤਾਂ ਸਾਰੀਆਂ ਹੀ ਪੰਜਾਬੀਆਂ ਦੇ ਕਹਿਣ ਨੂੰ ਨੈੱਟ ਤੇ ਪਈਆਂ ਨੇ। ਪੰਜਾਬੀ ਖਬਰਾਂ ਦਾ ਮੈਂ ਕੀ ਸੁਣਾਉਣਾ, ਨਾਲੇ ਖਬਰਾਂ 11 ਵਜੇ ਤਾਂ ਮੁਕਾ ਦਿੰਦੇ ਆ ਇੱਥੇ, ਰਗੜ ਕੇ ਨਾ ਉਹਦੀ ਮਿੱਝ ਕੱਢ ਦਿੰਦੇ ਆ ਖਬਰਾਂ। ਡੂੰਘੇ ਗਲ ਚੋਂ, ਪੇਤਲੇ ਗਲ ਚੋਂ, ਅੰਗਰੇਜ਼ੀ ਬੋਲ ਕੇ, ਹਿੰਦੀ ਬੋਲ ਕੇ, ਸੰਸਕ੍ਰਿਤ ਬੋਲ ਕੇ ਉਹਦਾ ਬਸ ਕਰਾਉਂਦੇ ਨੇ। ਮੇਰੇ ਜੋਗੇ ਕਿੱਥੇ ਛੱਡਦੇ ਨੇ। ਸਵੇਰੋਂ ਸਾਜਰੇ ਤਾਂ ਲੱਗੇ ਹੁੰਦੇ ਨੇ ਕੈੜੀ ਚਾਹ ਪੀ ਕੇ, 4 ਵਜੇ ਉੱਠ ਕੱਢਦੇ ਆ ਕਈ ਤਾਂ। ਤੇ ਮੈਨੂੰ ਤਾਂ ਇਹੋ ਜਿਹਾ ਕੁਛ ਤੁਹਾਨੂੰ ਸੁਣਾਉਣਾ ਪੈਂਦਾ। ਤੇ ਸੋ ਮੈਨੂੰ ਮੈਂ ਇਹ ਬੇਨਤੀ ਕਰਦਾ ਕਿ ਹੁਣ ਇਹਦੇ ਹਿਸਾਬ ਨਾਲ ਸਾਨੂੰ ਜਿਉਣਾ ਪੈਣਾ। ਦੇਖੋ, ਤਾਂ ਹੀ ਕਹਿੰਦੇ ਨਾ, ਬਿਜ਼ਨਸ ਦੇ ਵਿੱਚ ਰਿਸਕ ਬਹੁਤ ਹੈ। 15-20 ਮਿਲੀਅਨ ਡਾਲਰ ਲੋਕਾਂ ਨੇ ਬਿਜ਼ਨਸ ਦੇ ਵਿੱਚ ਲਾ ਦਿੱਤੇ ਵੀ ਆਉਂਦੇ 10 ਸਾਲਾਂ ਦੇ ਪਾਰਟੀ 'ਚ ਪੂਰੇ ਹੋ ਜਾਣੇ ਨੇ। 2-2 ਲੱਖ ਡਾਲਰ ਇੱਕ ਬੰਦਾ ਦੇ ਕੇ ਜਾਂਦਾ। ਤੇ ਪਰ ਕਈ ਵਾਰ ਚੀਜ਼ਾਂ ਉਲਟ ਪੈ ਜਾਂਦੀਆਂ। ਤੇ ਜਿਨ੍ਹਾਂ ਦੇ ਸਸਤੇ ਵੀ ਨੇ, ਕੁਛ ਬਿਜ਼ਨਸ ਲਾਏ ਹੋਏ, ਸਸਤਿਆਂ ਤੋਂ ਵੀ ਨਹੀਂ ਚੱਲਣੇ, ਕਿਉਂਕਿ ਖਰਚਾ ਬਹੁਤ ਹੈ। ਕਿੱਥੋਂ ਤੁਸੀਂ ਰਨ ਕਰਨਾ? ਔਰ ਇਸ ਨੂੰ ਹੁਣ ਉਹੀ ਕੁਆਂਟਿਟੀ ਤੇ ਕੁਆਲਿਟੀ, ਘੱਟ ਬੰਦੇ 'ਚ ਵਧੀਆ ਉਹੀ ਪਾਰਟੀ ਜਿਹੜੀ ਆ, ਹੁਣ ਨਵਾਂ ਜਿਹੜਾ ਮਾਪਦੰਡ ਉਹ 'ਚ ਜਿਹੜਾ ਫੋਲੋ ਕਰਨਾ ਪੈਣਾ। ਇਹ ਬੰਦੇ 50, ਚਲੋ 50 ਤਾਂ ਹੁਣ ਆਉਂਦੇ ਆ, 100 ਕਰ ਦੇਣੇ ਇਹਨਾਂ ਨੇ ਹੋਰ 2 ਮਹੀਨਿਆਂ ਨੂੰ। 100 ਦੀ ਪਾਰਟੀ ਐਨ ਹੁਣ RSVP ਪੂਰਾ ਲਿਖ ਕੇ ਜਾਇਆ ਕਰੋ। ਦੱਸਿਓ ਕਿ RSVP ਪੁੱਛਿਆ ਨਹੀਂ ਜਾਊ, ਦੱਸਿਆ ਜਾਊ ਵੀ ਸਾਡੇ ਤੁਹਾਡੀਆਂ 2 ਸੀਟਾਂ ਰੱਖੀਆਂ ਹੋਈਆਂ ਸੀ, 2 ਸੀਟਾਂ। ਤੇ ਫਿਰ ਉੱਥੇ ਰੌਲਾ ਪੈ ਜਾਂਦਾ ਵੀ ਜਵਾਕ ਹੁਣ ਘਰੇ ਛੱਡ ਆਈਏ ਅਸੀਂ। ਜਵਾਕ ਕਿਹਦੇ ਛੱਡ ਕੇ ਆਈਏ ਯਾਰ? 4 ਜਵਾਕ ਨੇ ਸਾਡੇ, ਅਸੀਂ ਨਾਲ ਹੀ ਲੈ ਕੇ ਆਉਣੇ ਆ। ਇਹ ਵੀ ਗੱਲ ਚੱਲਣੀ ਆ। ਸਵਰਨਜੀਤ ਸਿੰਘ ਜੌਹਲ ਜੀ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ ਭਾਂਜੇ ਦਾ ਵਿਆਹ ਸੀ ਜੀ ਲਾਸਟ ਵੀਕ ਫਰਾਈਡੇ। ਆਪਣੇ ਅਕਾਲੀ ਆਪਣੇ ਰੋਸ ਤੇ। ਅੱਛਾ ਜੀ। ਤੇ ਕੁੜੀ ਵਾਲੇ 6 ਜਾਣੇ ਸੀਗੇ। ਵਾਹ। ਤੇ ਲੇਡੀਜ਼ ਹੋਣਗੀਆਂ 8-10। ਅੱਛਾ ਜੀ। ਏਦਾਂ ਹੀ ਅਸੀਂ ਪਹਿਲਾਂ ਇੱਕ ਜਾਣਾ ਸੀਗਾ। ਮੇਰੀ ਸਿਸਟਰ ਦਾ ਫੋਨ ਆਇਆ ਤੇ ਮੇਰੀ ਭਾਜੀ ਵੀ ਇੱਕ ਜਾਣੇ ਜਾ ਸਕਦੇ ਆ। ਤੇ ਫੇਰ ਮੁੜ ਕੇ ਫੋਨ ਆ ਗਿਆ ਵੀ 2 ਜਾਣੇ ਜਾ ਸਕਦੇ ਆ, ਕਿਉਂਕਿ ਅਸੀਂ 4 ਭਾਈਆਂ, 2 ਦੀ ਡੈਥ ਹੋਈ ਆ। ਕਿਉਂਕਿ ਉਹਨਾਂ ਦੇ ਵੀ ਨਿਆਣੇ ਨੇ, ਕਿਸੇ ਨਾ ਕਿਸੇ ਨੇ ਜਾਣਾ ਹੀ ਆ ਜੀ। ਅਸੀਂ ਕੋਈ ਆਲ ਟੁਗੇਦਰ 46 ਜਾਂ 47 ਹੋਵਾਂਗੇ। ਤੇ ਦੱਸ, ਬਾਕੀ ਘਰ ਜਿੱਦਾਂ ਕਦੇ ਕਿਸੇ ਨੂੰ ਦੱਦ ਲਿਆ, ਕਦੇ ਕਿਸੇ ਨੂੰ ਦੱਦ ਲਿਆ। 50 ਬੰਦਿਆਂ ਤੋਂ ਵਧਣ ਨਹੀਂ ਦਿੱਤੇ ਇੱਕ ਵੀ। ਤੇ ਆਨੰਦ ਦੱਸੋ ਕਿੰਨਾ ਆਇਆ? ਆਨੰਦ ਇਹਨਾਂ ਦੇ, ਮੈਂ ਕਹਿੰਦਾ ਮੇਰੇ ਨਿਆਣੇ ਵਿਆਹਣ ਵਾਲੇ ਆ, ਮੁੰਡੇ ਕਰਾ ਲੈਣ ਹੁਣ ਵਿਆਹ। ਇੱਕੋ ਆਨੰਦ ਹੋਰ ਕੀ ਚੰਗਾ ਹੋਣਾ ਭਾਜੀ। ਚੱਲਦੇ ਹੋ ਹੁਣ ਆਹ ਸਾਲ 'ਚ। ਮੇਰਾ ਬੇਟੀ ਦਾ, ਮੈਂ ਸਿੱਖ ਰਹਿਣਾ, ਜਿੱਦਾਂ ਪ੍ਰੋਬਲਮ ਜੀ ਆ ਕੈਂਸਰ ਦੀ। ਤੇ 14 'ਚ ਵਿਆਹ ਕਰਤਾ ਸੀਗਾ ਬੇਟੀ ਦਾ ਜੀ। ਉਦੋਂ ਤੁਸੀਂ ਬਿਲੀਵ ਨਹੀਂ ਕਰਨਾ, ਸਾਡੇ 1000 ਬੰਦਾ ਸੀ ਗੁਰਦੁਆਰੇ ਦਾ। 1000 ਬੰਦੇ ਦੇ ਪੈਸੇ ਲਏ ਉਹਨਾਂ ਨੇ ਮੇਰੇ ਤੋਂ। ਕਿੱਥੇ 1000 ਤਾਂ ਕਿੱਥੇ ਹੁਣ 50। 46-47 ਕੋਣੇ ਆ ਅਸੀਂ। ਧੰਨਵਾਦ ਜੌਹਲ ਸਾਹਿਬ। ਆਪਣੀ ਸਿਹਤ ਦਾ ਖਿਆਲ ਰੱਖੋ। ਗੁਰੂ ਪਾਤਸ਼ਾਹ ਕਿਰਪਾ ਕਰਨ, ਤੁਸੀਂ ਠੀਕ ਹੋ ਮੁਝੇ। ਥੈਂਕ ਯੂ। ਥੈਂਕ ਯੂ ਭਾਜੀ। ਥੈਂਕ ਯੂ ਜੌਹਲ ਸਾਹਿਬ, ਥੈਂਕ ਯੂ। ਬਹੁਤ ਚੰਗਾ ਲੱਗਿਆ ਤੁਸੀਂ ਢਿੱਲਿਓਂ ਫੇਰ ਵੀ ਫੋਨ ਕੀਤਾ। ਗੁਰੂ ਪਾਤਸ਼ਾਹ ਕਿਰਪਾ ਕਰਨ। ਵਪਾਰਕ ਸੰਦੇਸ਼ ਕਰਨ ਸਿੰਘ ਜੀ ਹੁਣੇ ਆਇਆ ਵਾਪਸ ਨੇ। ਸ਼ਾਹ ਕਰਨ ਸਿੰਘ, ਲਾਈਨ ਨੰਬਰ 3। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ। ਤੇ ਦੂਸਰਾ, ਸਤਿ ਸ਼੍ਰੀ ਅਕਾਲ ਬਾਈ ਜੀ। ਫਰਾਈਡੇ ਅੱਜ। ਹਾਂਜੀ, ਫਰਾਈਡੇ ਸੀਗਾ। ਮੈਂ ਐਕਚੁਅਲੀ ਫੋਨ ਤਾਂ ਟਿੱਪਣੀ ਮੈਂ ਬਾਅਦ 'ਚ ਕਰੂੰਗਾ। ਪਹਿਲਾਂ ਜਿਹੜਾ ਤੁਹਾਡਾ ਵਿਸ਼ਾ ਹੈਗਾ ਆ, ਜਿਹੜਾ ਤੁਸੀਂ ਦੱਸ ਰਹੇ ਹੋ ਗਿੱਲ ਸਾਹਿਬ, ਮੈਂ ਇੱਕ ਸੋਚਦਾ ਹੈਗਾ ਕਈ ਵਾਰੀ ਕਿ ਪ੍ਰਮਾਤਮਾ, ਰੱਬ ਨੂੰ, ਭਗਵਾਨ ਨੂੰ, ਅੱਲਾ ਨੂੰ ਅਸੀਂ ਲੋਕੀ ਭੁੱਲ ਜਾਂਦੇ ਹਾਂ। ਬੇਸ਼ੱਕ ਉੱਪਰੋਂ ਜਿੰਨਾ ਮਰਜ਼ੀ ਵਾਹਿਗੁਰੂ ਕਰੀ ਜਾਈਏ, ਵੱਡੇ ਖੰਡੇ ਲਾਈਏ ਆਪਣੇ ਦਸਤਾਰਾਂ ਉੱਤੇ, ਤੋ ਮੈਂ ਉਧਰ ਨੂੰ ਨਹੀਂ ਜਾਂਦਾ ਹੈਗਾ। ਚਲੋ, ਪਰ ਉਹਨੇ ਆਪਣੀ ਜਿਹੜੀ ਹੋਂਦ ਇੱਕ ਦਿਖਾ ਦਿੱਤੀ। ਦੇਖੋ,
ਇੱਕ ਤੇ ਸਾਡੇ ਮਨ 'ਚ ਇੱਥੇ ਇਹ ਹੁੰਦਾ ਸੀ ਵੀ ਹਾਏ ਜੇ ਕਿਤੇ ਦਿਹਾੜੀ ਟੁੱਟ ਗਈ ਪਤਾ ਨਹੀਂ ਕੀ ਹੋ ਜਾਣਾ, ਪਤਾ ਨਹੀਂ ਕੀ ਹੋ ਜਾਣਾ। ਦੇਖੋ ਉਸਨੇ ਇਸ ਤਰ੍ਹਾਂ ਦਾ ਭਾਣਾ ਵਰਤਾਇਆ ਕਿ ਇੱਥੇ ਸਭ ਕੁਛ ਇੱਕ ਵਾਰੀ ਤਾਂ ਜਿਹੜੀਆਂ ਸੜਕਾਂ ਕਦੇ ਮਤਲਬ 24 ਘੰਟੇ ਜਿਨ੍ਹਾਂ ਉੱਤੇ ਜਾਮ ਹੋ ਜਾਂਦੇ ਸੀ ਫਰੀਵੇ, ਉਹ ਵੀ ਖਾਲੀ ਹੋ ਗਏ ਸੀਗੇ। ਚਾਹੇ ਉਹ ਲਾਸ ਐਂਜਲਸ ਹੋਵੇ, ਚਾਹੇ ਉਹ ਨਿਊਯਾਰਕ ਹੋਵੇ, ਚਾਹੇ ਟੋਰਾਂਟੋ ਹੋਵੇ, ਚਾਹੇ ਆਪਣਾ ਲੋਅਰ ਮੈਨਲੈਂਡ ਹੋਵੇ ਜੀ। 1-2 ਹਫ਼ਤੇ ਤਾਂ ਤਕਰੀਬਨ ਇੰਨਾ ਪ੍ਰਭਾਵ ਰਿਹਾ, ਫਿਰ ਵੀ ਸਭ ਰੋਟੀ ਪਾਣੀ ਖਾਏ ਗਏ। ਔਰ ਦੂਸਰਾ ਜਿਹੜੇ ਪੋਲੀਟੀਸ਼ੀਅਨ ਸੀਗੇ ਸਾਡੇ, ਉਹਨਾਂ ਦੀਆਂ ਜ਼ਬਾਨਾਂ ਵਿੱਚੋਂ ਸੱਚ ਨਿਕਲਿਆ। ਮੈਂ ਇੱਥੇ ਐਂਡਰਿਊ ਵਿਲਕਿਨਸਨ ਸਾਹਿਬ ਸਾਡੇ ਵਿਰੋਧੀ ਪਾਰਟੀ ਦੇ ਲੀਡਰ ਸੀ ਜਿਹੜੇ, ਉਹ ਕਹਿੰਦੇ $2000 ਇਜ਼ ਜਸਟ ਗਰੋਸਰੀ ਮਨੀ। $2000 ਨੂੰ ਉਹ ਗਰੋਸਰੀ ਮਨੀ ਕਹਿੰਦੇ ਸੀਗੇ। ਕਹਿੰਦੇ ਬਹੁਤ ਘੱਟ ਪੈਸੇ ਦਿੱਤੇ ਟਰੂਡੋ ਸਾਹਿਬ ਨੇ। ਤੇ ਜਦੋਂ ਮਿਨੀਮਮ ਵੇਜ ਦੀ ਗੱਲ ਹੁੰਦੀ, ਇਹਨਾਂ ਨੂੰ ਪੁੱਛੋ ਵੀ ਇੱਕ ਬੰਦਾ 8 ਘੰਟੇ ਕੰਮ ਕਰਕੇ 40 ਘੰਟੇ ਵੀਕ ਦੇ ਲਾ ਕੇ ਮਸੀਂ ਉਹ $1300-1400 ਬਣਾਉਂਦਾ, ਉਹਦੇ ਲਈ ਤੁਸੀਂ ਕੁਛ ਨਹੀਂ ਸੋਚਦੇ। ਹੁਣ ਤੁਸੀਂ ਇੱਕ ਦੂਜੇ ਨੂੰ ਮਿਹਣੀ ਹੋਣ ਲੱਗੇ ਹੋ। ਇਸੇ ਆਪਣੀਆਂ ਵਿਆਹ ਸ਼ਾਦੀਆਂ ਗਿੱਲ ਸਾਹਿਬ ਬਹੁਤ ਦੇਖੋ, ਹੁਣ ਵੀ ਸ਼ਾਦੀਆਂ ਹੋ ਰਹੀਆਂ, ਸਾਰਾ ਕੁਛ ਹੋ ਰਿਹਾ ਹੈਗਾ, ਪਰ ਜਿਹੜਾ ਦੇਖ ਇੱਕ ਦੂਜੇ ਦੇ ਪਿੱਛੇ ਲੱਗ ਕੇ ਨਾ ਮਤਲਬ ਕਿ ਅੱਡੀਆਂ ਚੱਕ ਕੇ ਜ਼ੋਰ ਲਾਉਣਾ, ਉਹ ਗਲਤ ਹੈਗਾ। ਰਾਜੇ ਮਹਾਰਾਜੇ ਪਹਿਲੇ ਵੀ ਸ਼ਾਦੀਆਂ ਬੜੀ ਸ਼ਾਨ ਸ਼ੌਕਤ ਨਾਲ ਕਰਦੇ ਸੀਗੇ। ਆਪਣੇ ਪੰਜਾਬ ਦੇ ਵਿੱਚ ਜਿਸ ਪਰਿਵਾਰ ਕੋਲ ਜਿੰਨੀ ਕੁ ਬਿੱਤ ਹੁੰਦੀ ਸੀ ਉਹਨਾਂ ਕੁ ਖਰਚਾ ਕਰਦੇ ਸੀਗੇ। ਪਰ ਜੋ ਹੁਣ ਰਿਵਾਜ ਉੱਥੇ ਬਣ ਗਿਆ ਸੀਗਾ ਕਿ ਜੀ ਮਤਲਬ ਮੈਰਿਜ ਪੈਲਸ ਜੇ ਵੋ ਫਲਾਨਾ ਧਮਕਾਨਾ ਡੀਜੇ ਚੀਜੇ, ਜਿਹੜਾ ਇੱਕ ਮੇਰੇ ਵਰਗਾ ਧਮਾਤੜ ਬੰਦਾ ਸੀਗਾ ਉਹ ਵੀ ਆਪਣੇ ਔਲਾਦ ਦੇ ਅੱਗੇ ਝੁੱਕ ਕੇ ਇਹਨਾਂ ਕਰਜ਼ਿਆਂ ਥੱਲੇ ਜਿਹੜੇ ਜ਼ਿਆਦਾਤਰ ਆਪਣੇ ਜ਼ਿਮੀਂਦਾਰ ਦੱਬੇ ਹੋਏ ਆ, ਹੁਣ ਆਪਾਂ ਕਹਿ ਤਾਂ ਦਿੰਦੇ ਆ, ਉਹ ਮਤਲਬ ਇਹ ਅਜਾਸ਼ੀਆਂ ਉੱਤੇ ਜਿਹੜੇ ਪੈਸੇ ਖਰਚੇ ਸੀਗੇ ਮੁੜ ਕੇ ਮੋੜ ਨਹੀਂ ਹੋਏ ਉਹ। ਸੋ ਇਹ ਸਾਰਾ ਇਸੇ ਕ੍ਰੀਤੀਆਂ ਦਾ ਸੀਗਾ। ਹੁਣ ਵੀ ਸਾਰਾ ਕੁਛ ਹੋ ਰਿਹਾ ਹੈਗਾ। ਹੁਣ ਉੱਥੇ ਜਾ ਕੇ ਟਰੈਕਟਰ ਤੇ ਵਿਆਹ ਕੇ ਲਿਆਉਂਦਾ, ਕੋਈ ਸਾਈਕਲ ਤੇ ਵਿਆਹ ਕੇ ਲਿਆਉਂਦਾ ਆ। ਸੋ ਬਹੁਤ ਵਧੀਆ ਹੈਗਾ ਆ। ਦੂਸਰੀ ਗੱਲ ਸਾਹਿਬ ਮੈਂ ਬੇਨਤੀ ਇਹ ਕਰਨੀ ਸੀਗੀ ਕਿ ਤੁਸੀਂ ਕਹਿੰਦੇ ਸੀ ਕਿ 11 ਵਜੇ ਨੂੰ ਖਬਰਾਂ ਮੁੱਕ ਜਾਂਦੀਆਂ। ਏਦਾਂ ਦੀ ਕੋਈ ਗੱਲ ਨਹੀਂ ਹੈਗੀ ਗਿੱਲ ਸਾਹਿਬ। ਜਿਹੜੇ ਸਵੇਰ ਨੂੰ ਹੁੰਦੇ ਆ ਨਾ, ਮੇਰਾ ਮਤਲਬ ਸਵੇਰ ਨੂੰ ਨਹੀਂ, ਜਿੱਦਾਂ ਕੋਈ ਵੀ ਮੇਲਾ ਲੱਗੇ, ਕੋਈ ਛਿੰਝ ਛੁੱਝ ਪਵੇ ਨਾ, ਪਹਿਲਾਂ ਜਿਹੜੇ ਭਲਵਾਨ ਹੁੰਦੇ ਆ ਉਹਨਾਂ ਨੂੰ ਲੋਕੀ ਕਿਸ਼ਤਾਂ 'ਚ ਦੇਖਦੇ ਹੁੰਦੇ ਆ। ਸੋ ਇਸਦੇ ਜਿਹੜੇ ਸਵੇਰ ਵਾਲੇ ਪ੍ਰੋਗਰਾਮ ਹੈ 11 ਵਜੇ ਤੇ ਇਹਨਾਂ ਨੂੰ ਤੇ ਚੀਰ ਫਾੜ ਵੀ ਕਰ ਦਿੰਦੇ ਆ ਲੋਕੀ, ਔਰ ਉਹਨਾਂ ਨੂੰ ਸੁਣਦੇ ਵੀ ਕਿਸ਼ਤਾਂ ਨਹੀਂ। ਝੰਡੀ ਵਾਲਾ ਤਾਂ ਬਾਅਦ 'ਚ ਆਉਂਦਾ ਹੁੰਦਾ ਜੀ, ਚਾਹੇ ਗਾਉਣੇ ਵਾਲਾ ਹੋਵੇ, ਚਾਹੇ ਮੱਲ ਹੋਵੇ, ਤੇ ਚਾਹੇ ਰੇਡੀਓ ਹੋਸਟ ਹੋਵੇ। ਏਦਾਂ ਨਾ ਕਦੇ ਵੀ ਸੋਚਿਆ ਕਰੋ। ਹੁਣ ਤੁਸੀਂ 3 ਘੰਟੇ ਲੋਕਾਂ ਨੇ ਤੁਹਾਨੂੰ ਹੀ ਸੁਣਨਾ, ਜਿਹੜੇ ਸਵੇਰੇ ਸੁਣੀਦੇ ਅਸੀਂ ਵੀ ਆ, ਪਰ ਕਿਸ਼ਤਾਂ 'ਚ ਸੁਣੀਦਾ 2 ਗੱਲ ਉੱਧਰ ਸੁਣ ਲਈਆਂ, 2 ਉੱਧਰ ਸੁਣ ਲਈਆਂ। ਕਈ ਸਾਡੇ ਕਾਲਰ ਵੀ ਆ ਜਿਹੜੇ ਚੁਫੇਰ ਗੜੀਏ ਆ, ਉਹਨਾਂ ਨੇ ਹਰੇਕ ਪਾਸੇ ਜਾ ਕੇ ਆਪਣੇ ਆਪਣੇ ਵਿਚਾਰ ਦੇਣੇ ਹੁੰਦੇ ਆ, ਕਿੱਲ ਕੇ ਬਾਣੀ ਦੀਆਂ ਦੁਕਾਨਾਂ ਪੜ੍ਹ ਕੇ। ਸੋ ਕੋਈ ਫਰਕ ਨਹੀਂ ਪੈਂਦਾ ਹੈਗਾ ਤੁਹਾਨੂੰ। ਹੁਣ ਇਸ ਵੇਲੇ 3 ਘੰਟੇ ਬਿਲਕੁਲ ਅੱਖਾਂ ਮੂੰਦ ਕੇ ਸਾਰੇ ਸੁਣਦੇ ਆ। ਥੈਂਕ ਯੂ ਤੁਹਾਡਾ ਬਹੁਤ ਬਹੁਤ। ਥੈਂਕ ਯੂ ਜੀ। ਕੰਸਲ ਸਾਹਿਬ ਜਸਵੀਰ ਸਿੰਘ ਲਾਈਨ ਨੰਬਰ 4। ਧੰਨਵਾਦ ਸਰਦਾਰ ਜੀ। ਮੈਨੂੰ 2 ਹਫ਼ਤੇ ਹੋਏ ਇੱਕ ਸੰਸਕਾਰ ਤੇ ਜਾਣਾ ਪਿਆ ਜੀ, ਔਰ ਉਹਦੇ ਵਿੱਚ ਮੈਂ ਇੱਕ ਚੀਜ਼ ਦੇਖੀ ਕਿ ਚਾਹੇ ਸੰਬੰਧੀ ਵੀ ਆਏ ਸੀ ਜਾਂ ਜਿਵੇਂ ਮੈਂ ਵੀ ਗਿਆ ਸੀ, ਪਹਿਲਾਂ ਪਰਿਵਾਰ ਦੇ 2 ਜੀ ਜਾਂਦੇ ਸੀ, ਏਦਾਂ ਦੇ ਮਰਗ ਵੀ ਹੋਵੇ ਭਾਵੇਂ। ਉੱਥੇ ਮੈਂ ਵੇਖਿਆ ਵੀ ਪਰਿਵਾਰ ਦਾ ਇੱਕ ਜੀ ਹੀ ਮੋਸਟਲੀ ਆਇਆ ਹੋਇਆ ਸੀ। ਬਹੁਤੇ ਨੇੜੇ ਦੇ ਜਿਹੜੇ ਸੀ ਉਹੀ ਪਰਿਵਾਰ ਦੇ ਬਹੁਤੇ ਬੰਦੇ ਸਨ। ਬਾਕੀ ਭਾਈਚਾਰੇ ਚੋਂ ਇੱਕ ਚਾਹੇ ਉਹ ਔਰਤ ਸੀ ਜਾਂ ਆਦਮੀ ਸੀ, ਏਦਾਂ ਗਏ। ਦੂਸਰਾ ਮੈਂ ਦੇਖਿਆ ਵੀ ਉੱਥੇ ਹਰ ਇੱਕ ਵਿਅਕਤੀ ਜਿਹੜਾ ਅੰਦਰ ਜਾਂਦਾ ਸੀ ਉਹਦਾ ਤਾਪਮਾਨ ਉਹ ਨਾਪਦੇ ਸੀ ਵੀ ਇਹਨੂੰ ਬੁਖਾਰ ਤੇ ਨਹੀਂ ਹੈ। ਫਿਰ ਬੈਠਣ ਦਾ ਇੰਤਜ਼ਾਮ ਵਿੱਚ 6-6 ਫੁੱਟ ਦੀ ਦੂਰੀ ਤੇ ਕੁਰਸੀਆਂ। ਇੱਕ ਹੋਰ ਜਿਹੜੀ ਮੈਂ ਚੀਜ਼ ਵੇਖੀ, ਕਟੌਤੀ ਆਈ। ਪਹਿਲਾਂ ਜਦੋਂ ਕੋਈ ਸੰਸਕਾਰ ਕਰਨ ਜਾਂਦੇ ਸੀ, ਚੜ੍ਹਾਈ ਕਰਦਾ ਸੀ, ਉਹਨੂੰ ਵੇਖਣ ਲੋਕ ਜਾਂਦੇ ਸੀ, ਘੰਟਾ ਬਹਿ ਕੇ ਕੀਰਤਨ ਕਰਦੇ ਸੀ, ਪਾਠ ਕਰਦੇ ਸੀ, ਫਿਰ ਕਿਤੇ ਅਰਦਾਸ ਕਰਦੇ ਸੀ। ਉਹਦੇ 'ਚ ਖਾਸੀ ਕਟੌਤੀ ਲੱਗੀ। ਨਾ ਕੀਰਤਨ ਹੋਇਆ, ਨਾ ਲੰਬਾ ਪਾਠ ਹੋਇਆ। ਉਹ ਥੋੜਾ 1 ਘੰਟੇ ਦੇ ਵਿੱਚ ਹੀ ਸਾਰਾ ਕੁਛ ਕਰਕੇ ਤੇ ਉਹ ਉਹਨਾਂ ਨੇ ਬੰਦ। ਔਰ ਇੱਕ ਹੋਰ ਜਿਹੜੀ ਸੀ, ਕੈਸਕਟ ਨੂੰ ਖੋਲਦੇ ਸੀ, ਡੱਬੇ ਨੂੰ, ਉਹਨੂੰ ਖੋਲ ਕੇ ਬੰਦੇ ਦਾ ਜਾਂ ਜਿਹੜਾ ਵੀ ਵਿਅਕਤੀ ਚੜ੍ਹਾਈ ਕੀਤਾ ਹੁੰਦਾ ਉਹਨੂੰ ਵਿਖਾਉਂਦੇ ਸੀ। ਉਹ ਵੀ ਦੇਖਿਆ ਵੀ ਬੰਦ ਰੱਖਦੇ ਨੇ। ਉਹ ਮੈਂ ਫਿਰ ਉਹਨਾਂ ਨੂੰ ਪੁੱਛਿਆ ਵੀ ਕੀ ਗੱਲ ਹੈ, ਬੱਚੇ ਦਾ ਤਾਂ ਕੋਵਿਡ ਦਾ ਕੋਈ ਗੱਲ ਨਹੀਂ ਸੀ, ਬੱਚਾ ਮਰਿਆ ਸੀ, ਇਹ ਬੰਦ ਕਿਉਂ ਕੀਤਾ? ਕਹਿੰਦੇ ਜੀ ਕੀ ਪਤਾ ਹੁੰਦਾ। ਉਹ ਮੈਂ ਮਹਿਸੂਸ ਕੀਤਾ ਵੀ ਚਾਹੇ ਕੋਈ ਨੇੜੇ ਦਾ ਜਾਂ ਦੂਰ ਦਾ ਜਾਂ ਕਿਸੇ ਦਾ ਆਪਣਾ ਸੰਬੰਧੀ ਸੰਸਕਾਰ 'ਚ ਗਿਆ ਜਾਂ ਹੁਣ ਜਿਹੜੇ ਵਿਆਹ ਵੀ ਹੁੰਦੇ ਨੇ, ਹਰ ਇੱਕ ਦੇ ਦਿਮਾਗ ਦੇ ਵਿੱਚ ਇੱਕ ਭੈ ਆ ਕਿ ਕਿਤੇ ਉਹ ਲਾਗ ਨਾ ਲੱਗ ਜਾਵੇ। ਔਰ ਵੱਧਾ ਚੱਟੀ ਦਾ ਜਿਹੜਾ ਮੈਨੂੰ ਜ਼ਿਆਦਾ ਕੰਮ ਲੱਗਿਆ ਕਿ ਯਾਰ ਇਹਨੂੰ ਜਲਦੀ ਦੇਣੇ ਨਿਬੇੜੋ, ਕਿਉਂਕਿ ਮੈਂ ਪਿੱਛੇ ਖੜਾ ਸੀ, ਮੈਂ ਬੈਠਾ ਨਹੀਂ। ਉਹ ਦੂਰ ਕੋ ਹੋਰ 4 ਵਿਅਕਤੀ ਖੜੇ ਸੀ। ਉਹ ਗੱਲਬਾਤ ਦੇਖੋ, ਤੁਹਾਨੂੰ ਪਤਾ ਲੱਗ ਜਾਂਦਾ ਵੀ ਬੰਦੇ ਅਸੀਂ ਵੱਧਾ ਚੱਟੀ ਆਏ ਹੋਏ ਆ ਜਾਂ ਦਿਲੋਂ ਆਏ ਹੋਏ ਆ।
ਵਿਖਾਵੇ ਦੀ ਜਿਹੜੀ ਬਹੁਤਾਤ ਸੀ ਨਾ ਪਹਿਲਾਂ, ਉਹਦੀ ਕਟੌਤੀ ਤਾਂ ਬਹੁਤ ਹੋ ਗਈ, ਲੇਕਿਨ ਵਿਖਾਵਾ ਹਜੇ ਵੀ ਅਸੀਂ ਕਰਦੇ ਹਾਂ। ਵੀ ਜੇ ਮੇਰਾ ਜੀ ਨਹੀਂ ਕਰਦਾ ਜਾਂ ਮੈਂ ਜਾਣਾ ਨਹੀਂ ਚਾਹੁੰਦਾ, ਫਿਰ ਮੈਂ ਕਿਉਂ ਜਾਣਾ? ਇਹਦੀ ਕੋਈ ਲੋੜ ਤਾਂ ਹੈ ਨਹੀਂ। ਔਰ ਇੱਕ ਤੁਹਾਨੂੰ ਮੈਂ ਸੁਣਨ ਵਾਲਿਆਂ ਦੇ ਸਾਹਮਣੇ ਇੱਕ ਹੋਰ ਅਸਲੀਅਤ ਰੱਖਣੀ ਚਾਹੁੰਦਾ। ਇਹ ਯੰਗ ਮੁੰਡਾ ਸੀ, ਇਹ ਮਰ ਗਿਆ, ਤੇ ਇਹਦੀ ਮਾਤਾ ਉਹ ਸਾਡੇ ਭੈਣ ਲੱਗਦੇ ਨੇ। ਮੈਂ ਉਹਨਾਂ ਦੇ ਕੋਲੇ ਘਰੇ 2-3 ਅਫਸੋਸ ਕਰਨ ਜਾਂਦਾ ਰਿਹਾ ਤੇ ਗੱਲਬਾਤ ਕਰਦੇ ਰਹੇ। ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਜਿਹੜਾ ਕੁਛ ਤੁਸੀਂ ਕਰ ਰਹੇ ਹੋ ਵੀ ਇਹਦੀ ਤੁਹਾਨੂੰ ਲੱਗਦਾ ਵੀ ਲੋੜ ਹੈ? ਉਹ ਕਹਿੰਦੀ ਕਾਹਨੂੰ, ਮੂੰਹ ਮਲਾਜੇ ਨੂੰ ਕਰਨਾ ਪੈਂਦਾ, ਮੈਂ ਤਾਂ ਪਾਠ ਵੀ ਨਹੀਂ ਕਰਾਉਣਾ ਚਾਹੁੰਦੀ, ਉਹਦੀ ਸਕੀ ਮਾਂ। ਸੋ ਮੈਨੂੰ ਇਉਂ ਮਹਿਸੂਸ ਹੋਇਆ ਵੀ ਬਹੁਤਾਤ ਵਿੱਚ ਜਿਹੜਾ ਅਸੀਂ ਕੰਮ ਕਰਦੇ ਹਾਂ, ਉਹ ਇੱਕ ਪੰਜਾਬੀ ਦੀ ਕਹਾਵਤ ਹੈ ਵੀ ਰੰਡੀ ਰੰਡੇਪਾ ਕੱਟਦੀ ਆ, ਮਸਟੰਡੇ ਨਹੀਂ ਕੱਟਣ ਦਿੰਦੇ। ਹੁਣ ਉਹਦੇ ਵਿੱਚ ਕਟੌਤੀ ਹੋ ਗਈ। ਜਿਹੜੇ ਅਸੀਂ ਮਸਟੰਡੇ ਆ, ਭਾਈਚਾਰਾ, ਭੈਣ ਭਾਈ ਜਾਂ ਰਿਸ਼ਤੇਦਾਰ ਨੇ, ਹੁਣ ਸਾਨੂੰ ਵੀ ਡਰ ਲੱਗਦਾ, ਅਸੀਂ ਵੀ ਫਿਰ ਕੋਸ਼ਿਸ਼ ਕਰਦੇ ਵੀ ਯਾਰ ਕਾਹਨੂੰ ਪੰਗਾ ਲੈਣਾ, ਦੂਰ ਹੋ ਜਾਓ। ਮੇਰਾ ਖਿਆਲ ਆ ਇਹਦੇ ਨਾਲ ਜਿਹੜੇ ਮਨੁੱਖਾਂ ਦੀ ਐਕਚੁਅਲੀ ਸੀਰਤ ਸੀ, ਉਹਦੀ ਸੋਚ ਸੀ, ਉਹਦਾ ਪ੍ਰਗਟਾਵਾ ਹੋ ਗਿਆ ਜੇ ਵੇਖਣੇ ਚਾਹੀਏ। ਤੇ ਦੂਸਰੀਆਂ ਜਿਹੜੀਆਂ ਐਵੇਂ ਫਜ਼ੂਲ ਦੀਆਂ ਰਹੁ ਰੀਤਾਂ ਸੀ, ਫੁੱਲ ਫੜ ਕੇ ਡੈਡ ਬੋਡੀ ਤੇ ਰੱਖਣਾ, ਹਾਲਾਂਕਿ ਗੁਰਬਾਣੀ ਦੇ ਵਿੱਚ ਗੁਰੂ ਕਹਿੰਦੇ ਨੇ ਵੀ ਮਰੇ ਹੋਏ ਨੂੰ ਚੰਦਨ ਨਾਲ ਲੜਾਈ ਚੱਲੋ, ਚੰਦਨ ਚੜਾਈ ਚੱਲੋ, ਉਹਦੇ ਨਾਲ ਕੀ ਫਰਕ ਪੈਣ ਲੱਗਿਆ, ਤਾਂ ਮਿੱਟੀ ਹੈ। ਪਰ ਅਸੀਂ ਜਿਹੜੀਆਂ ਰਵਾਇਤਾਂ ਦੇ ਵਿੱਚ ਵੜ ਗਏ ਆ, ਉਹਨਾਂ ਨੂੰ ਸਾਨੂੰ ਸਮਝਣ ਦੀ ਲੋੜ ਆ ਵੀ ਕੀ ਇਹਨਾਂ ਦੀ ਲੋੜ ਹੈ। ਇਹ ਵਿਖਾਵਾ ਜਿਹੜਾ ਮਨੁੱਖ ਕਰ ਰਿਹਾ, ਉਹਦੇ ਵਿੱਚੋਂ ਉਹਦੇ ਲਈ ਦੁੱਖ ਨੇ। ਮੈਨੂੰ ਲੱਗਦਾ ਉਹਦੇ ਚੋਂ ਨਿਕਲਣ ਦਾ ਇਹ ਕੁਦਰਤ ਨੇ ਵਰਤਾਰਾ ਵਰਤਾਇਆ। ਇਹਨੂੰ ਜਿਹੜਾ ਇਨਸਾਨ ਸਮਝ ਕੇ ਆਪਣੇ ਜੀਵਨ ਦੀ ਪ੍ਰਕਿਰਿਆ ਨੂੰ ਗਾਂਹ ਸਹੀ ਰੱਖੂਗਾ, ਉਹਨੂੰ ਇਹਦੇ ਚੋਂ ਸਕੂਨ ਵੀ ਮਿਲੂਗਾ, ਔਰ ਉਹਨੂੰ ਜਿਹੜੀ ਸਿੰਪਥੀ ਮਿਲਣੀ ਆ ਭਾਈਚਾਰੇ ਵੱਲੋਂ, ਰਿਸ਼ਤੇਦਾਰਾਂ ਵੱਲੋਂ, ਉਹ ਵੀ ਸਹੀ ਲੋਕਾਂ ਦੀ ਮਿਲੂਗੀ। ਜਿਹੜੇ ਲੋਕ ਅਸੀਂ ਪਖੰਡ ਕਰਦੇ ਹਾਂ, ਸਿਰਫ ਮੂੰਹ ਮਲਾਜੇ ਲਈ ਜਾਂਦੇ ਹਾਂ, ਉਹ ਲੋਕ ਵੀ ਦੂਰ ਹੋ ਜਾਣਗੇ। ਇਹ ਸਾਨੂੰ ਮੇਰਾ ਖਿਆਲ ਕਰ ਲੈਣਾ ਚਾਹੀਦਾ। ਮਿਹਰਬਾਨੀ ਸਰਦਾਰ ਬਹਾਦਰ। ਧੰਨਵਾਦ ਜੀ। ਜਸਵੀਰ ਸਿੰਘ, ਲਾਈਨ ਨੰਬਰ 5। ਸ਼ਾਹ ਹਰਦੀਪ ਸਿੰਘ, ਲਾਈਨ ਨੰਬਰ 1। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਆ ਤਾਂ ਲੋਕਾਂ ਨੂੰ ਬਚਣ ਦਾ ਮੌਕਾ ਦਿੱਤਾ ਇਹ ਕੋਵਿਡ ਨੇ। ਚਲੋ ਹੋਇਆ ਹੈਗੀ, ਕੋਵਿਡ ਹੈਗੀ ਮਾੜੀ ਚੀਜ਼ ਆ ਨਾ, ਬਚਣਾ ਚਾਹੀਦਾ ਇਹ ਤੋਂ ਆਪਾਂ ਨੂੰ। ਪਰ ਜਿਹੜਾ ਲੋਕਾਂ ਦੇ ਕਾਰ ਵਿਹਾਰ ਆ, ਮੈਂ ਕਹਿੰਦਾ 20% ਲੋਕ ਸ਼ੌਂਕ ਨਾਲ ਪੈਸੇ ਵਾਲੇ ਕਰਕੇ ਦਿਖਾ ਕੇ ਕਰਦੇ ਨੇ। 80% ਦਾ ਲੋਕ ਦਿਖਾਵਾ ਕਰਨਾ ਪੈਂਦਾ। ਉਹ ਨਹੀਂ ਯਾਰ, ਉਹਨੇ ਕਰਿਆ, ਉਹ ਕਿਆ ਕਹੂਗਾ। ਜੇ ਹੁਣ ਉਹਨੂੰ ਨਾ ਬੁਲਾਇਆ, ਉਹਨੇ ਕਹਿਣਾ ਸਾਨੂੰ ਨਹੀਂ ਬੁਲਾਇਆ। ਜੇ ਨਾ ਕਰਿਆ, ਅਗਲੇ ਨੇ ਕਹਿਣਾ ਖਾ ਗਿਆ, ਹੁਣ ਖਿਲਾਉਣ ਦੀ ਬਾਈ ਨੂੰ ਬਹਿ ਗਿਆ ਅੰਦਰ। ਠੀਕ ਹੈ, ਇਹਦਾ ਵਧੀਆ ਮੌਕਾ ਹੈ ਜੀ ਆਪਣੀ ਕਮਿਊਨਿਟੀ ਕੋਲ। ਪਰ ਲੋਕ ਕਿੱਥੇ ਟਿਕਦੇ ਨੇ, ਘਰ 'ਚ ਕਲੇਸ਼ ਪੈ ਰਹੇ ਆ ਲੋਕਾਂ ਦੇ। ਮਤਲਬ ਇਹ ਲੋਕ ਸ਼ਾਇਦ ਦੱਸ ਨਹੀਂ ਰਹੇ ਹੈਗੇ ਜਾਂ ਕੁਛ ਹੈ, ਘਰ 'ਚ ਲੜਾਈਆਂ ਹੁੰਦੀਆਂ ਵੀ ਨਹੀਂ ਇਸ ਤਰ੍ਹਾਂ। ਲੋਕਾਂ ਦਾ ਰੌਲਾ ਹੋਰ ਪਿਆ, ਇਸ ਵਾਰ ਰਹਿਣ ਦੋ, ਅਗਲੀ ਵਾਰੀ ਵਿਆਹ ਕਰਾਂਗੇ। ਰੌਲਾ ਪਿਆ, ਕਲੇਸ਼ ਆ ਗਿਆ ਵੀ ਜਿਹੜੇ ਹੁਣ ਸੂਟ ਸਵਾਏ ਨੇ, ਜਿਹੜਾ ਹੁਣ ਦਿਖਾਵਾ ਕਰਨਾ ਵੀ ਉਹ ਕਰ ਨਹੀਂ ਹੋਣਾ ਹੈਗਾ। 100-50 ਬੰਦੇ 'ਚ ਕਿੱਥੇ ਦਿਖਾਵਾ ਕਰਿਆ ਜਾਂਦਾ ਜੀ। ਉਹ ਹੁਣ ਜਿਹੜਾ ਹੁਣ ਲੱਖਾਂ ਰੁਪਏ ਲਾ ਕੇ ਸੂਟ ਬਣਾਏ ਨੇ, ਉਹ ਕਿੱਥੇ ਦਿਖਾਉਣੇ ਨੇ ਇਹਨਾਂ ਨੇ। ਤਾਂ ਕਰਕੇ ਚੱਕਰ 'ਚ ਫਸੇ ਹੋਏ ਨੇ ਇਹ ਲੋਕ। ਆਪਾਂ ਨੂੰ ਨਿਕਲਣ ਦਾ ਮੌਕਾ ਦਿੱਤਾ ਰੱਬ ਨੇ, ਨਿਕਲ ਜਾਣਾ ਚਾਹੀਦਾ ਚੀਜ਼ ਚੋਂ। ਮੈਂ ਕਹਿੰਦਾ ਵੀ ਤੰਗ ਹੋ ਜੀਦਾ ਜਦੋਂ ਵਿਆਹ ਹੁੰਦਾ, 6-6 ਪ੍ਰੋਗਰਾਮ, 7-7 ਸ਼ਰ। ਮਤਲਬ ਸਮਝ ਨਹੀਂ ਆਉਂਦੀ ਵੀ ਜੁੱਤੀ ਕਿਹੜੀ ਪਾਈਏ ਯਾਰ। ਬੰਦੇ ਕੋਲ 3 ਕੁ ਜੁੱਤੀਆਂ ਹੁੰਦੀਆਂ ਵਧੀਆ ਜਿਹੜੀਆਂ ਪਾਉਣ ਵਾਲੀਆਂ, ਉਹ 6 ਪ੍ਰੋਗਰਾਮ ਜੇ ਜੁੱਤੀ ਪਾਈ ਫਿਰ ਮਖੌਲ ਵੀ ਕਰਦੇ ਨੇ ਉੱਥੇ ਖੜ ਕੇ, ਮੇਰੇ ਤੇਰੇ ਵਰਗੇ। ਲੈ ਤੇਰੇ ਕੋਲ ਆਹੀ ਜੁੱਤੀ ਹੈ, ਤੇਰੇ ਕੋਲ ਆਹੀ ਸੂਟ ਰਹਿ ਗਿਆ, ਤੇਰੇ ਕੋਲ ਆਹੀ ਹੈ। ਮਤਲਬ ਇਹ ਬਚਾਓ ਨੂੰ ਆਪਾਂ ਨੂੰ ਇੱਕ ਰਸਤਾ ਦੱਸਿਆ ਇਹ ਵੀ ਹਾਂ ਹੁਣ ਬਚ ਲਓ, ਜੇ ਬਚ ਸਕਦੇ ਆ ਇਹਨੂੰ ਚੀਜ਼ ਨੂੰ ਘਟਾ ਲਓ। ਪਰ ਮੁਸ਼ਕਲ ਹੈ ਇਹਦਾ। ਇੱਕ ਸਮਝੋ ਕਹਿੰਦੇ ਨਹੀਂ ਹੁੰਦੇ ਵੀ ਸਵਾਦ ਥੱਲੇ ਅੱਗ ਦੱਬੀ ਵੀ ਵਾਲਾ ਕੰਮ ਹੈ। ਇੰਨੀ ਥੋੜੀ ਦੇਰ ਦਬ ਜੂਗੀ ਇਹ, ਪਰ ਇਹਨੇ ਅੱਗ ਨੇ ਫੇਰ ਬਾਲ ਪਾਉਣਾ ਉਹੀ ਅਗਲੇ ਸਾਲ ਤੱਕ ਜਦੋਂ ਠੀਕ ਹੋ ਗਿਆ। ਪਰ ਬਹੁਤ ਵਧੀਆ ਮੌਕਾ ਜੇ ਆਪਾਂ ਚੀਜ਼ਾਂ ਨੂੰ ਛੱਡ ਦਈਏ। ਥੈਂਕ ਯੂ ਜੀ। ਠੀਕ ਹੈ ਜੀ, ਧੰਨਵਾਦ ਬਹੁਤ ਬਹੁਤ। ਅਗਲੇ ਹਿੱਸੇ ਦੇ ਵਿੱਚ ਫਿਰ ਅੱਜ ਹੁਣ ਫਿਰ ਬਹੁਤ ਚਿਰ ਹੋ ਗਿਆ ਗੱਲਾਂ ਬਾਤਾਂ ਕੀਤੀਆਂ ਨੂੰ, ਹਾਸੇ ਦੀਆਂ। ਅੱਜ ਪਿੰਡਾਂ ਦੀ ਆਊਟਿੰਗ ਦੀ ਗੱਲ ਕਰਨੀ। ਆਖਰੀ ਕਾਲਰ ਤਰਲੋਚਨ ਸਿੰਘ ਜੀ, ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸੋਲ ਸਾਹਿਬ। ਗਿੱਲ ਸਾਹਿਬ, ਬਹੁਤ ਵਧੀਆ ਟੌਪਿਕ ਹੈ ਜੀ। ਇਹ ਹੈ ਕਿ ਇੱਕ ਤਾਂ ਜਿਹੜਾ ਕਰੋਨਾ ਨੇ ਸਾਨੂੰ ਇੱਕ ਮੌਕਾ ਦਿੱਤਾ ਸੈਲਫ ਐਨਾਲਿਸਿਸ ਦਾ। ਜਿਹੜੇ ਇਹ
ਸਾਰਾ ਕੁਝ ਕਰ ਰਹੇ ਸੀ, ਤੁਸੀਂ ਸਾਰਾ ਕੁਝ ਬਿਆਨ ਕਰ ਹੀ ਦਿੱਤਾ ਵੈਸੇ। ਤੇ ਮੇਰਾ ਖਿਆਲ ਹੈ ਵੀ ਆਪਾਂ ਕਈ ਛੋਟੀਆਂ ਚੀਜ਼ਾਂ ਤੇ એનર્ਜੀ ਬਹੁਤ ਵੇਸਟ ਕਰਦੇ ਆ। ਜਿੱਦਾਂ ਤੁਸੀਂ ਦੱਸਿਆ ਸੀਗਾ ਵੀ ਆ ਵੀਡੀਓ ਬਣਾਓ ਜੀ, ਉੱਥੇ ਫਿਰ ਉਹਨੂੰ ਜ਼ੂਮ ਕਰਕੇ ਦੇਖੋ। ਉਹ ਮੇਰਾ ਖਿਆਲ ਹੈ ਵੀ ਬੜਾ ਵੱਡਾ ਡਿਫਰੈਂਸ ਨਹੀਂ ਹੈ। ਉਹ 10,000 15,000 ਜਾਂ ਜ਼ਿਆਦਾ ਤੋਂ ਜ਼ਿਆਦਾ $50,000 ਦਾ ਫਰਕ ਪੈ ਜਾਂਦਾ ਹੋਣਾ, ਪਰ ਉਹਨਾਂ ਚੀਜ਼ਾਂ ਤੇ ਅਸੀਂ ਆਪਣੀ એનર્ਜੀ ਬਹੁਤ ਵੇਸਟ ਕਰਦੇ ਹਾਂ ਵੀ ਕਿਹੜੇ ਬੰਦੇ ਨੇ ਕੀ ਦਿੱਤਾ ਕੀ ਨਹੀਂ। ਜੇ ਅਸੀਂ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਮੇਰਾ ਖਿਆਲ ਹੈ ਦੇਖੀਏ ਤਾਂ ਅਸੀਂ ਆਪਦਾ ਟਾਈਮ ਵੀ ਬਚਾ ਸਕਦੇ ਹਾਂ ਔਰ ਇੰਜੋਏ ਵੀ ਕਰ ਸਕਦੇ ਹਾਂ। ਇਹ ਚੀਜ਼ਾਂ ਸਾਨੂੰ ਛੱਡ ਦੇਣੀਆਂ ਚਾਹੀਦੀਆਂ ਨੇ। ਜੇ ਤੁਸੀਂ ਕਿਸੇ ਨੂੰ ਬੁਲਾਇਆ ਤੇ ਉਹ ਆਪਣੀ ਹੈਸੀਅਤ ਦੇ ਨਾਲ ਕੁਛ ਨਾ ਕੁਛ ਦੇ ਕੇ ਜਾ ਰਿਹਾ, ਜੋ ਵੀ ਦੇ ਕੇ ਜਾ ਰਿਹਾ, ਉਹ ਸਾਨੂੰ ਉਹਨੂੰ ਸਨਮਾਨ ਦੇਣਾ ਚਾਹੀਦਾ ਹੈ ਕਿ ਉਹ ਠੀਕ ਹੈ, ਜਿੰਨਾ ਵੀ ਉਹ ਕਰ ਸਕਦਾ ਸੀ ਉਹਨੇ ਬੰਦੇ ਨੇ ਕੀਤਾ ਹੈਗਾ, ਤੇ ਉਹਨੂੰ ਇੰਜੋਏ ਕੀਤਾ ਜਾ ਸਕਦਾ ਉਹ ਸਭ ਕਾਸੇ ਨੂੰ। ਦੂਸਰੀ ਗੱਲ ਇਹ ਹੈ ਕਿ ਜਿਹੜਾ ਹੁਣ ਕਰੋਨਾ ਦੇ ਵਿੱਚ ਸਾਨੂੰ ਇਹ ਚੀਜ਼ ਪਤਾ ਲੱਗ ਗਈ ਕਿ ਬਹੁਤੀਆਂ ਲੋੜਾਂ ਹੈ ਨਹੀਂ ਇਨਸਾਨ ਦੀਆਂ। ਅਸੀਂ ਜਿਹੜੀ ਮਨੀ ਬਹੁਤੀ ਜ਼ਿਆਦਾ ਇਕੱਠੀ ਕਰ ਰਹੇ ਹਾਂ ਉਹਦਾ ਜੰਜਾਲ ਹੀ ਹੈ, ਮਤਲਬ ਉਹਦਾ ਕੋਈ ਫਾਇਦਾ ਨਹੀਂ। ਜੇ ਪੈਸਾ ਘੱਟ ਹੋਵੇ ਤੇ ਖਰਚੇ ਵੀ ਘੱਟ ਹੋਣ, ਉਸ ਹਿਸਾਬ ਨਾਲ ਤੁਸੀਂ ਵਧੀਆ ਜ਼ਿੰਦਗੀ ਜਿਉ ਸਕਦੇ ਹੋ। ਜੇ ਤੁਸੀਂ ਬਹੁਤਾ ਪੈਸਾ ਇਕੱਠਾ ਕਰਦੇ ਹੋ, ਉਹਨੂੰ ਤੁਸੀਂ ਵਰਤਣ ਵਾਸਤੇ, ਸ਼ੋਅ ਆਫ ਕਰਨ ਵਾਸਤੇ ਲੋਕਾਂ ਨੂੰ ਆਪਣਾ ਬਹੁਤ ਜ਼ਿੰਦਗੀ ਦਾ ਜਿਹੜਾ ਕੀਮਤੀ ਸਮਾਂ ਹੈ ਉਹ ਬਰਬਾਦ ਕਰ ਦਿੰਦੇ। ਬਰਬਾਦ ਕਰ ਦਿੰਦੇ। ਬਿਲਕੁਲ ਠੀਕ ਹੈ, ਬਿਲਕੁਲ ਠੀਕ। ਉਹ ਮਤਲਬ ਇਹ ਹੈ ਕਿ ਤੁਸੀਂ ਉਸ ਚੀਜ਼ 'ਚ ਲੱਗੇ ਰਹਿੰਦੇ ਹੋ, ਇੱਕ ਤੁਹਾਡੇ ਲਈ ਇੱਕ ਸਰਕਲ ਬਣ ਜਾਂਦਾ। ਉਹ ਐਸਾ ਸਰਕਲ ਹੈ, ਵਿਸ਼ੇਸ਼ ਸਰਕਲ ਹੈ ਕਿ ਉਹ ਕਿਸੇ ਨੂੰ ਤੁਸੀਂ ਜਿੱਤ ਨਹੀਂ ਸਕਦੇ। ਜਿੰਨਾ ਮਰਜ਼ੀ ਕਰ ਲਓ, ਜਿਹੜੀਆਂ ਖਾਮੀਆਂ ਨੇ ਉਹ ਫਿਰ ਵੀ ਨਿਕਲਣੀਆਂ ਨੇ। ਇਸ ਕਰਕੇ ਜੇ ਅਸੀਂ ਕਰਾਂਗੇ ਹੀ ਉਹਨਾਂ ਜਿਹੜਾ 10 ਨੌਹਾਂ ਦੀ ਕਿਰਤ ਦੇ ਨਾਲ ਸਾਨੂੰ ਮਿਲਦਾ, ਕੁਦਰਤ ਨੇ ਦੇ ਰਹੀ ਹੈ, ਤੇ ਉਸ ਹਿਸਾਬ ਨਾਲ ਉਹਨੂੰ ਸਪੈਂਡ ਕਰਾਂਗੇ, ਮੇਰਾ ਖਿਆਲ ਹੈ ਵੀ ਉਹ ਵਧੀਆ ਆਨੰਦਮਈ ਜ਼ਿੰਦਗੀ ਹੋ ਸਕਦੀ ਹੈ। ਸਾਨੂੰ ਹੁਣ ਉਹਦੇ ਤੇ ਵਿਚਾਰ ਕਰਨਾ ਚਾਹੀਦਾ। ਧੰਨਵਾਦ ਜੀ। ਬਿਲਕੁਲ ਧੰਨਵਾਦ, ਬਹੁਤ ਬਹੁਤ। ਵਪਾਰਕ ਸੰਦੇਸ਼ ਵਾਪਸ ਆ ਕੇ ਗੱਲਬਾਤ ਆਪਾਂ ਸ਼ੁਰੂ ਕਰਨੀ ਹੈ। ਅੱਜ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਪੰਜਾਬ ਦੇ ਪਿੰਡਾਂ ਦੀ ਆਊਟਿੰਗ ਕੀ ਹੁੰਦੀ, ਉਹਦਾ ਮਤਲਬ ਕੀ ਹੁੰਦਾ। ਇੱਥੇ ਆਪਾਂ ਵੀ ਆਊਟਿੰਗ ਕਰਨ ਜਾਂਦੇ ਹਾਂ ਨਾ, ਉੱਥੇ ਦੀ ਆਊਟਿੰਗ ਦੀ ਸੁਣਾਉਣਾ। ਬਹੁਤ ਇੱਕ ਵੱਡਾ ਆਹਰ ਹੁੰਦਾ ਪਿੰਡ ਚੋਂ ਨਿਕਲਣ ਦਾ। ਕਿੱਥੇ ਨਿਕਲ ਦਿੰਦੇ? ਇੱਕ ਉੱਥੇ ਵੈਸੇ ਹੀ ਨਹੀਂ ਸੀ ਹੁੰਦਾ ਵੀ ਯਾਰ ਬਿਨਾਂ ਮਤਲਬ ਜਾਣਾ ਹੈ ਨਾ, ਬਹੁਤ ਜਾਂਦੇ ਨਾ। ਕੰਮ ਤੋਂ ਕਾਹਦਾ ਜਾਣਾ ਹੁੰਦਾ ਯਾਰ, ਕਿਉਂ ਜਾਣਾ, ਕੀ ਕੰਮ ਹੈ, ਕੀ ਕਰਨ ਗਿਆ। ਉਹ ਵੀ ਜੇ ਕੋਈ ਜਾਂਦਾ ਹੈ ਪਿੰਡ ਦੇ ਵਿੱਚੋਂ, ਬੀਬੀ ਕੋਈ ਗੇੜਾ ਕੱਢਦੀ ਵੀ ਬਾਹਰ, ਉਹਨੂੰ ਟੈਂਪੂ ਚੜ੍ਹਨ ਦੀ ਆਦਤ ਪੈਂਦੀ, ਉਹਨੂੰ ਗੱਲ ਹੁੰਦੀ ਫਲਾਣਿਆਂ ਦੀ ਬੁੜੀ ਤੀਜੇ ਦਿਨ ਪੈਣ ਨੇੜੇ ਸ਼ਹਿਰ ਦੀ ਇਹਦਾ ਕੀ ਮਤਲਬ ਜਾਣਾ। ਇੱਕ ਗੱਲ ਤੇ ਰੈਜ਼ੋਲੂਸ਼ਨ ਸਦਾ ਪਾਸ ਰਹਿੰਦਾ, ਜਦ ਬਿਮਾਰ ਹੁੰਦਾ ਉਹਦੀ ਖਬਰ ਲੈਣ ਜਾਣਾ ਜ਼ਰੂਰ। ਉਹ ਕਹਿੰਦਾ ਵੀ ਜਾਇਓ, ਕੀ ਗੱਲ ਹੋਈ, ਕਹਿੰਦਾ ਫਲਾਣਾ ਬਿਮਾਰ ਹੈ ਯਾਰ, ਖਬਰ ਨੂੰ ਜਾਣਾ। ਬਸ ਫਿਰ ਜਿੱਦਣ ਉਹ ਖਬਰ ਨੂੰ ਗਏ ਉਦਣ ਆਊਟਿੰਗ ਹੁੰਦੀ। ਫਿਰ ਤੁਰੇ ਜਾਂਦੇ ਮੰਡੀ 'ਚ, ਉਹ ਕਹਿੰਦੇ ਚੱਲ ਆਇਆ ਹੁਣ ਰਿਓ ਦੇ ਵੀ 2 ਥੈਲੇ ਲੈ ਜੇ, ਦੇਖ ਤਾਂ ਘੁਮਾਰ ਆਇਆ ਹੋਇਆ, ਹਾਂ ਖੜੇ ਨੇ, ਰੇੜਾ ਆਇਆ ਹੈਗਾ, ਆ ਵੀ ਲੱਦ ਕੇ ਰਾਂ ਤੇ ਜਾ ਚੱਲੀਏ ਪਿੰਡ ਨੂੰ। ਨਾ ਕਹਿੰਦਾ ਮੈਂ ਤਾਂ ਹਾਲੇ ਖਬਰ ਨੂੰ ਜਾਣਾ, ਪਹਿਲਾਂ ਗੇੜਾ ਮਾਰਿਆ ਹੈ, ਚਾਹ ਵਾਲੀ ਬੋਤਲ ਮੈਂ ਰੱਖਿਆ ਦੁੱਧ ਦੀ ਉੱਥੇ, ਤੇ ਫੇਰ ਹੁਣ ਮੈਂ ਆਥਣੇ ਫਿਰ ਆਊਂ ਉੱਧਰ ਦੀ ਪਤਾ ਲੈ ਕੇ ਆਊਂ ਮੁੰਡੇ ਵੱਲ। ਖਬਰ ਲੈਣ ਵਾਲੇ ਜਾਂ 5-4 ਇਕੱਠੇ ਹੁੰਦੇ ਬਾਹਰ ਮੰਜਿਆਂ ਤੇ ਬਹਿ ਜਾਂਦੇ, ਅੰਦਰ ਬਹਿਣ ਨਾ ਦਿੰਦੇ। ਉੱਥੇ ਨਰਸਾਂ ਫਿਰਦੀਆਂ, ਉਹ ਕਹਿੰਦੀਆਂ ਬਾਹਰ ਜਾਓ। ਜ਼ਿਆਦਾਤਰ ਪੰਜਾਬ ਦੇ ਵਿੱਚ ਸਾਊਥ ਵਾਲੀਆਂ ਬੀਬੀਆਂ ਜਿਹੜੀਆਂ ਉਹ ਅੱਧੀ ਹਿੰਦੀ ਬੋਲ ਕੇ ਅੱਧੀ ਪੰਜਾਬੀ ਬੋਲ ਕੇ ਕਹਿੰਦੀ ਬਾਹਰ ਜਾਓ, ਆਪ ਬਾਹਰ ਬੈਠੋ, ਮਰੀਜ਼ ਕਿਉਂ ਕਰਦੇ ਹੋ। ਕਹਿੰਦਾ ਅਸੀਂ ਪਰੇਸ਼ਾਨ ਕਿੱਥੇ ਕਰਦੇ ਹਾਂ, ਇਹਦੇ ਨਾਲ ਪਰੇਸ਼ਾਨ, ਇਹਦਾ ਤਾਂ ਜੀ ਲਵਾਈ ਬੈਠੇ ਆ ਭਾਈ, ਅਸੀਂ ਕੀ ਕਹਿੰਦੇ ਆ ਇਹਨੂੰ, ਲਾਲਾ ਟੀਕਾ ਜਿਹੜਾ ਤੂੰ ਲਾਉਣਾ। ਫਿਰ ਹਰ ਇੱਕ ਏਰੀਏ ਦੇ ਡਾਕਟਰ ਦੀ, ਲੋਕਲ ਸ਼ਹਿਰ ਦਾ ਡਾਕਟਰ ਕਿਹਦੇ ਦਾਖਲ ਹੈ, ਉਹਦੀ ਗੱਲ ਜਦ ਘਰ 'ਚ ਚੱਲਦੀ, ਸਵੇਰੇ ਸੰਦੇਹਾਂ ਬਾਹਰੋਂ ਦਰਵਾਜ਼ੇ ਦੇਖ ਲੈ ਖਬਰ ਲੈ ਕੇ ਆਉਂਦੇ। ਜੇ ਤਾਂ ਪਿੰਡੋਂ ਟਰੈਕਟ ਤੇ ਚਲੇ ਗਏ ਬੰਦੇ, ਉਹਦਾ ਆਮ ਗੱਲ ਸੀ, ਉਹ ਟਰੈਕਟ ਤੇ ਲੈ ਕੇ ਗਏ ਨੇ, ਠੀਕ ਹੈ। ਅੱਛਾ, ਜੇ ਟਰੈਕਟ ਦੇ ਪਿੱਛੇ ਟਰਾਲੀ 'ਚ ਮੰਜਾ ਡਾਹ ਕੇ ਬੰਦਾ ਪਾ ਲਿਆ, ਉਹ ਕਹਿੰਦੇ ਬਈ ਟਰਾਲੀ ਜੋੜੀ ਆ ਉਹਨਾਂ ਦੇ ਵਿੱਚ, ਮੰਜਾ ਵੀ ਡਾਇਆ ਹੋਇਆ ਤੇ ਲੱਗਦਾ ਬਈ ਸ਼ਾਇਦ ਠੀਕ ਨਹੀਂ ਕਹਾਣੀ ਹੈ।
ਅੱਛਾ ਜੇ ਇੱਕ ਅੱਧੀ ਐਂਬੈਸਡਰ ਹੁੰਦੀ, ਜੇ ਕਿਤੇ ਉਹ ਦਰਾਂ ਮੂਰੇ ਖੜ ਜਾਂਦੀ। ਸਾਡੇ ਘੜਵੈੜਾ ਫੌਜੀ ਐਡਾ ਭੈੜਾ ਸੀ, ਉਹਦਾ ਟੱਬਰ ਇੱਥੇ ਰਹਿੰਦਾ, ਸੁਣਦਾ ਵੀ ਹੋਊਗਾ। ਉਹਨੂੰ ਮਿਲਟਰੀ ਕੋਟੇ 'ਚੋਂ ਐਂਬੈਸਡਰ ਮਿਲ ਗਈ 12-14 ਹਜ਼ਾਰ ਦੀ। ਪਹਿਲਾਂ ਤਾਂ ਉਹਨੇ ਖੂਹ ਤੇ ਹੋਣਾ, ਜੇ ਹੁਣ ਹਾਰਟ ਅਟੈਕ ਕਰਗਾ ਅਟੈਕ ਹੋ ਗਿਆ ਪਹਿਲਾਂ, ਹੁਣ ਉਹ ਕਿਹੜਾ ਘਰੇ ਬੈਠਾ ਵੀ ਸਟੈਂਡ ਤੇ ਬੈਠਾ, ਪਹਿਲਾਂ ਤਾਂ ਉਹਨੂੰ ਖੂਹ ਤੋਂ ਲਿਆਉਣਾ। ਬਤਾਇਆ ਹਾਂ ਸਾਡੇ ਦੌਰਾ ਪੈ ਗਿਆ ਤਾਂ ਇਹਨੂੰ ਆ ਜਾ ਮੰਡੀ ਲਿਜਾਣਾ। ਅੱਛਾ ਕਿੰਨਾ ਕੁ ਪਿਆ ਦੌਰਾ? ਪਹਿਲਾਂ ਤਾਂ ਉਹ ਉੱਥੇ ਪੁੱਛਦਾ। ਖਾਸਾ ਪੈ ਗਿਆ। ਕਿਵੇਂ ਡਿੱਗਿਆ? ਖੱਬੇ ਪਾਸੇ ਨੂੰ, ਸੱਜੇ ਪਾਸੇ। ਝੱਗ ਤਾਂ ਨਹੀਂ ਆਈ ਮੂੰਹ ਚੋਂ? ਆਈ ਹੈ। ਅੱਛਾ ਫਿਰ ਤਾਂ ਲਿਜਾਣਾ ਪਊ, ਚਲੋ ਮੈਂ ਆਉਣਾ। ਉਹ ਤੁਰਿਆ, ਫਿਰ ਉਹਨੇ ਪਿੱਛੋਂ ਸਾਈਕਲ ਤੇ ਤੁਰਨਾ। ਉਹ ਘੰਟੇ ਬਾਅਦ ਪਿੰਡ ਆ, ਫਿਰ ਉਹ ਨਹਾਉਣ ਲੱਗਦਾ। ਨਹਾ ਕੇ ਜਦ ਨੂੰ ਉਹਨੂੰ ਪਤਾ ਸੀ ਵੀ ਮੁੜ ਕੇ ਹੁਣ ਫਿਰ ਮੈਨੂੰ ਸੱਦਣਾ, ਉਹਨੂੰ ਕਹਿੰਦਾ ਆਇਆ ਨਹੀਂ ਤੂੰ। ਉਹ ਕਹਿੰਦਾ ਭਾਈ 60 ਰੁਪਈਏ ਪਹਿਲਾਂ ਫੜਾ ਮੈਨੂੰ। ਰਾਹੇ ਦੇ 60 ਲੈਂਦੇ ਸਾਡੇ ਪਿੰਡੋਂ ਜ਼ਿਆਦਾ। 1980-82 ਦੀ ਗੱਲ ਹੈ। ਉਹ ਕਹਿੰਦਾ ਤਾਇਆ ਦੇ ਦਾਂਗੇ ਪੈਸੇ। ਨਾ ਭਾਈ। ਫੇਰ ਕਹਿੰਦਾ ਰੌਲਾ ਗੌਲਾ ਪੈ ਜਾਂਦਾ। ਮੈਂ ਕਿਹਾ ਕਾਹਦਾ ਰੌਲਾ ਗੌਲਾ? ਕਹਿੰਦਾ ਕਈ ਵਾਰ ਬੰਦਾ ਜਾਂਦੇ ਜਾਂਦੇ ਬੁੜਕ ਜਾਂਦਾ, ਲੋਕ 16-60 ਰੁਪਈਏ ਵੀ ਨਹੀਂ ਦਿੰਦੇ, ਪਹਿਲਾਂ ਕਿਰਾਇਆ ਦੇ ਦਿੰਦਾ। ਉਹਨੇ ਕਿਰਾਇਆ ਲੈਣਾ, ਫਿਰ ਉਹਦੀ ਦਰ ਦੇ ਮੂਹਰੇ ਆ ਕੇ ਐਂਬੈਸਡਰ ਪੈਟਰੋਲ ਵਾਲੀ ਖੜਨੀ। ਬਸ ਦੇਖ ਲੈ ਜਦ ਉਹਦੇ 'ਚ ਵੜ ਕੇ ਟੇਢਾ ਟੂਢਾ ਪਾਉਣਾ, ਨਾਲ ਇੱਕ ਇੱਧਰ ਬਹਿ ਗਿਆ, ਇੱਕ ਸੱਦਾ, ਇੱਕ ਮੂਹਰੇ ਧੱਕੇ ਨਾਲ ਬਹਿ ਗਿਆ। ਉਹਨੇ ਕਿਹੜਾ ਬੰਦੇ 5 ਬਿਠਾਉਣੇ ਨੇ, ਮੈਂ 6 ਨਹੀਂ ਬਹਿਣ ਦੇਣਾ ਗੱਡੀ 'ਚ। 3 ਪਿੱਛੇ 2 ਮੂਹਰੇ, ਮੈਂ ਟੇਢਾ ਹੋ ਕੇ ਬਿਠਾ ਦੂੰ, ਇਹ ਤੋਂ ਵੱਧ ਨਹੀਂ। ਉਹ ਕਹਿੰਦਾ ਟਰੈਕਟਰ ਜਿਹੜੀ ਤੇਰੀ ਕਾਰ ਆ ਤਾਂ ਬਿਠਾ ਲਾ। ਕਹਿੰਦਾ ये नहीं है, असूल असूल है, ऐसे नहीं बैठते, 5 आदमी जाएंगे बस। बस फिर अद्धा पिंड जब मुड़ के आउंदा ਉਹਨੂੰ ਪੁੱਛਣ ਲੱਗਦੇ ਕਿਵੇਂ। ਉਹ ਕਹਿੰਦਾ 60 ਦੇ ਦਿਓ ਤੇ 60 ਜੇਬ 'ਚ ਪਾ ਲਓ। ਕਹਿੰਦਾ ਉਹ ਕਾਹਦੇ? ਕਹਿੰਦਾ ਕੀ ਪਤਾ ਗਾਹਾਂ ਲੁਧਿਆਣੇ ਭੇਜ ਦੇ। ਬਸ ਫਿਰ ਜਦ ਉੱਥੋਂ ਲੁਧਿਆਣੇ ਨੂੰ ਭੇਜਤਾ, ਜਿਹੜੇ ਨਾਲ ਸੀ ਉਹ ਆ ਗਏ ਖੱਚਰ ਰੇੜੇ ਤੇ, ਕਿਸੇ ਤੇ ਬਹਿ ਕੇ। ਬੱਸ ਬੁਸ ਤਾਂ ਕੋਈ ਆਉਂਦੀ ਨਹੀਂ ਸੀ, ਟੈਂਪੂ ਆ ਜਾਂਗੀ ਜਿਹੜੇ ਹੁੰਦੇ ਉਹਦੇ ਤੇ। ਜਦ ਉਹ ਦਰਾਹੇ ਉਹ ਆ ਗਏ, ਉਹਨੂੰ ਲੈਣ ਖਬਰ ਪੁੱਛੇਗਾ ਵੀ ਕਿਵੇਂ ਆ। ਉਹ ਕਹਿੰਦਾ ਵੀ ਪੈਰੀ ਇਹਨੇ ਤਾਂ ਜਵਾਬ ਦੇਤਾ, ਲੁਧਿਆਣੇ ਲੈ ਗਏ। ਆ ਲੁਧਿਆਣੇ ਗਿਆ ਬੰਦਾ, ਬਚਿਆ ਕੋਈ? ਫਿਰ ਤਾਂ ਔਖਾ ਹੋ ਗਿਆ ਵੀ ਉਹਦਾ ਬਹੁਤ। ਹੁਣ ਬਣੂ ਕੀ? ਦਰਾਹੇ ਜਾਨੀ ਫੇਰ ਸਭਾ ਜਿਹੜੀ ਦਰਵਾਜ਼ੇ ਬਹਿੰਦੀ ਉਹ ਗੱਲ ਤੋੜਦੀ ਫਿਰ ਪੂਰੀ। ਬਹੁਤ ਔਖਾ ਹੋ ਗਿਆ ਬਈ। ਦਰੇਗ 'ਚ ਤਾਂ ਹੁੰਦੇ, ਬਹੁਤ ਦੁੱਖ 'ਚ ਹੁੰਦੇ, ਪਰ ਗੱਲ ਉਹਨਾਂ ਨੂੰ ਐਕਸਪ੍ਰੈਸ ਦੁੱਖ ਦੇ ਦੁੱਖ ਐਕਸਪ੍ਰੈਸ ਨਹੀਂ ਸੀ ਕਰਨਾ। ਉਹ ਵੀ ਦੁੱਖ ਹੈ ਕਿ ਤੇ ਖਬਰ ਕਿਵੇਂ ਲੈਣੀ? ਖਬਰ ਨਹੀਂ ਸੀ ਲੈਣੀ। ਉਹ ਇੱਕ ਵਾਰ ਪਿੰਡ ਦਾ ਬੁੜਾ ਗਿਆ ਹੈ ਬਜ਼ੁਰਗ, ਉਹਨੂੰ ਕਹਿੰਦੇ ਵੀ ਗੱਲਾਂ ਕਰਦੇ ਕਰਦੇ ਪੈਲੀਏ ਦੇ ਬੈਠੋ, ਕਹਿੰਦੇ ਤੂੰ ਆਕਸੀਜਨ ਲਾਓ, ਆਕਸੀਜਨ ਲਾਓ, ਆਕਸੀਜਨ ਲਾਓ। ਉਹਨੂੰ ਲੈ ਕੇ ਅੰਦਰ ਦੇਖ ਲਾ ਟੂਟੀ ਜੀ ਪਿਛਲੇ ਪਾਸੇ ਉਹਦੇ ਨੱਕ ਨੂੰ ਲਾਤੀ। ਜਦ ਮੁੜ ਕੇ ਆਏ ਠੀਕ ਹੋ ਗਿਆ, ਸਾਹ ਸੂ ਚੜ ਗਿਆ ਉਹਦਾ। ਪੈਲੀਏ ਵਾਲੇ ਸਾਡੇ ਪੈਸੇ ਬਹੁਤ ਲੈਂਦੇ, ਟੱਬਰ ਟੀਚਰ ਪਰਚੇ ਜੀ ਨੇ ਘਰ ਦੇ, ਬਹੁਤ ਪੈਸੇ ਲੈਂਦੇ, ਮਹਿੰਗੇ ਡਾਕਟਰ। ਉਹਨੂੰ ਕਹਿੰਦੇ ਬਈ ਲੱਗੇ, ਕਹਿੰਦੇ ਬਿੱਲ ਕਹਿੰਦਾ 8000। ਬਜ਼ੁਰਗ ਜੀ ਦੇ ਟੂਟੀ ਦਾ ਕਹਿੰਦਾ 8000। ਕਾਹਦਾ 8000 ਯਾਰ? ਤੇਰਾ ਸਾਹ ਟੁੱਟ ਗਿਆ ਸੀ, ਆਕਸੀਜਨ ਲਾਈ ਆ ਤੇਰੇ। ਕਹਿੰਦਾ 8000 ਦੀ ਲਾਤੀ। ਦਿਖਾ ਤਾਂ ਮੈਨੂੰ ਕਾਹਦੇ ਤੋਂ ਲਾਈ ਹੈ? ਪੈਲੀਏ ਉਹਨੂੰ ਨਾਲ ਲੈ ਗਿਆ ਤੋਰ ਕੇ। ਆਹ ਦੇਖ ਕਹਿੰਦਾ ਸਿਲੰਡਰ ਕਿੱਡਾ ਪਿਆ। ਉਹ ਕਹਿੰਦਾ 8000। ਇਹੋ ਜਿਹੇ 8000 ਦੇ ਨਾਲ ਦਾ ਭਤੀਜਾ ਕਹਿੰਦਾ ਪਾਲਿਆ ਜਾਂ ਮੇਰੇ ਆਕਸੀਜਨ ਪੁੱਤ ਲਾਉਣ ਲੱਗੇ ਸੀ, ਜਾ ਕੇ ਤੂੰ ਮੰਡੀੋਂ ਸਿਲੰਡਰ ਕਿਉਂ ਨਾ ਲੈ ਕੇ ਆਇਆ ਇਹੋ ਜਿਹਾ? ਉਹ ਕਹਿੰਦਾ ਕਿਉਂ? ਕਹਿੰਦਾ ਨਾਲੇ ਤਾਂ ਇਹ ਮੇਰੇ ਇੱਥੇ ਉਹਦੇ ਤੋਂ ਸਿਲੰਡਰ ਤੇ ਲਾਉਂਦਾ, ਨਾਲੇ ਘਰੇ ਜਾ ਕੇ ਚਾਹ ਬਣਾਉਂਦੇ ਗੈਸ ਤੇ ਉਹਨੂੰ ਆਪਣੀ। ਇਹਨੂੰ 8000 ਕਾਹ ਦੇਣਾ? 8000 ਨਹੀਂ ਯਾਰ ਦੇਣਾ, ਤੂੰ ਘੱਟ ਕਰ ਕੁਛ। ਉਹ ਕਹਿੰਦਾ ਚੰਗਾ 4। ਕਹਿੰਦਾ 4 ਵੀ ਵੱਧ ਹੈ। 4 ਇੰਨੀ ਕਿੱਥੇ ਆਕਸੀਜਨ ਲਾਤੀ ਤੂੰ ਮੇਰੇ? ਇੰਨੀ ਹਵਾ ਲੱਗ ਗਈ ਕਿੱਦਾਂ? ਇਹਨੂੰ 10 ਮਿੰਟ ਕੇ ਕਿੰਨੀ ਲਾਈ ਆ ਮੇਰੇ? ਨਾ ਰੁਪਈਆ ਤੇਰਾ 1000 ਬਣਦਾ, ਫੜ 8000 ਤੋਂ 1000 ਤੁਰੇ ਜਾਂਦੇ। ਫਿਰ ਪਾਲੇ ਨੂੰ ਆ ਪਾਲਿਆ ਮਾੜੀ ਕੀਤੀ ਤਾਂ ਮਤਲਬ ਜਦੇ ਜਾਈਦਾ ਹੁੰਦਾ। ਜਦ ਲਾਉਣ ਲੱਗਿਆ ਸੀ ਆਹ ਕਿਹੜੀ ਹਵਾ? ਕਹਿੰਦਾ ਹੈ ਜਦੇ ਲਿਆਉਂਦਾ ਸਿਲੰਡਰ ਮੰਡੀਓ ਤੂੰ, ਨਾਲੇ ਇਹਨੂੰ ਸਿਲੰਡਰ ਦਿੰਦਾ ਆਪਣਾ, ਨਾਲੇ ਆਪਣਾ ਸੰਦ ਬਣਦਾ, ਨਾਲੇ ਤੇਰੀ ਘਰੇ ਬੀਬੀ ਚਾਹ ਕਰਦੀ, ਉਹਦੇ ਸਟੋਰ ਤੇ ਲਾ ਲੈਣੇ ਜਾ ਕੇ ਸਿਲੰਡਰ ਆਪਾਂ। ਵਪਾਰਕ ਸਮੇਸ਼ਾ ਤੋਂ ਬਾਅਦ ਫੇਰ ਤੋੜਦਾ ਖਬਰਾਂ ਦੀ ਗੱਲ। ਹਾਂ ਖਬਰ ਵਾਲਾ ਜਿਹੜਾ ਕੰਮ ਹੁੰਦਾ ਹੈ, ਜਿੱਦਣ ਤਿਆਰੀ ਹੁੰਦੀ ਇੱਕ ਰਾਤ ਪਹਿਲਾਂ ਪੁੱਛਦੇ ਆਵੇ ਕੌਣ ਜਾਊ। 4 ਬੰਦਿਆਂ ਚੋਂ ਘਰ 'ਚ ਇੱਕ ਜਾਊਗਾ, ਤੂੰ ਬਰਸੀਮ ਵੱਢ ਲਿਆਈ, ਤੂੰ ਸਲੋਤਰੀ ਤੇ ਲੈ ਕੇ ਜਾਣਾ ਮੱਝ ਨੂੰ, ਮੈਂ ਜਾ ਕੇ ਕਹਿ ਤੇਰਾ ਟਿਕਿਆ ਹੋਇਆ। ਤੂੰ ਪਰਸੋਂ ਪਿਛਲੇ ਮਹੀਨੇ ਵੀ ਜਦ ਕਮਾਇਆ ਆਇਆ ਸਮਿੱਤਾ ਢਿੱਲਾ ਹੋਇਆ ਸੀ, ਜਦ ਵੀ ਤੂੰ ਹੀ ਗਿਆ ਸੀ ਖਬਰ ਲੈਣ।
ਤੂੰ ਕਿਵੇਂ ਖਬਰ ਲੈਣ ਜਾਣਾ? ਮੈਂ ਜਾਣਾ। ਤੂੰ ਨਾਲੇ ਸਾਰਾ ਦਿਨ ਗਿਆ ਨਹੀਂ ਮੁੜਦਾ, ਤੇਰਾ ਖਬਰ ਲੈਣ ਦਾ ਇਹ ਕੀ ਮਤਲਬ ਹੈ? ਕਹਿੰਦਾ ਯਾਰ ਐ ਕਿਵੇਂ? ਫਿਰ ਮੈਨੂੰ ਹਿਸਾਬ ਆ, ਕਹਿੰਦਾ ਹਿਸਾਬ ਨੂੰ ਉੱਥੇ ਜਾ ਕੇ ਵੇਦ ਪੜ੍ਹਨੇ ਆ, ਜਾ ਕੇ ਡਾਕਟਰ ਦੇ ਬਹਿਗਾ। ਐ ਨਹੀਂ ਡਾਕਟਰ ਦੇ ਬਣ ਦਿੰਦੇ ਉੱਥੇ, ਖਬਰ ਲੈਣ ਨੂੰ ਭਾਈ ਸਾਹਿਬ ਉੱਥੇ ਗੱਲ ਕਰਨੀ ਪੈਂਦੀ ਹੈ ਜਾ ਕੇ, ਅੰਦਰ ਤਾਂ ਬਣ ਦਿੰਦੇ ਆ। ਉੱਥੇ ਹਿੰਦੀ ਬੋਲਣੀ ਚਾਹੀਦਾ, ਬਾਹਰਲੀਆਂ ਨਰਸਾਂ ਆਈਆਂ ਗਈਆਂ ਉੱਥੇ। ਤੂੰ ਹਿੰਦੀ ਬੋਲਦਾ ਕਿ? ਆਹੋ ਮੈਂ ਬੋਲ ਲੈਣਾ ਹਿੰਦੀ। ਹਿੰਦੀ ਕਿਉਂ ਨਹੀਂ ਆਉਂਦੀ ਮੈਨੂੰ? ਪੜ੍ਹਾਈ ਹੋਈ ਆ ਸਾਨੂੰ ਹਿੰਦੀ ਵਾਲੀ ਭੈਣ ਜੀ ਨੇ। ਦੁੱਧ ਲੈ ਜਾਓ ਫਿਰ, ਦੁੱਧ ਲੈ ਜਾਂਦੇ ਆ। ਬੋਤਲ ਖਾਲੀ ਕੀਤੀ ਸੀ, ਧੋ ਕੇ ਪਾ ਦੁੱਧ ਵਿੱਚ। ਉਹ ਫਿਰ ਝੋਲੇ ਚ ਹੁੰਦਾ, ਮੋਰਨੀ ਵਾਲੇ ਉਹ ਫੜੀ ਹੁੰਦੀ। ਜਿਹੜੀ ਦੂਜੀ ਬੋਤਲ ਹੁੰਦੀ ਉਹ ਡੱਬ ਚ ਹੁੰਦੀ। ਉਹਦੇ ਚਾਰ ਜਾਂਦੇ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਮੈਂ ਠੀਕ ਆ, ਚਾਹ ਬਣਾ ਕੇ ਲਿਆਓ। ਲੈ ਕਿੱਲਾ ਰੱਖਿਆ ਉਹ ਦੁੱਧ ਦੀ ਬੋਤਲ ਲੈ ਜਾਂਦਾ। ਉਹ ਲਿਆਉਂਦਾ ਦੁੱਧ, ਜਿਹੜੀ ਬਾਕੀ ਹੁੰਦੀ ਉਹ ਬੋਤਲ ਮੋੜ ਲਿਆਉਂਦਾ। ਕੋਈ ਹੋਰ ਦੁੱਧ ਵਾਲਾ ਆ ਗਿਆ, ਦੁੱਧ ਨੂੰ ਐ ਹੁੰਦਾ ਕੜਾਹੀ ਕਿਹੜੀ ਹੁੰਦੀ ਆ ਵਿਆਹ ਦੀ, ਹਰੇਕ ਦੁੱਧ ਦੀ ਬੋਤਲ। ਦੇਖ ਲਾ ਉੱਥੇ ਪ੍ਰਾਈਵੇਟ ਕਾਹਦੇ ਹਵਾੜ ਮਾਰਦੀ ਹੈ। ਬਾਹਰ ਆਉਂਦਾ ਬੰਦੇ ਜਿਹਦੇ ਮਣਕਾ ਮੁਣਕਾ ਹਿਲ ਜਾਂਦਾ, ਦੋਨੇ ਸਾਨੂੰ ਹੋਟਲ ਕਹਿ ਯਾਰ ਬੰਦਾ ਬਹੁਤ ਸਿਚੁਏਸ਼ਨ ਮਾੜੀ ਹੈ। ਜਿਹਦੀ ਸਾਈਟਿਕ ਨਰਵ ਜੀ ਹੋ ਗਏ, ਲੋਅਰ ਬੈਕ ਹੋ ਗਏ, ਉੱਥੇ ਕੰਮ ਕੀ ਕਰਦੇ ਆ? ਉਹਨਾਂ ਦਾ ਕੰਮ ਇਹ ਹੁੰਦਾ ਵੀ ਜਿੰਨੇ ਦਿਨ ਮੰਜੇ ਤੇ ਪਊ ਉਨੇ 1000 ਬਣ ਜਾਣਾ। ਬਾਹਰ ਕਿਰਾਏ ਤੇ ਮੰਜੇ ਹੁੰਦੇ, ਜਿਹੜੇ 2 ਨਾਰ ਰਹਿੰਦੇ ਉਹ ਬਾਹਰ ਸੌਂਦੇ ਜਾ ਕੇ, ਉਹ ਬਾਹਰ ਸੁੱਤੇ ਰਹਿੰਦੇ ਢਾਬਿਆਂ ਦੇ ਆਲੇ ਦੁਆਲੇ। ਉੱਠ ਕੇ ਅੰਦਰ ਵਾਲਾ ਅੰਦਰ ਪਿਆ, ਬਾਹਰ ਵਾਲਾ ਬਾਹਰ ਪਿਆ, ਚਾੜ ਕੇ ਲਾ ਕੇ ਗਲਾਸੀਆਂ ਸੌਂਦੇ ਅੰਦਰ ਪੈ। ਕਿਹਦੇ ਜਾਣਾ ਅੰਦਰ? ਨਾ ਕੋਈ ਜਾਂਦਾ ਨਾ ਕੋਈ। ਹਾਂ ਸਵੇਰੇ ਉੱਠ ਕੇ ਚਾਹ ਬਣਾ ਕੇ ਫੇਰ ਜਾਣਾ। ਕਿਵੇਂ ਰਹੀ ਬਈ? ਉਹ ਠੀਕ ਰਹੀ ਬਸ। ਬਟਨ ਕੋਈ ਨੱਪਣ ਦਾ ਉੱਥੇ ਪ੍ਰਾਈਵੇਟ ਰੂਮ, ਜਨਰਲ ਵਾਰਡ, ਬਜ਼ੁਰਗ ਨੂੰ ਇੱਕ ਬੈਠੀ ਡਾਕਟਰ ਨਹੀਂ ਕਹੀ ਜਾਵੇ ਉੱਥੇ ਬਾਬਾ ਜੀ ਦਾਖਲ ਕਰਨਾ ਪਊਗਾ, ਕਰ ਲਓ ਭਾਈ। ਕਿਹੜੇ ਵਾਰਡ 'ਚ ਸੌਣਾ ਹੈ? ਜਾਂ ਜਿੱਥੇ ਮਰਜ਼ੀ ਸਲਾ ਦੋ, ਆਮ ਵਾਰਡ 'ਚ ਜਾਂ ਪ੍ਰਾਈਵੇਟ ਵਾਰਡ 'ਚ। ਉਹ ਕਹਿੰਦਾ ਭਾਈ ਜਿੱਥੇ ਮਰਜ਼ੀ ਪਾ ਦੋ, ਤੂੰ ਸਮਝਾਤਾ ਸੀ ਕਿਹੜਾ? ਮੈਨੂੰ ਇਹ ਗੱਲ ਦਾ ਪਤਾ। ਉਹ ਕਹਿੰਦੀ ਕਮਰੇ ਉਹ ਜਿਹੜੇ ਇਕੱਲੇ ਇਕੱਲੇ ਉਹ ਮਹਿੰਗੇ ਨੇ, ਇੱਧਰ ਕਮਰੇ ਨੇ ਜਿਹੜੇ ਖੁੱਲੇ 'ਚ ਪੈਂਦੇ ਆ ਉਹ ਖੁੱਲੇ ਨੇ। ਬਜ਼ੁਰਗ ਕਹਿੰਦਾ ਕਮਲੀ ਹੋ ਗਈ ਤੂੰ ਭਾਈ, ਅਸੀਂ ਤਾਂ ਵਿਆਹ ਕਰਕੇ ਕਮਰੇ 'ਚ ਨਹੀਂ ਪਏ, ਤੂੰ ਮੈਨੂੰ ਇਕੱਲੇ ਨੂੰ ਕਮਰੇ 'ਚ ਪਾਈ ਜਨੇ, ਤਾਂ ਖੁੱਲੇ ਹੀ ਪੈਂਦੇ ਆ ਵਿਹੜੇ 'ਚ, ਮੈਨੂੰ ਤਾਂ ਇੱਥੇ ਹੀ ਪਾ ਦੇ। ਜਾਂ ਤੂੰ ਆਹੀ ਬੈਂਚ ਤੇ ਪੈ ਜਾਂਦਾ ਮੈਨੂੰ, ਜਿਹੜਾ ਤੂੰ ਲਾਉਣਾ ਗਲੂਕੋਜ਼ ਲਾ ਦੇ। ਜੇ ਕਿਸੇ ਨੇ ਗਲੂਕੋਜ਼ ਵਾਲੀ ਬੋਤਲ ਦੇਖ ਲੈਣ ਬਸ ਫੇਰ ਅੰਦਰੋਂ ਨਿਕਲਦੇ ਨੇ ਅੱਗ ਲੰਗੋ। ਕਹਿੰਦੇ ਬਸ ਹੁਣ ਤਾਂ ਸਿਰੇ ਹੀ ਹੈ। ਪਰਨਾ ਨਾ ਡੱਬ ਖੜੱਬਾ ਜਿਹੜਾ ਹੁੰਦਾ ਲਾ ਕੇ ਅੱਖਾਂ ਮੂੰਹ ਦੇ ਹੁਣ ਗੱਲ ਲਿਖੀ ਹੋਗਾ, ਗਲੂਕੋਜ਼ ਲਾਈ ਪਏ, ਬਸ ਨਿਬੜ ਗਈ ਕਹਾਣੀ। ਹੁਣ ਨਹੀਂ ਬਚਤ ਹੈ। ਸੁਨੇਹਾ ਦੋ ਫਿਰ ਭੈਣ ਉਹਨਾਂ ਨੂੰ ਵੀ ਇੱਥੇ ਹੀ ਖਬਰ ਲੈ ਜਾਣਾ। ਬਸ ਦੇਖ ਲਿਆ ਫੋਨ ਹੁੰਦੇ ਨਹੀਂ ਸੀ 1980 'ਚ, ਕਿੱਥੇ ਫੋਨ ਸੀ? ਫਿਰ ਸਾਈਕਲ ਸਕੂਟਰ ਤੇ 7 ਪਿੰਡਾਂ 'ਚ ਜਾ ਕੇ, ਜਿੱਥੇ ਧਰਿੰਦਰ ਜਿਹੜਾ ਬਹੁਤ ਢਿੱਲਾ ਮਲਾਗਰ, ਆ ਜਾਓ ਭਾਈ। ਅੱਛਾ ਵੀਰੇ ਮੈਂ ਤਾਂ ਤੁਹਾਡੇ ਨਾਲ ਬਹਿ ਗਿਆ, ਸਾਡੇ ਨਾਲ ਹੀ ਵੈਸੇ 2 ਜਣੇ ਸਕੂਟਰ ਤੇ, ਕਈ ਵਾਰ ਧੱਕੇ ਨਾਲ ਭੈਣਾਂ ਪਿੱਛੇ ਬਹਿ ਜਾਂਦੀਆਂ, ਸਟਿੱਪਣੀ ਤੇ ਤੀਜੇ ਬੰਦੇ ਦੇ ਗੱਭੇ ਫਸਾ ਲੈਂਦੇ, ਉਹਨੂੰ ਬੋਰੀ ਵਾਂਗੂ ਬਿਠਾ ਲੈਂਦੇ, ਬਹਿ ਜਾਓ ਚਲੋ ਚੱਲੀਏ। ਮਤਲਬ ਉਹੀ ਕੰਮ 'ਚ ਜੇ ਕਹਿੰਦਾ ਵੀ ਕੰਮ ਨਹੀਂ ਅੱਜ ਕੱਲ੍ਹ ਮੈਂ ਮੋਟਰ ਤੇ ਕਹਿੰਦਾ ਬਹੁਤ ਔਖਾ ਮਲਾਗਰ ਦਾ ਅਸਲਾ ਯਾਰ, ਅਸੀਂ ਤਾਂ 10 ਦਿਨ ਹੋ ਗਏ ਵਗਦੇ ਪਏ ਆ। ਰੁੱਗ ਕਹਿੰਦਾ ਲੱਗਦਾ ਨੋਟਾਂ ਦਾ ਹਰ ਰੋਜ਼ ਬਹੁਤ ਮਹਿੰਗਾ ਪੁਲ ਪੈਲੀ ਆ। ਤਾਂ ਹਰੇਕ ਨੇ ਹੱਥ ਨੇ, ਜਿੰਨੇ ਖਬਰ ਵਾਲੇ ਨੇ ਆਪਣੇ 9 ਵਜੇ ਨੂੰ ਤੋਤਾ ਬਣੇ ਬੈਠੇ ਹੁੰਦੇ ਨੇ ਬਾਹਰ, ਦਾਲ ਨੂੰ ਲਵਾ ਕੇ ਤੜਕਾ ਆਲੇ ਦੁਆਲੇ ਲੱਤਾਂ ਨਸਾਲੀ ਬੈਠੇ ਹੁੰਦੇ, ਕੌਲੀਆਂ ਗੱਭੇ ਪਈਆਂ ਹੁੰਦੀਆਂ, ਰੋਟੀ ਖਾਂਦੇ ਖਾਂਦੇ ਮਾੜਾ ਜਿਹਾ ਜਿਹੜਾ ਘਿਓ ਲੱਗਿਆ ਹੋਵੇ ਹੱਥਾਂ ਨੂੰ ਉਹ ਖੁੱਚਾਂ ਨੂੰ ਮਿਲ ਜਾਂਦੇ ਨੇ ਬੈਠਾ। ਬਹੁਤ ਔਖਾ ਹੋ ਗਿਆ, ਬੰਦਾ ਅੰਦਰ ਪਿਆ, ਬਣਨਾ ਹੀ ਕੱਖ ਨਹੀਂ, ਬਹੁਤ ਔਖਾ ਹੋਇਆ ਮਲਾਗਰ। ਜੀ ਨਹੀਂ ਲੱਗਦਾ, ਬਾਹਰ ਬੈਠੇ ਤੋਤੇ ਬਣੇ ਬੈਠੇ ਹੁੰਦੇ ਨੇ, ਬਾਹਰ ਬੈਠੇ ਕਹੀ ਜਾਣ। ਨਾਲ ਜਿਹੜਾ ਬੰਦਾ ਬੈਠਾ ਉਹ ਕਹਾਂ ਬਾਈ ਤੁਸੀਂ ਕਿਵੇਂ ਹੋ? ਸਾਡੇ ਨੂੰ ਵੀ 11 ਦਿਨ ਹੋਏ ਦਾਖਲ। ਕਹਿੰਦਾ ਕੀ ਅੱਛਾ ਤੁਹਾਨੂੰ? ਕਹਿੰਦਾ ਸਾਡੇ ਵਾਲੇ ਨੂੰ ਛਾਲੀਆਂ ਲੱਗੀਆਂ ਹੋਈਆਂ ਨੇ। ਕਹਿੰਦਾ ਕੀ ਹੋਏਗਾ? ਛਾਲੀਆਂ ਕਾਹਦੀਆਂ ਲੱਗੀਆਂ? ਪਾਠੀ ਬੋਤਲ ਲੀਟਰ ਪਾਣੀ ਦਾ ਭਰ ਕੇ ਬਹਿ ਗਿਆ ਮੰਜੇ ਦੇ ਕੋਲ ਹੀ। ਕਹਿੰਦਾ ਪਤਾ ਨਹੀਂ ਕੀ ਪੁੜੀਆਂ ਚੋਂ ਖਾਧਾ, ਸੰਗ ਨੂੰ ਲੱਗ ਗਿਆ, ਸੰਗ ਨੂੰ ਲੱਗ ਗਿਆ। ਕਹਿੰਦਾ ਗਾਹਾਂ ਪਾਣੀ ਪੀ ਲਈ, ਉਦੋਂ ਦੀਆਂ ਛਾਲੀਆਂ ਲੱਗੀਆਂ। ਕਹਿੰਦਾ ਮੈਨੂੰ ਲੱਗਦਾ ਪਾਣੀ ਬਾਹਰ ਅੰਦਰ ਵਾਲਾ ਉਹਨੂੰ ਨੁਕਸ ਹੋ ਗਿਆ ਕੋਈ, ਖਾਨੀ ਪਾਣੀ ਮਾੜਾ ਸੀ, ਖਾਂਦੀ ਗੱਲ ਨੂੰ ਲੱਗ ਗਿਆ ਕੁਛ।
ਪਤਾ ਨਹੀਂ ਖਾਣੀ ਪਾਠੀ ਬੋਲਦੇ ਵਾਹਿਗੁਰੂ ਕਹਿਣ ਲੱਗੇ, ਉਧਰੋਂ ਪਾਣੀ ਦੀ ਘੁੱਟ ਵਾਲੀ ਨਾਲ ਬੈਠੇ ਉਹ ਕਹਿੰਦੇ ਜਿਹੜਾ ਪਰਲੇ ਬੰਨੇ ਬੈਠਾ ਉਹ ਕਹਿੰਦਾ ਤੁਸੀਂ ਕਿਵੇਂ ਹੋ ਬਾਈ? ਕਹਿੰਦਾ ਅਸੀਂ ਤਾਂ ਬਹੁਤ ਔਖੇ ਆ। ਕਹਿੰਦਾ ਕਿਵੇਂ? ਕਹਿੰਦਾ ਸਾਡੇ ਵਾਲੇ ਦਾ ਪੱਟ ਟੁੱਟ ਗਿਆ। ਕਹਿੰਦਾ ਸਰੀਆ ਪਿਆ ਉਹਦੇ ਚ, ਯਾਨੀ ਉਹ ਸਰੀਆ ਜਿਹੜਾ ਆਪਣੇ ਆਰਸੀ ਚ ਕਹਿੰਦੇ ਨੇ ਨਾ ਕੰਕਰੀਟ ਚ, ਉਹ ਸਰੀਆ ਸਮਝਦੇ ਨੇ, ਟਿਟੇਰੀਅਮ ਨਹੀਂ ਕਹਿੰਦੇ ਉਹ ਕਹਿੰਦਾ ਹੋਇਆ ਕਿਵੇਂ? ਕਹਿੰਦਾ ਹੋਣਾ ਕੀ ਹੈ, ਕਲਕੱਤੇ ਸੀ ਇੱਕ ਕਨੈਕਟਰ ਲੱਗਿਆ ਹੈ ਕਹਿੰਦਾ ਬੱਸ ਤੇ, ਰਾਤ ਨੂੰ ਕਹਿੰਦਾ ਛੱਤ ਤੇ ਸੁੱਤਾ ਪਿਆ ਸੀ, ਦਾਰੂ ਪੀ ਲਈ। ਕਹਿੰਦਾ ਰਾਤ ਨੂੰ ਕਿਤੇ ਹਾਜਤ ਹੋਈ ਬਈ ਮੈਂ ਉੱਠਾਂ ਪਿਸ਼ਾਬ ਕਰਨਾ, ਕਹਿੰਦਾ ਸਿੱਧਾ ਹੀ ਤੁਰਿਆ ਬੱਸ ਤੋਂ, ਜੜਾਕਾ ਹੀ ਪਿਆ। ਕਹਿੰਦਾ ਪੱਟ ਕੋਲੋਂ ਲੱਤ ਟੁੱਟ ਗਿਆ, ਲੱਤ ਕੋਲੋਂ ਤੇ ਜੜਾਕਾ ਪੈ ਗਿਆ। ਕਹਿੰਦਾ ਇਹਦੇ ਦੇਖ ਲਵੇ ਉੱਥੇ ਟਾਟਾ ਵਾਲਿਆਂ ਦਾ 4 ਸੂਟ ਦਾ ਵੱਢ ਕੇ ਜਿਹੜਾ ਸਰੀਆ ਪਾਇਆ ਹੋਇਆ। 4 ਸਾਲ ਲੰਘੇ ਸੀ ਕਹਿੰਦਾ ਜਦ ਨੂੰ ਪਿੰਡ ਆ ਗਿਆ, ਸਕੂਟਰ ਤੇ ਜਾਂਦੇ ਨੇ ਕਹਿੰਦਾ ਕੁੱਤਾ ਵੱਜਿਆ, ਦੁਬਾਰਾ ਪਿੰਜਣੀ ਕੋਲੋਂ ਟੁੱਟ ਗਈ, ਉੱਥੇ ਪਿੰਜਣੀ ਚ ਦੇਖ ਲੈ ਸਰੀਆ ਪਿਆ। ਹੁਣ ਕਹਿੰਦਾ ਦੇਖ ਲੈ ਗ੍ਰਹਿ ਇਹਦਾ ਚੱਲਦਾ, ਬੈਠਕ ਨਵੀਂ ਪਾਈ ਸੀ, ਮਿਸਤਰੀ ਲੈਂਟਰ ਪਾ ਕੇ ਗਏ 20 ਦਿਨਾਂ ਨੂੰ ਖੋਲਿਓ। ਕਹਿੰਦਾ ਲੈ ਕੇ ਜਵਾਕ ਚੱਲੇ, 15ਵੇਂ ਦਿਨ ਆਪੇ ਕਾਲਮ ਖੋਲਤਾ, ਉੱਪਰ ਮਿੱਟੀ ਪਾਉਣ ਲੱਗੇ, ਲੈਂਟਰ ਨਰਮ ਸੀ, ਡਿੱਗ ਪਿਆ। ਕਹਿੰਦਾ ਦੂਜੀ ਲੱਤ ਚ ਫਿਰ ਸਰੀਆ ਪੈ ਗਿਆ, ਜਿਹਦੀ ਚ ਹੁਣ ਸਰੀਆ ਪਾਇਆ। ਨਾਲ ਦਾ ਬੰਦਾ ਬੈਠਾ ਕਹੂ ਕਹਿੰਦਾ ਯਾਰ ਬਹੁਤ ਸਰੀਏ ਪੈ ਗਏ ਇਹ ਤਾਂ। ਫਿਰ ਉਹ ਕਹਿੰਦਾ ਪ੍ਰਧਾਨ ਤੁਹਾਡੇ ਤਾਂ ਬਰਾਂਡੇ ਨੂੰ ਓਨਾ ਸਰੀਆ ਨਹੀਂ ਪਿਆ ਜਿੰਨੇ ਸਾਡੇ ਬਜ਼ੁਰਗ ਦੀਆਂ ਲੱਤਾਂ 'ਚ ਪਿਆ ਹੈ ਸਰੀਆ। ਇਹ ਵੀ ਸਲੋਗਨ ਟਾਈਟੇਨੀਅਮ ਨਹੀਂ ਕਹਿੰਦੇ, ਸਰੀਆ ਕਹਿੰਦੇ, ਜਿਹਨੂੰ ਕਹਿੰਦੇ ਸਰੀਆ ਲੱਤ 'ਚ ਪੈ ਗਿਆ ਉਹਦਾ ਕਹਿੰਦਾ ਬਹੁਤ ਔਖਾ ਹੋ ਗਿਆ, ਇਹਦਾ ਸਰੀਆ ਪੈ ਗਿਆ ਲੱਤ 'ਚ। ਨਾਲ ਕਰਦੇ ਆ ਕਾਲਰ ਨਾਲ ਗੱਲ। ਧਾਲੀਵਾਲ ਸਾਹਿਬ ਲਾਈਨ ਨੰਬਰ 2 ਤੁਸੀਂ ਏਅਰ ਤੇ ਹੋ। ਹਰਜੀਤ ਸਿੰਘ ਗੱਲ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ ਤੁਹਾਡਾ। ਪਹਿਲਾਂ ਤਾਂ ਮੈਥੋਂ ਫੋਨ ਨਹੀਂ ਹੋਇਆ, ਮੈਨੂੰ ਟਾਈਮ ਹੀ ਨਹੀਂ ਮਿਲਿਆ, ਪ੍ਰੋਗਰਾਮ ਬਹੁਤ ਵਧੀਆ। ਤੇ ਬਾਕੀ ਜਿਹੜਾ ਹਾਂ ਤੁਸੀਂ ਸੁਣਾਉਣ ਲੱਗਿਆ ਵਿਸ਼ਾ ਬਹੁਤ ਵਧੀਆ, ਇਹ ਪੁਰਾਣਾ ਟਾਈਮਾਂ 'ਚ ਚੱਲਦਾ ਸੀਗਾ। ਆਵਾਜ਼ ਆਉਂਦੀ ਹੈ ਜੀ ਮੇਰੀ? ਜੀ ਜੀ ਜੀ। ਸਾਡੇ ਜਗਰਾਉਂ ਕੁਲਵੰਤ ਡਾਕਟਰ ਹੁੰਦਾ ਸੀਗਾ ਜੀ, ਪਹਿਲਾਂ ਕੁਲਵੰਤ ਸਿੰਘ ਕਹਿੰਦੇ ਸੀ ਉਹਨੂੰ। ਜਦੋਂ ਉੱਥੋਂ ਪਤਾ ਲੱਗਣਾ ਬਈ ਬੰਦਾ ਲੁਧਿਆਣੇ ਲੈ ਗਏ, ਫਿਰ ਬਾਲਿਆਂ ਨੇ ਤਾਂ ਡੱਕੇ ਤੋੜ ਦੇਣੇ ਬਈ ਜੀ ਹੁਣ ਤਾਂ ਨਹੀਂ ਮੁੜਦਾ ਉਹ। ਫਿਰ ਗੱਲ ਸਾਹਿਬ ਇੱਕ ਹੋਰ ਹੁੰਦੀ ਸੀ ਗੱਲ, ਬਈ ਉੱਥੇ ਵੀ ਜਾਣਾ ਪਤਾ ਲੈਣ ਵਾਲਿਆਂ ਨੇ, ਘਰੇ ਬੜੀ ਸਮੱਸਿਆ ਹੁੰਦੀ ਸੀ ਜਿਨ੍ਹਾਂ ਦਾ ਬੰਦਾ ਬਿਮਾਰ ਹੁੰਦਾ ਸੀ, ਪਿੰਡ ਵਾਲਿਆਂ ਨੇ ਫਿਰ ਘਰੇ ਆਉਣਾ। ਇੱਕ ਬੰਦਾ ਜਾਂ ਇੱਕ ਮਾਈ ਉਹਨਾਂ ਕੋਲੇ ਬਹਿਣੀ, ਕਿਵੇਂ ਆ ਮੋੜ ਆ ਕੁਛ ਦੇਖੋ, ਪਤਾ ਨਹੀਂ ਲੱਗਦਾ ਜੀ ਹਜੇ, ਕਹਿੰਦੇ ਬਈ ਉਵੇਂ ਹੀ ਆ, ਦਾਰੂ ਦੇਈ ਜਾਂਦੇ ਆ। ਤੇ ਜਿੱਦੇ ਫਿਰ ਉਹਨੇ ਆ ਜਾਣਾ ਉੱਥੋਂ ਛੁੱਟੀ ਮਿਲ ਜਾਣੀ, ਉਦੇ ਫਿਰ ਬਹੁਤ ਰੌਣਕ ਲੱਗਣੀ, ਸਕੀਰੀਆਂ ਵਾਲਿਆਂ ਨੇ ਵੀ ਆਉਣਾ ਤੇ ਪਿੰਡ ਵਾਲਿਆਂ ਨੇ ਵੀ ਆਉਣਾ ਦੁਬਾਰੇ, ਫਿਰ ਲੈ ਵੀ ਹੁਣ ਆ ਗਿਆ ਮਿਲ ਕੇ ਅੱਜ ਦੇਖ ਕੇ ਅੱਜ ਉਹਦਾ ਹਾਲ ਚਾਲ। ਕਈਆਂ ਦਾ ਕੋਲੇ ਹੀ ਕਹਿ ਦੇਣਾ ਬਈ ਤੂੰ ਤਾਂ ਪੀੜਾ ਹੋਇਆ ਪਿਆ ਤੇ ਬਹੁਤ ਡਾਊਨ ਤੇਰੀ ਸਿਹਤ। ਹਾਂਜੀ, ਕਈਆਂ ਨੇ ਕਹਿਣਾ ਤੇਰਾ ਰੰਗ ਹੀ ਵੱਗਾ ਹੋ ਗਿਆ। ਕਈਆਂ ਜਿਹੜਾ ਨਾਲ ਹੋਣਾ ਚੰਗਾ ਸਿਆਣਾ ਬੰਦਾ ਤੁਹਾਡੇ ਵਰਗਾ ਪੜ੍ਹਿਆ ਲਿਖਿਆ, ਉਹਨੇ ਕਹਿਣਾ ਨਹੀਂ ਉੱਥੇ ਅੰਦਰ ਕਰਕੇ ਇਹਦਾ ਰੰਗ ਪੀਲਾ ਹੁੰਦਾ। ਧੰਨਵਾਦ। ਇੱਕ ਜਿਹੜੀ ਨਾ ਛੁੱਟੀ ਦਾ ਸ਼ਬਦ ਇੱਥੇ ਵੀ ਆ, ਹਸਪਤਾਲਾਂ 'ਚ ਵੀ ਇੱਥੇ ਕਹਿੰਦੇ ਛੁੱਟੀ ਕਰ ਦੇਣਗੇ, ਕੱਲ ਨੂੰ ਛੁੱਟੀ ਦੇ ਦੇਣੀ ਆ, ਬਸ ਇੱਥੇ ਵੀ ਛੁੱਟੀ ਕਹਿੰਦੇ ਨੇ। ਉੱਥੇ ਜੇ ਬੰਦਾ ਮਤਲਬ ਕਾਲਾ ਜਿਹੜਾ ਰੰਗ ਜਦ ਅੰਦਰ AC 'ਚ ਪੈ ਜਾਂਦਾ ਹਫ਼ਤੇ ਬਾਅਦ ਚਿੱਟਾ ਹੋ ਜਾਂਦਾ ਪੂਣੀ ਵਰਗਾ, ਉਹ ਕਹਿੰਦਾ ਤੂੰ ਡਾਕਟਰ ਤਾਂ ਚੰਗਾ ਗਿਆ, ਤੂੰ ਤਾਂ ਯਾਰ ਅੰਗਰੇਜ਼ ਬਣ ਕੇ ਆ ਗਿਆ ਇੱਧਰ, ਕਈ ਬੰਦੇ ਕਹਿੰਦੇ। ਫਿਰ ਹੌਲੀ ਹੌਲੀ ਉਹ ਬੰਦਾ ਚੌਥੇ ਪੰਜਵੇਂ ਦਿਨ ਤੁਰ ਕੇ ਜਾਂ ਮੋਟਰ ਵੱਲ ਨੂੰ ਜਾਂਦਾ, ਹੌਲੀ ਤੁਰਿਆ ਜਾਂਦਾ, ਨਰਮ ਹਲੇ ਇਹਨੂੰ ਜ਼ਹਿਰਵਾ ਹੋ ਗਿਆ ਸੀ, ਅਪੈਂਡਿਸਾਈਟਿਸ ਨੂੰ ਉੱਥੇ ਜ਼ਹਿਰਵਾ ਕਹਿੰਦੇ, ਨਾਲ ਜ਼ਹਿਰ ਵਾਲੀ ਜਿਹੜੀ ਫਟ ਗਈ ਸੀ। ਇਹ ਤਾਂ ਲੈ ਗਏ ਮੌਕੇ ਤੇ, ਜੇ ਪਹਿਲਾਂ ਘਰੇ ਫੜ ਜਾਂਦੀ ਇਹਨੂੰ ਜ਼ਹਿਰਵਾ ਹੋ ਜਾਣਾ। ਡਾਕਟਰਾਂ ਦੇ ਇਲਾਜ ਬਹੁਤ ਵਧੀਆ। ਗ੍ਰੈਂਡ ਤਾਜ ਸਰੀ ਦਾ ਤਾਜ, ਉੱਥੇ ਨਾਲ ਪੈਰਲ ਦੇਸੀ ਵੀ ਕਰਦੇ ਨੇ, ਜਾਂਦੇ ਨੇ ਆਹ ਲੈ ਲਾ ਤੂੰ ਇਹਨੂੰ ਰਹਿਣ ਦੇ, ਇਹਦੇ ਵਾਲੀਆਂ ਵੀ ਨਹੀਂ ਚੱਲੀ, ਇਹਦੇ ਵਾਲੀਆਂ ਨਹੀਂ ਚੱਲੀ, ਇਹਦੇ ਵਾਲੀਆਂ ਗਿਪਸੇ 'ਚ ਪਾ ਲਈ, ਆ ਪਿੰਡ ਪਹਿਲਾਂ ਦਾਖਲ ਇੱਥੇ ਹੀ ਰਹਿ ਤੂੰ। ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਬਲਜਿੰਦਰ ਪੱਟੀ ਬੋਲ ਰਿਹਾ ਜੀ। ਭਾਜੀ ਡਾਕਟਰਾਂ ਦੀ ਗੱਲ ਚੱਲੀ ਨਾ, ਮੈਂ ਇੰਡੀਆ ਗਿਆ ਇੱਥੋਂ, ਤਾਂ ਉੱਥੇ ਦੇ ਡਾਕਟਰਾਂ ਦੀ ਗੱਲ ਦੱਸਦਾ, ਤਾਂ ਵਾਈਫ ਨੂੰ ਇੱਦਾਂ ਹੀ ਆਪਣੇ ਥੋੜ੍ਹੀ ਢਿੱਲੀ ਹੋ ਗਈ, ਤਾਂ ਮੈਂ ਡਾਕਟਰ ਸੱਦ ਲਿਆ ਜੀ। ਵਾਈਫ ਨੇ ਉੱਦਾਂ ਹੀ ਕਹਿ ਦਿੱਤਾ ਵੀ ਪਹਿਲਾਂ ਮੇਰੇ ਟੀਕਾ ਲਾਉਣ ਤੋਂ ਪਹਿਲਾਂ ਇਹਨਾਂ ਦੇ ਟੀਕਾ ਲਾਓ। ਉਹ ਮਿੱਤਰ ਮੇਰੇ ਟੀਕਾ ਹੋ ਗਿਆ ਜੀ, ਮੈਨੂੰ ਕੁਛ ਹੋਇਆ ਵੀ ਨਹੀਂ ਸੀ।
ਮਿਹਰਬਾਨੀ ਭਾਜੀ। ਥੈਂਕ ਯੂ ਬਾਈ ਜੀ, ਥੈਂਕ ਯੂ। ਤਾਰੀ ਡਾਕਟਰ ਸਾਡੇ ਪਿੰਡ ਵਾਲਾ ਦਾਊ ਮਾਜਰੇ, ਉਹਨਾਂ ਦੇ ਪਿੰਡ ਜਾਂਦਾ ਹੁੰਦਾ ਸੀ। ਉਹ ਕਹਿੰਦਾ ਜੇ ਸੂਈਆਂ ਉਬਾਲਤੀਆਂ, ਕਹਿੰਦਾ ਉਬਲ ਗਈਆਂ, ਕਹਿੰਦਾ ਉਰੇ ਸੱਦ ਲਓ ਫਿਰ ਜਿਹਨੂੰ ਜਦੋਂ ਸੱਦਣਾ। ਲਾਲ ਜੀ ਦੇ ਭਰ ਕੇ B12 ਦਾ ਲਾਤਾ, ਉਹ ਕਹਿੰਦੇ ਤਾਕਤ ਦਾ ਹੈ। ਇੱਥੇ ਵੀ ਆਪਾਂ ਡਾਕਟਰ ਤੇ ਜਾਂਦੇ ਹਾਂ, ਡਾਕਟਰ ਨੂੰ ਕਹਿੰਦੇ ਤਾਕਤ ਦਾ ਲਾ ਦੇ। ਰੈੱਡ ਯਾਨੀ B12 ਹੈ ਜਿਹੜਾ ਹੈ, ਉਹ ਖੂਨ ਦੇ ਰੰਗ ਕਰਕੇ ਦੱਸ ਸੀਗੇ, ਉਹਨੂੰ ਤਾਕਤ ਦਾ ਕਹਿੰਦੇ, ਗੱਗਾ ਪਾ ਕੇ ਤੱਤੇ ਨੂੰ ਕਹਿੰਦਾ ਗੱਗਾ ਤੱਤਾ। ਉੱਥੇ ਇਹੀ ਆਊਟਿੰਗ ਹੁੰਦੀ। ਖਬਰ ਲੈਣ ਜਾਂਦੇ, ਅਖੀਰਲੇ ਦਿਨ ਬਿੱਲ ਜਦ ਕੱਟਦੇ ਫਿਰ ਬਿੱਲ ਦੀ ਗੱਲ ਹੁੰਦੀ, ਕਹਿੰਦਾ ਛੁੱਟੀ ਕੱਲ ਨੂੰ ਕਹਿੰਦੇ ਡਾਕਟਰ ਮਿਲ। ਹੁਣ ਡਾਕਟਰ ਉੱਥੇ ਕਿੱਥੇ ਛੁੱਟੀਆਂ ਦਿੰਦੇ ਨੇ? ਉਹ ਕਹਿੰਦਾ ਨਾ ਅੱਜ ਫੇਰ ਰੱਖ ਲਿਆ, ਕੱਲ ਕਹਿੰਦਾ ਸੀ ਦਊਂਗਾ, ਅੱਜ ਔਖਾ ਹੋ ਗਿਆ। ਯਾਨੀ ਨੇੜੇ ਦੇ ਸ਼ਹਿਰ 'ਚ ਜੇ ਡਾਕਟਰ ਹੁੰਦਾ, ਉਹਨੂੰ ਕਹੇ ਲੁਧਿਆਣੇ ਜਿਹੜਾ ਜਾਣਾ ਬਹੁਤ ਔਖਾ। ਜੇ ਮਿਸ ਬਰਾਊਨ ਦਾ ਨਾਂ ਲੈ ਤਾ, ਉਹ ਕਹਿੰਦਾ ਬਸ ਉੱਥੇ ਕਿਤੇ ਮੰਗਿਆ ਮੁੜਿਆ ਕੋਈ ਮਿਸ ਬਰਾਊਨ। ਦਿਆਨੰਦ ਆ ਕਿ ਮਿਸ ਬਰਾਊਨ ਆ ਉੱਥੇ? ਕਹਿੰਦਾ ਮਿਸ ਬਰਾਊਨ ਕਹਿੰਦੇ ਆ ਭਾਈ। ਕਹਿੰਦਾ ਬਸ ਉੱਥੇ ਨਹੀਂ ਗਿਆ ਬੰਦਾ ਮੁੜ। ਜੇ ਪਹਿਲਾਂ ਲੋਕਲ ਪਿੰਡ ਵਾਲਾ ਡਾਕਟਰ, ਫਿਰ ਲੋਕਲ ਸ਼ਹਿਰ ਡਾਕਟਰ, ਫਿਰ ਉਹ ਕਹਿੰਦਾ ਵੀ ਗੱਡੀ 'ਚੋਂ ਲਾਇਆ ਹੀ ਨਹੀਂ ਦਰਾਹੇ ਤਾਂ। ਕਹਿੰਦਾ ਕੀ ਕਹਿੰਦਾ ਵੀ ਲੁਧਿਆਣੇ ਲੈ ਜਾਓ। ਫਿਰ ਤਾਂ ਸੀਰੀਅਸ ਆ ਉੱਥੇ। ਸੀਰੀਅਸ ਨੂੰ ਪੰਜਾਬੀ 'ਚ ਸੀਰੀਅਸ ਬਹੁਤ ਸ਼ਬਦ ਉੱਥੇ ਇੱਕ ਨੋਰਮਲ ਚੱਲਦਾ, ਸੀਰੀਅਸ। ਕਹਿੰਦਾ ਬਈ ਲੁਧਿਆਣੇ ਦਾ ਫਿਰ ਦੁੱਧ ਦਾ ਵੀ ਔਖਾ ਹੋਊਗਾ। ਦੁੱਧ ਉੱਥੇ ਕਿੱਥੇ ਲਿਜਾ ਹੋਣਾ? ਉੱਥੇ ਤਾਂ ਦੁੱਧ ਡੈਰੀ ਦਾ ਹੀ ਪੀਣਾ ਪੈਂਦਾ ਬਾਈ ਸਾਹਿਬ। ਇੱਥੋਂ ਕਿਹੜਾ ਜਾਊ ਪਿੰਡੋਂ? ਕਿਤੇ ਲੁਧਿਆਣਾ ਨੇੜੇ ਆ, 30 ਕਿਲੋਮੀਟਰ ਸਫ਼ਰ। ਜਾਣੀ ਪਿੰਡ 'ਚੋਂ 4 ਬੱਸਾਂ ਬਦਲਣੀਆਂ ਪੈਂਦੀਆਂ। 3 ਵਜੇ ਦਾ ਬੰਦਾ ਜਾਂਦਾ ਦੁੱਧ, ਜਾਂਦੇ ਜਾਂਦੇ ਖੱਟਾ ਹੋ ਜਾਂਦਾ ਦੁੱਧ, ਤਾਂ ਬਹੁਤ ਸਮਾਂ ਲੱਗਦਾ ਲੁਧਿਆਣੇ ਜਾਣ ਨੂੰ। ਹੁਣ ਲੋਕ ਡਿਨਰ ਕਰਨ ਜਾਂਦੇ ਆ ਪਿੰਡ 30 ਕਿਲੋ। ਕਹਿੰਦਾ ਚਲੋ ਲੁਧਿਆਣੇ ਚੱਲੀਏ ਡਿਨਰ ਕਰਕੇ। ਡਾਕਟਰਾਂ ਦਾ ਵੀ ਸਿਸਟਮ ਬਦਲ ਗਿਆ। ਕੰਪਾਊਂਡਰ ਉੱਥੇ 6-7 ਹੁੰਦੇ, ਮਾਰੇ ਕੰਪਾਊਂਡਰ ਨੂੰ ਬਾਹਰ ਬਿਠਾ ਲੈਂਦੇ। ਉਹਨੂੰ ਕਹਿੰਦਾ ਪੇਕ ਲਵਾ ਦਿਓ। ਇਹ ਕਹਿੰਦਾ ਕੀ ਪਤਾ ਦਵਾਈਆਂ ਦੁਈਆਂ ਟੀਕੇ ਟੂਕੇ ਅੱਧੇ ਹੀ ਲਿਖੇ। ਕਰਪਸ਼ਨ ਉੱਥੇ ਵੀ ਕਰਦੇ। ਐਟਲਸ ਆਟੋ ਬਾਡੀ ICBC ਦੀ ਐਕਸਪ੍ਰੈਸ ਸ਼ਾਪ, ਐਕਸਪ੍ਰੈਸ ਵੈਲੇ ਸ਼ਾਪ ਹੈ, 7038 ਐਰਵਲ ਵੇ, 604 594 9707। ਬਾਡੀ ਵਰਕ ਕਾਰਾਂ ਦਾ ਪੇਂਟ ਦਾ ਕੰਮ, ਰੰਗ ਰੋਗਨ ਕਰਦੇ ਆ। ਤੇ ਮੂਹਰਲਾ ਸ਼ੀਸ਼ਾ ਟੁੱਟ ਜਾਏ, ਹਵਾ ਵਾਲਾ ਵਿੰਡਸ਼ੀਲਡ, ਉਹ ਵੀ ਟਰੱਕਾਂ ਵਾਲਿਆਂ ਦਾ ਵੀ ਲਾਉਂਦੇ ਆ। ਤੇ ਵੀਲ ਵੀ ਸਿੱਧੇ ਕਰਦੇ ਆ। ਹੁਣ ਖਰਾਦੀਆ ਘਰ ਦਾ ਲਾ ਲਿਆ ਨਾ, 604 594 9707। ਸੰਦ ਆਪਣਾ ਬਣਾ ਲਿਆ। ਖਰਾਦ ਇੰਡੀਆ ਤੋਂ ਲਿਆ ਕੇ ਨਾ ਗਰਾਇਆ ਵਾਲਾ ਲਾਇਆ। ਐਟਲਸ ਆਟੋ ਬਾਡੀ 604 594 9707। ਰਾਜਪਾਲ ਸਿੰਘ ਜੀ ਲਾਈਨ ਨੰਬਰ 5। ਸਤਿ ਸ਼੍ਰੀ ਅਕਾਲ ਜੀ ਗਿਲ ਸਾਹਿਬ। ਸਤਿ ਸ਼੍ਰੀ ਅਕਾਲ ਜੀ ਗਿਲ ਸਾਹਿਬ। ਇੱਕ ਮੈਂ ਵੀ ਛੋਟਾ ਜਿਹਾ ਵਾਕਿਆ ਸ਼ੇਅਰ ਕਰਨਾ। ਬੜੀ ਪੁਰਾਣੀ ਗੱਲ ਹੈ ਜੀ। ਉੱਥੇ ਜਦੋਂ ਆਪਾਂ ਖਬਰ ਲੈਣ ਜਾ ਵੜਦੇ ਹਾਂ ਸ਼ਾਮ ਨੂੰ, ਤਾਂ ਘਰ ਦੇ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ 'ਚੋਂ, ਤੇ ਮੁੰਡੇ ਯਾਰ ਦੋਸਤ ਆ ਜਾਂਦੇ ਸੀ ਜੀ ਪੈਕ ਪੁੱਕ ਲਾ ਕੇ ਵੀ ਚੱਲ ਤੇਰੀ ਖਬਰ ਲੈਣ ਆਈਏ। ਉਹ ਕਿਤੇ ਮੁੰਡਾ ਬਿਮਾਰ ਸੀ ਜੀ। ਉਹ ਕਹਿੰਦਾ ਮੈਂ ਯਾਰ ਤੂੰ ਬਹਿ ਜਾ, ਮੈਂ ਉਰੇ ਪੈ ਜਾ 10 ਮਿੰਟ। ਸਿਆਲਾਂ ਦੇ ਦਿਨ ਸੀ, ਲੋਈ ਜੀ ਲਈ ਉਹਦੇ ਵੀ, ਮਾੜਾ ਜਿਹਾ ਮੈਂ ਬਾਥਰੂਮ ਜਾਇਆ ਮੈਂ। ਉਹ ਕਹਿੰਦਾ ਚੰਗਾ ਜੀ। ਉਹ ਨਰਸ ਸੀਗੀ ਵਿਚਾਰੀ ਪੁਰਾਣੀ ਜੀ, ਉਹ ਆ ਕੇ ਕਹਿੰਦੀ ਕੱਲ ਤਾਂ ਡਰਦਾ ਨਹੀਂ ਸੀ, ਅੱਜ ਜੇ ਬਹੁਤ ਡਰਦਾ। ਉਹ 2 ਜਣਿਆਂ ਨੇ ਬਾਂਹ ਫੜੀ ਜੀ, ਉਹਦੇ ਪਤਾ ਲੈਣ ਗਏ ਦੀ ਟੀਕਾ ਠੋਕ ਗਈ ਜੀ। ਉਹ ਬੜੇ ਕਾਂਡ ਹੁੰਦੇ ਸੀ ਜੀ। ਥੈਂਕ ਯੂ ਜੀ। ਉੱਥੇ ਬੈਠ ਤੇ ਪਿਆ ਸੀ, ਕਹਿੰਦਾ ਢਾਲ ਹੋਏ। ਕਈ ਵਾਰ ਜਿਹੜਾ ਕਈ ਜਵਾਕ ਜਾਂ ਛੋਟੇ ਹੁੰਦੇ ਟੀਕਾ ਦੇ ਕੇ ਗਾਲ ਵੀ ਡਾਕਟਰ ਕਰੋ। ਜਦ ਉਹਨੇ ਟੀਕਾ ਭਰ ਲੈਣਾ, ਜਦ ਨਾ ਉਹ ਟੀਕਾ ਭਰ ਕੇ ਨੱਕ ਦੇ ਬਰਾਬਰ ਲਿਜਾ ਕੇ ਵਿੱਚੋਂ ਨਾ ਤੁਪਕਾ ਜਿਹਾ ਇੱਕ ਕੱਢਦੇ ਆ ਬੰਦਾ, ਜਦ ਡੋਲਦਾ। ਪਹਿਲਾਂ ਨਹੀਂ ਡੋਲਦਾ ਜਦ ਤੱਕ ਭਰਦਾ ਗਲੂਕੋਜ਼। ਅੱਛਾ ਫੇਰ ਜਿਹੜੇ ਜੇ ਡਾਕਟਰ ਦੇ ਅੰਦਰ ਬੈਠਿਆਂ ਦੇ ਬਾਹਰ ਜਿਹੜੇ 5-6 ਆਏ ਹੋਏ ਨੇ ਹੱਥ ਨੇ, ਮਾਮੇ ਭੂਆ ਚਾਚੇ ਤਾਇਆਂ ਦੇ ਪੁੱਤ, ਅੰਦਰੋਂ ਆ ਕੇ ਡਾਕਟਰ ਦੇ ਜੇ ਕੰਪਾਊਂਡਰ ਨੇ ਕਹਿੰਦਾ ਡਾਕਟਰ ਸਾਦਾ ਤੁਹਾਨੂੰ, ਚਲੋ ਚੱਲਦੇ ਆ ਡਾਕਟਰ ਕੋਲ ਚੱਲਦੇ ਆ। ਅੰਦਰ ਜੇ ਜਾ ਕੇ ਉਹਨੇ ਕਹਿਣਾ ਬੈਠੋ। ਉਹਨਾਂ ਮਰੀਜ਼ ਨੂੰ ਖੂਨ ਦੀ ਲੋੜ ਹੈ, ਖੂਨ ਦੇਣੀਆਂ ਬਣੀਆਂ ਬੋਤਲਾਂ ਤੋਂ। ਬਸ ਜਦ ਨੂੰ ਬਾਹਰ ਆਉਂਦੇ ਆ, ਜਦੋਂ ਕਹਿੰਦਾ ਭਾਈ ਸਾਹਿਬ ਖੂਨ ਮੰਗ ਲਿਆ ਡਾਕਟਰ ਦਾ, ਬੋਤਲਾਂ 2 ਮੰਗਦਾ ਖੂਨ ਦੀਆਂ। ਬੋਤਲ ਕਹਿੰਦੇ ਸੀ ਉੱਥੇ ਇੰਨਾ ਕਿ ਪਾਊਚ ਹੈ ਜਿਹੜਾ ਇੱਥੇ ਵੀ 150 ml ਕੱਢਦੇ ਆ, ਤੇ 50-50 60 ਵਾਰ ਖੂਨ ਦਾ ਖਾਵੇ। ਬਹੁਤ ਔਖਾ ਹੈ। ਤਾਂ ਮੇਰੇ ਵਾਲਾ ਤਾਂ ਖੂਨ ਫਿੱਟ ਨਹੀਂ ਆਉਂਦਾ ਇਹਦੇ। ਇੱਕ ਉਧਰ ਨੂੰ ਇੱਕ ਉਧਰ ਨੂੰ। ਜੇ ਇੱਕ ਵਾਰ ਖੂਨਦਾਨ ਕਰਦੇ ਨਾ ਉੱਥੇ ਦੇ ਦੇਣ ਬੋਤਲ, ਸਾਰੀ ਜ਼ਿੰਦਗੀ ਉਹਨੂੰ ਦੇਖ ਲਾ ਰਗੜੀ ਜਾਣਗੇ ਦਰਵਾਜ਼ੇ ਬੈਠੇ। ਜੋ ਉੱਚੀ ਗੱਲ ਕਹਿ ਯਾਦ ਹੈ ਜਦ ਅੱਖਾਂ ਤਾੜੇ ਲੱਗੀਆਂ ਪਈਆਂ ਸੀ, ਉਦਣ ਖੂਨ ਦਿੱਤਾ ਭਾਈ ਸਾਹਿਬ ਤੈਨੂੰ ਮੈਂ। ਜੇ ਨਾ ਉਦਣ ਬੋਤਲ ਦਿੰਦਾ
ਹੁਣ ਨੂੰ ਤਾਂ ਤੇਰਾ ਹਰਿਦੁਆਰ ਪਾਈ ਹੋਣੀ ਸੀ ਮਿੱਟੀ, ਐ ਸੁਣਾਉਂਦੇ ਆ ਉੱਥੇ ਫਰਕ ਸੰਦੇਸ਼ ਮੁੜ ਕੇ ਆਉਂਦਾ। ਫਿਰ ਇਹ ਸੀ ਅੱਜ ਦਾ ਪ੍ਰੋਗਰਾਮ। ਹਾਸੇ ਖੇਡੇ ਕੀਤੇ ਨੇ ਸਾਡੇ ਨਿੱਘੇ ਦੋਸਤ ਸਾਹਿਬ ਮਹਿੰਦਰ ਸਿੰਘ ਢਾਲੀ ਚੁੱਕੇ। ਪੋਤਾ ਤਾਂ ਹੋ ਗਿਆ ਸਾਈਕਲ ਤੇ ਚੜਾਉਣ ਵਾਲਾ, ਤੇ ਅੱਜ ਮੈਂ ਵਧਾਈਆਂ ਦੇਣ ਲੱਗਿਆ ਭੁੱਲ ਗਏ। ਦੀ ਦਾਤ ਗੁਰੂ ਪਾਤਸ਼ਾਹ ਨੇ ਦਿੱਤੀ ਹੈ। ਕਰਮੀਅਸ ਦੇ ਵਿੱਚ ਖੁਸ਼ ਰਹਿਣ ਸਾਰੇ ਪਰਿਵਾਰਾਂ 'ਚ ਸੁੱਖ ਸ਼ਾਂਤੀ। ਧੰਨਵਾਦ, ਬਹੁਤ ਬਹੁਤ ਜਿਉਂਦੇ ਵਸਦੇ ਰਹੋ। ਅਖੀਰ 'ਚ ਕੁਲਦੀਪ ਮਾਨਕ ਤੁਹਾਡੇ ਲਈ, ਤੇ 11 ਵਜੇ ਸੋਮਵਾਰ ਨੂੰ ਸਵੇਰੇ ਫੇਰ। ਰੱਬ ਰਾਖਾ। ਹੈਵ ਏ ਗੁੱਡ ਵੀਕਐਂਡ।